Hello, dear aspirants. I welcome you all in this beautiful platform of Burma Academy. So, as you all know, ਆਪਣੇ ਇਸ ਪਲੇਟਫਾਰਮ ਦੇ ਲਈ ਤੁਹਾਡੇ ਲਈ ਕਾਫੀ ਲੰਬੇ ਸਮੇਂ ਤੋਂ ਜਿਹੜਾ ਮਟੀਰੀਅਲ ਹੈ ਉਹ ਲੈ ਕੇ ਆ ਰਹੇ ਹਾਂ ਤਾਂ ਜੋ ਤੁਸੀਂ ਜਿਸ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਏ ਤਾਂ ਉਹਦੇ ਲਈ ਤੁਹਾਡੀ ਜਿਹੜੀ ਹੈਲਪ ਆ ਹੋ ਸਕੇ। ਹਾਂਜੀ, ਤਾਂ ਜਿਹੜਾ ਲੰਬੇ ਸਮੇਂ ਤੋਂ ਆਪਣੀਆਂ ਕਲਾਸਾਂ ਚੱਲ ਰਹੀਆਂ ਨੇ ਇੰਗਲਿਸ਼ ਦਾ ਪੋਰਸ਼ਨ ਜਿਹੜਾ ਆਪਾਂ ਇੱਥੇ ਕਵਰ ਕਰਦੇ ਹਾਂ। ਜਿਹਦੇ ਲਈ ਤੁਹਾਡੇ ਕਾਫੀ ਟੌਪਿਕ ਆਪਾਂ ਪਿੱਛੇ ਕਵਰ ਕਰ ਚੁੱਕੇ ਹਾਂ। ਨਾउन ਦਾ ਟੌਪਿਕ ਤੁਹਾਡਾ ਕੰਪਲੀਟ ਹੋ ਚੁੱਕਿਆ ਹੈ, ਪਰ ਨਾउन ਆਪਾਂ ਕਰ ਚੁੱਕੇ ਹਾਂ। ਆਰਟੀਕਲਸ ਆਪਾਂ ਕੀਤੇ ਆ, ਐਡਜੈਕਟਿਵ ਐਡਵਰਬ ਦਾ ਟੌਪਿਕ ਵੀ ਆਪਾਂ ਡਿਸਕਸ ਕੀਤਾ ਹੈ। ਅੱਜ ਦਾ ਜਿਹੜਾ ਟੌਪਿਕ ਆਪਣਾ ਹੈਗਾ ਜੀ ਕੰਜੰਕਸ਼ਨ, ਜਿਹਦੇ ਵਿੱਚ ਆਪਾਂ ਪਿਛਲੇ ਇੱਕ ਕਲਾਸ ਹੈ ਜਿਹੜੀ ਉਹ ਕਰ ਚੁੱਕੇ ਹਾਂ, ਜਿਹਦੇ ਵਿੱਚ ਤੁਹਾਨੂੰ ਡੈਫੀਨੇਸ਼ਨ ਕਰਵਾਈ ਗਈ ਸੀ, ਟਾਈਪਸ ਬਾਰੇ ਦੱਸਿਆ ਗਿਆ ਸੀ। ਤਾਂ ਅੱਜ ਦੀ ਜਿਹੜੀ ਕਲਾਸ ਹੋਏਗੀ ਆਪਾਂ ਅੱਗੇ ਜਿਹੜਾ ਟੌਪਿਕ ਡਿਸਕਸ ਕਰਾਂਗੇ, ਕੁਝ ਰੂਲਸ ਆ ਜਿਹੜੇ ਆਪਣੇ ਕੰਜੰਕਸ਼ਨ ਨਾਲ ਰਿਲੇਟਡ ਹੁੰਦੇ ਆ ਤੇ ਉਹਦੇ ਨਾਲ ਰਿਲੇਟਡ ਕੁਐਸਚਨ ਆ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਆ, ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਸੋ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਸੈਕਿੰਡ ਆਪਣਾ ਜਿਹੜਾ ਹੈਗਾ ਬੈਲ ਆਈਕਨ ਤੁਸੀਂ ਉਹ ਪ੍ਰੈਸ ਕਰ ਲੈਣਾ ਤਾਂ ਜੋ ਤੁਹਾਨੂੰ ਜਦੋਂ ਵੀ ਨਵੀਂ ਕਲਾਸ ਜਿਹੜੀ ਤੁਹਾਡੀ ਚੈਨਲ ਦੇ ਉੱਤੇ ਅਪਲੋਡ ਹੁੰਦੀ ਹੈ ਤਾਂ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ ਤੇ ਤੁਸੀਂ ਇਹ ਜਿਹੜਾ ਕਲਾਸ ਨੂੰ ਟਾਈਮ ਤੇ ਅਟੈਂਡ ਕਰ ਸਕੋ। ਬਾਕੀ ਜਿਹੜਾ ਹੈਗਾ ਸਟੂਡੈਂਟਸ ਜੋ ਵੀ ਨਿਊ ਹੋਣਗੇ ਉਹਨਾਂ ਦੇ ਵਾਸਤੇ ਨਵੀਂ ਚੀਜ਼ ਹੈ ਕਿ ਤੁਹਾਡਾ ਟੈਲੀਗ੍ਰਾਮ ਗਰੁੱਪ ਹੈ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਉਹਨੂੰ ਵੀ ਤੁਸੀਂ ਇਹ ਜਿਹੜਾ ਇੱਥੇ ਜੁਆਇਨ ਕਰ ਸਕਦੇ ਹੋ। ਆਪਣੇ ਜਿਹੜੇ ਟੈਲੀਗ੍ਰਾਮ ਗਰੁੱਪ ਦੇ ਕੀ ਬੈਨੀਫਿਟ ਨੇ, ਸਭ ਤੋਂ ਪਹਿਲੀ ਚੀਜ਼ ਤੁਹਾਨੂੰ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ, ਫਿਰ ਚਾਹੇ ਉਹ ਕਿਸੇ ਐਗਜ਼ਾਮ ਦੇ ਨਾਲ ਰਿਲੇਟਡ ਹੋਵੇ ਜਾਂ ਫਿਰ ਤੁਹਾਡੇ ਕਿਸੇ ਟੈਲੀਗ੍ਰਾਮ ਗਰੁੱਪ ਦੇ ਉੱਪਰ ਸ਼ੇਅਰ ਕੀਤੇ ਜਾਣ ਵਾਲੇ ਕਿਸੇ ਵੀ ਚੀਜ਼ ਨਾਲ ਰਿਲੇਟਡ ਤੁਹਾਡੇ ਕੋਈ ਇੰਪੋਰਟੈਂਟ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲ ਜਾਏਗੀ। ਤੁਹਾਡੀ ਕਲਾਸ ਨਾਲ ਰਿਲੇਟਡ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਪ੍ਰੋਵਾਈਡ ਕਰਵਾਈ ਜਾਏਗੀ। ਸੈਕਿੰਡ ਆ ਜਾਂਦੀ ਹੈ ਜੀ ਆਪਣੇ ਜਿੰਨੇ ਵੀ YouTube ਦੇ ਉੱਤੇ ਸੈਸ਼ਨ ਹੁੰਦੇ ਆ, ਫਿਰ ਚਾਹੇ ਉਹ ਤੁਹਾਡਾ ਇੰਗਲਿਸ਼ ਦਾ, ਰੀਜ਼ਨਿੰਗ ਦਾ, ਮੈਥ ਦਾ, ਉਹਦੇ ਕਲਾਸ ਨੋਟਸ ਨੇ ਜਿਹੜੇ ਤੁਹਾਨੂੰ ਪੀਪੀਟੀ ਫਾਰਮ ਦੇ ਵਿੱਚ ਆ ਜਿਹੜਾ ਟੈਲੀਗ੍ਰਾਮ ਗਰੁੱਪ ਦੇ ਉੱਤੇ ਸ਼ੇਅਰ ਕੀਤੇ ਜਾਂਦੇ ਆ। ਐਨੋਟੇਸ਼ਨ ਫਾਈਲ ਹੈ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਸੋ ਦੈਟ ਕਈ ਵਾਰ ਕੀ ਹੁੰਦਾ ਸਟੂਡੈਂਟਸ ਆ ਜਿਹੜਾ ਕਾਹਲੀ ਦੇ ਵਿੱਚ ਨੋਟਸ ਨਹੀਂ ਬਣਾ ਪਾਉਂਦੇ ਜਾਂ ਕਲਾਸ ਤੋਂ ਤੁਸੀਂ ਦੇਖ ਲੈਣੇ ਨੋਟਸ ਬਣਾਉਣ ਦਾ ਆਪਣਾ ਕਹਿ ਲਓ ਮਨ ਨਹੀਂ ਹੁੰਦਾ, ਤਾਂ ਤੁਸੀਂ ਇਹ ਜਿਹੜਾ ਆਪਣੀ ਪੀਪੀਟੀ ਤੋਂ ਵੀ ਆਪਣੇ ਜਿਹੜੇ ਨੋਟਸ ਨੇ ਉਹ ਰਿਵਾਈਜ਼ ਕਰ ਸਕਦੇ ਹੋ, ਆਪਣੇ ਜਿਹੜੇ ਟੌਪਿਕ ਨੇ ਉਹਨਾਂ ਨੂੰ ਰਿਵਾਈਜ਼ ਕਰ ਸਕਦੇ ਹੋ ਤੇ ਆਪਣੀ ਤਿਆਰੀ ਕਰ ਸਕਦੇ ਹੋ। ਥਰਡ ਮੋਸਟ ਇੰਪੋਰਟੈਂਟ ਥਿੰਗ ਹੈ ਜੀ ਟੈਲੀਗ੍ਰਾਮ ਗਰੁੱਪ ਦਾ ਸਭ ਤੋਂ ਵੱਡਾ ਬੈਨੀਫਿਟ ਕਿ ਤੁਸੀਂ ਜਿਸ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਹੋ, ਹੁਣ ਆਪਾਂ ਨੂੰ ਪ੍ਰੈਪਰੇਸ਼ਨ ਦਾ ਪਤਾ ਕਿੱਥੋਂ ਚੱਲਦਾ ਜਦੋਂ ਆਪਾਂ ਉਸ ਨਾਲ ਰਿਲੇਟਡ ਐਮਸੀਕਿਊ ਜਾਂ ਪ੍ਰੀਵੀਅਸ ਈਅਰ ਕੁਐਸਚਨ ਲਗਾਉਂਦੇ ਹਾਂ, ਤਾਂ ਉਸੇ ਚੀਜ਼ ਨੂੰ ਲੈ ਕੇ ਤੁਹਾਡੇ ਲਈ ਕੁਇਜ਼ ਤੇ ਪੋਲਸ ਆ ਜਿਹੜੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਸ਼ੇਅਰ ਕੀਤੇ ਜਾਂਦੇ ਆ, ਜਿਨ੍ਹਾਂ ਨੂੰ ਵਿੱਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਤੇ ਆਪਣਾ ਜਿਹੜਾ ਲੈਵਲ ਹੈ ਪ੍ਰੈਪਰੇਸ਼ਨ ਦਾ ਲੈਵਲ ਹੈ ਉਹ ਚੈੱਕ ਕਰ ਸਕਦੇ ਹੋ। ਸੋ ਇਹ ਤੁਹਾਡੇ ਲਈ ਜਿਹੜਾ ਇੱਕ ਵੱਡਾ ਬੈਨੀਫਿਟ ਹੈ। ਸੋ ਟੈਲੀਗ੍ਰਾਮ ਗਰੁੱਪ ਦਾ ਲਿੰਕ ਤੁਹਾਨੂੰ ਜਿਹੜਾ ਚੈਨਲ ਦੇ ਜਾਂ ਸਿੰਪਲ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਉੱਥੋਂ ਤੁਸੀਂ ਹੈਗਾ ਜਿਹੜਾ ਇਹ ਜੁਆਇਨ ਕਰ ਲੈਣਾ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਹਾਂਜੀ, ਤਾਂ ਅੱਜ ਦੀ ਜਿਹੜੀ ਆਪਣੀ ਕਲਾਸ ਹੋਏਗੀ ਅਗੇਨ ਆਪਾਂ ਕੰਜੰਕਸ਼ਨ ਦਾ ਟੌਪਿਕ ਡਿਸਕਸ ਕਰਾਂਗੇ। ਲਾਸਟ ਕਲਾਸ ਦੇ ਵਿੱਚ ਆਪਾਂ ਜਦੋਂ ਦੇਖਿਆ ਸੀ ਡੈਫੀਨੇਸ਼ਨ ਦੇਖੀ ਹੈ, ਟਾਈਪਸ ਦੇਖੀਆਂ ਨੇ। ਅੱਜ ਦੀ ਜਿਹੜੀ ਕਲਾਸ ਹੋਏਗੀ ਆਪਾਂ ਨਵਾਂ ਟੌਪਿਕ ਹੈ ਜਿਹੜਾ ਡਿਸਕਸ ਕਰਾਂਗੇ, ਰੂਲਸ ਡਿਸਕਸ ਕਰਾਂਗੇ ਕੰਜੰਕਸ਼ਨ ਨਾਲ ਰਿਲੇਟਡ। ਸੋ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਪਿਛਲੀ ਕਲਾਸ ਦਾ ਰੀਕੈਪ ਲੈ ਲਈਏ ਆਪਾਂ। ਤਾਂ ਦੇਖੋ ਜੀ ਕੰਜੰਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਦੇਖੀ ਕੰਜੰਕਸ਼ਨ ਦੀ ਆਪਾਂ ਡੈਫੀਨੇਸ਼ਨ, ਜਿਹਦੇ ਵਿੱਚ ਤੁਹਾਨੂੰ ਦੱਸਿਆ ਕਿ ਕੰਜੰਕਸ਼ਨ ਹੁੰਦਾ ਕੀ ਹੈ, ਇੱਕ ਕੰਟੈਕਟਿੰਗ ਵਰਡ ਹੁੰਦਾ, ਜੁਆਇਨਿੰਗ ਵਰਡ ਹੁੰਦਾ ਜੋ ਕਿ ਦੋ ਸੈਂਟੈਂਸਸ ਨੂੰ, ਫਰੇਜ਼ਸ ਨੂੰ, ਕਲੌਜ਼ਸ ਨੂੰ ਜਿਹੜਾ ਜੁਆਇਨ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਅੱਗੇ ਆਪਾਂ ਦੇਖਿਆ ਸੀ ਇਹਦੀਆਂ ਟਾਈਪਸ। ਟਾਈਪਸ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਕੰਜੰਕਸ਼ਨ ਦੀਆਂ ਬੇਸਿਕਲੀ ਤਿੰਨ ਟਾਈਪਸ ਹੁੰਦੀਆਂ, ਕੋਆਰਡੀਨੇਟਿੰਗ ਕੰਜੰਕਸ਼ਨ, ਸਬਆਰਡੀਨੇਟਿੰਗ ਕੰਜੰਕਸ਼ਨ ਐਂਡ ਕੋਰਿਲੇਟਿਵ ਕੰਜੰਕਸ਼ਨ। ਨੈਕਸਟ ਆਪਾਂ ਜਿਹੜਾ ਟੌਪਿਕ ਡਿਸਕਸ ਕੀਤਾ ਸੀ ਜੀ ਕੋਆਰਡੀਨੇਟਿੰਗ ਕੰਜੰਕਸ਼ਨ ਨੂੰ ਆਪਾਂ ਅੱਗੇ ਜਿਹੜਾ ਫੋਰਵਰਡ ਕੀਤਾ ਸੀ। ਕੋਆਰਡੀਨੇਟਿੰਗ ਕੰਜੰਕਸ਼ਨ ਦੀਆਂ ਟਾਈਪਸ ਨੂੰ ਡਿਸਕਸ ਕੀਤਾ ਸੀ ਤਾਂ ਤੁਹਾਨੂੰ ਦੱਸਿਆ ਸੀ ਕਿ ਕੋਆਰਡੀਨੇਟਿੰਗ ਕੰਜੰਕਸ਼ਨ ਵੀ ਅੱਗੇ ਚਾਰ ਟਾਈਪ ਦਾ ਹੁੰਦਾ ਹੈ। ਕਿਹੜੀਆਂ ਚਾਰ ਟਾਈਪ ਸੀ ਆਪਣੇ ਕੋਲ? ਕਿਊਮੂਲੇਟਿਵ ਸੀ, ਸੈਕਿੰਡ ਆਪਣੇ ਕੋਲ ਸੀਗਾ ਐਡਵਰਸੇਟਿਵ ਐਂਡ ਅਲਟਰਨੇਟਿਵ ਐਂਡ ਲਾਸਟ ਸੀਗਾ ਜੀ ਇਲਏਟਿਵ ਕੋਆਰਡੀਨੇਟਿੰਗ ਕੰਜੰਕਸ਼ਨ। ਤੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਟ੍ਰਿਕ ਦੱਸੀ ਸੀ ਕਿ ਕੋਆਰਡੀਨੇਟਿੰਗ ਕੰਜੰਕਸ਼ਨ ਨੂੰ ਤੁਸੀਂ ਕਿਵੇਂ ਯਾਦ ਕਰ ਸਕਦੇ ਹੋ, ਤਾਂ ਟ੍ਰਿਕ ਕੀ ਸੀ ਆਪਣੇ ਕੋਲੇ? ਫੈਨ ਵੌਇਸ, ਫੈਨ ਵੌਇਸ। ਤਾਂ ਇਹ ਤੁਹਾਡੇ ਕੋਲੇ 7 ਵਰਡਸ ਨੇ ਜਿਹੜੇ ਤੁਸੀਂ ਯਾਦ ਕਰਨੇ ਆ। ਐਫ ਮੀਨਸ ਫॉर, ਏ ਐਨ ਐਨ ਨॉट, ਬੀ ਬਟ, ਓ ਔਰ, ਬਾਈ ਜੈਟ ਔਰ ਐਸ। ਸੋ ਇਹ ਸੀ ਜੀ ਆਪਾਂ ਜਿਹੜੇ ਡਿਸਕਸ ਕੀਤੇ ਸੀ ਲਾਸਟ ਕਲਾਸ ਦੇ ਵਿੱਚ ਆਪਣੇ ਟੌਪਿਕ। ਸਭ ਤੋਂ ਪਹਿਲਾਂ ਡੈਫੀਨੇਸ਼ਨ ਦੇਖੀ ਸੀ ਆਪਾਂ, ਦੈਨ ਆਪਾਂ ਟਾਈਪਸ ਡਿਸਕਸ ਕੀਤੀਆਂ ਸੀ। ਤਿੰਨ ਟਾਈਪਸ ਹੁੰਦੀਆਂ ਕੰਜੰਕਸ਼ਨ ਦੀਆਂ, ਕੋਆਰਡੀਨੇਟਿੰਗ, ਸਬਆਰਡੀਨੇਟਿੰਗ ਐਂਡ ਕੋਰਿਲੇਟਿਵ ਕੰਜੰਕਸ਼ਨਸ। ਇਸ ਤੋਂ ਬਾਅਦ ਆਪਾਂ ਕੋਆਰਡੀਨੇਟਿੰਗ ਕੰਜੰਕਸ਼ਨ ਦੀਆਂ ਟਾਈਪ ਡਿਸਕਸ ਕੀਤੀਆਂ ਸੀ। ਕੋਆਰਡੀਨੇਟਿੰਗ ਮਤਲਬ ਜਿਹਨੂੰ ਆਪਾਂ ਪੰਜਾਬੀ ਚ ਸਮਾਨਯੋਜਕ ਕਹਿ ਦਿੰਦੇ ਹਾਂ। ਸੋ ਸਮਾਨਯੋਜਕ ਚਾਰ ਟਾਈਪ ਦਾ ਹੁੰਦਾ ਆਪਣੇ ਇੰਗਲਿਸ਼ ਦੇ ਵਿੱਚ, ਕਿਊਮੂਲੇਟਿਵ, ਐਡਵਰਸੇਟਿਵ, ਅਲਟਰਨੇਟਿਵ ਐਂਡ ਇਲੇਟਿਵ। ਤਾਂ ਇਹ ਆਪਾਂ ਯਾਦ ਕਰਨ ਦਾ ਤਰੀਕਾ ਤੁਹਾਨੂੰ ਦੱਸਿਆ ਸੀ। ਫੈਨ ਵੌਇਸ ਜਿਹੜਾ ਤੁਹਾਡੇ ਕੋਲ ਇੱਕ ਨਿਮੋਨਿਕ ਹੈ ਜਿਹਦੇ ਤੋਂ ਤੁਸੀਂ ਯਾਦ ਕਰਨਾ। ਐਫ ਦਾ ਮੀਨਿੰਗ ਹੁੰਦਾ ਫॉर ਐਂਡ ਏ ਦਾ ਮੀਨਿੰਗ ਐਂਡ, ਤੁਹਾਡੇ ਕੋਲੇ ਐਨ ਦਾ ਮੀਨਿੰਗ ਨॉट, ਬੀ ਬਟ, ਓ ਔਰ, ਬਾਈ ਜੈਟ ਔਰ ਐਸ ਦਾ ਮੀਨਿੰਗ ਹੁੰਦਾ ਜੀ। ਸੋ ਤਾਂ ਇਹ 7 ਵਰਡਸ ਨੇ ਜਿਹੜੇ ਤੁਸੀਂ ਇਸ ਟ੍ਰਿਕ ਦੇ ਨਾਲ ਯਾਦ ਕਰ ਸਕਦੇ ਹੋ। ਕੋਆਰਡੀਨੇਟਿੰਗ ਕੰਜੰਕਸ਼ਨ ਜਿਹੜੇ ਤੁਸੀਂ ਇੱਥੋਂ ਯਾਦ ਕਰ ਸਕਦੇ ਹੋ। ਅੱਜ ਦਾ ਜਿਹੜਾ ਟੌਪਿਕ ਹੋਏਗਾ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਸਬਆਰਡੀਨੇਟਿੰਗ ਕੰਜੰਕਸ਼ਨ, ਦੈਨ ਆਪਾਂ ਦੇਖਾਂਗੇ ਕੋਰਿਲੇਟਿਵ ਕੰਜੰਕਸ਼ਨ। ਇਸ ਤੋਂ ਇਲਾਵਾ ਇੱਕ ਦੋ ਜਿਹੜੇ ਆਪਣੇ ਰੂਲਸ ਹੋਣਗੇ, ਇੰਪੋਰਟੈਂਟ ਰੂਲਸ ਜੋ ਕਿ ਪੁੱਛੇ ਜਾਂਦੇ ਆ ਪੇਪਰ ਦੇ ਵਿੱਚ, ਉਸ ਨਾਲ ਰਿਲੇਟਡ ਮਹੱਤਵਪੂਰਨ ਜਿਹੜੇ ਆਪਾਂ ਇੰਪੋਰਟੈਂਟ ਕੁਐਸਚਨ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਦੇ ਆ
ਉਹਨਾਂ ਨੂੰ ਆਪਾਂ ਜਿਹੜਾ ਹੈਗਾ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਹਾਂਜੀ, ਤਾਂ ਸਟਾਰਟ ਕਰਦੇ ਹਾਂ ਆਪਣੀ ਕਲਾਸ ਦਾ। ਤਾਂ ਫਰਸਟ ਟੌਪਿਕ ਹੈ ਜੀ ਸਭ ਤੋਂ ਪਹਿਲਾਂ ਸਬੋਰਡੀਨੇਟਿੰਗ ਕੰਜੰਕਸ਼ਨਸ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਸਬੋਰਡੀਨੇਟਿੰਗ ਕੰਜੰਕਸ਼ਨ ਹੁੰਦੇ ਕੀ ਹੈ। ਤਾਂ ਕੀ ਹੁੰਦੇ ਆ ਸਬੋਰਡੀਨੇਟਿੰਗ ਕੰਜੰਕਸ਼ਨ? ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਦੇਖਦੇ ਹੋ ਨਾ, ਅਧੀਨ ਜੋ ਜੋ ਆਪਣੇ ਕੋਲ ਅਧੀਨ ਵਾਕ ਆਪਣੇ ਕੋਲ ਇੱਕ ਸੁਤੰਤਰ ਹੁੰਦਾ ਹੈ, ਇੱਕ ਕਹਿ ਲਓ ਦੂਸਰੇ ਦੇ ਉੱਤੇ ਡਿਪੈਂਡ ਕਰਨ ਵਾਲਾ ਵਾਕ ਹੁੰਦਾ ਹੈ। ਮਤਲਬ ਅਧੀਨ ਵਾਕ ਹੁੰਦਾ ਹੈ, ਇੱਕ ਆਪਣੇ ਕੋਲ ਪ੍ਰਿੰਸੀਪਲ ਕਲੌਜ਼ ਮੁੱਖ ਵਾਕ ਹੁੰਦਾ ਹੈ। ਤਾਂ ਉਹੀ ਸੇਮ ਤੁਹਾਡੇ ਕੋਲ ਜਿਹੜਾ ਸਬੋਰਡੀਨੇਟਿੰਗ ਕੰਜੰਕਸ਼ਨ ਦਾ ਕੰਮ ਕਰਦੇ ਆ। ਐਸੇ ਤੁਹਾਡੇ ਕੋਲ ਕੀ ਹੋਏਗਾ, ਇੱਕ ਸੈਂਟੈਂਸ ਹੋਏਗਾ ਜਿਹਦੇ ਵਿੱਚ ਇੱਕ ਸਬੋਰਡੀਨੇਟਿੰਗ ਕੰਜੰਕਸ਼ਨ ਯੂਜ਼ ਕੀਤਾ ਹੋਇਆ ਹੋਏਗਾ। ਤਾਂ ਤੁਸੀਂ ਦੇਖੋਗੇ ਜੇ ਸੈਂਟੈਂਸ ਨੂੰ ਪੜ੍ਹ ਕੇ, ਜੇ ਤੁਹਾਡੇ ਕੋਲ ਇੱਕ ਸੈਂਟੈਂਸ ਦੂਸਰੇ ਸੈਂਟੈਂਸ ਦੇ ਉੱਤੇ ਡਿਪੈਂਡ ਕਰ ਰਿਹਾ, ਜਾਂ ਸਿੰਪਲ ਕਹਿ ਲਓ ਇੱਕ ਫਰੇਜ਼ ਦੂਸਰੀ ਫਰੇਜ਼ ਦੇ ਉੱਤੇ ਡਿਪੈਂਡ ਕਰ ਰਹੀ ਹੈ, ਇਟ ਮੀਨਸ ਉੱਥੇ ਤੁਹਾਡੇ ਕੋਲ ਸਬੋਰਡੀਨੇਟਿੰਗ ਕੰਜੰਕਸ਼ਨ ਯੂਜ਼ ਕੀਤਾ ਹੋਏਗਾ। ਤਾਂ ਇੱਥੇ ਤੁਹਾਡੇ ਕੋਲ ਜਿਹੜਾ ਸਬੋਰਡੀਨੇਟਿੰਗ ਕੰਜੰਕਸ਼ਨ ਦਾ ਕੰਮ ਆ ਜਾਂਦਾ ਹੈ। ਸਭ ਤੋਂ ਪਹਿਲਾਂ ਸਬੋਰਡੀਨੇਟਿੰਗ ਕੰਜੰਕਸ਼ਨ ਦੇ ਵਿੱਚ ਕਿਹੜੇ ਕਿਹੜੇ ਵਰਡ ਆ ਜਾਂਦੇ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ। ਦੈਨ ਆਪਾਂ ਇਹਦੀ ਐਗਜ਼ਾਮਪਲਸ ਦੇਖਾਂਗੇ। ਐਗਜ਼ਾਮਪਲਸ ਤੋਂ ਤੁਹਾਨੂੰ ਜਿਹੜਾ ਇਹਦੀ ਡੈਫੀਨੇਸ਼ਨ ਕਲਾਸ ਦਾ ਯੂਜ਼ ਹੈ ਜਿਹੜਾ ਕਲੀਅਰ ਹੋ ਜਾਏ। ਤੇ ਸਬੋਰਡੀਨੇਟਿੰਗ ਕੰਜੰਕਸ਼ਨ ਦੇ ਵਿੱਚ ਆਉਣ ਵਾਲੇ ਵਰਡਸ ਨੇ ਜੀ ਆਫਟਰ, ਬਿਫੋਰ, ਬਿਕॉज, ਇਫ, though, that, when, although, till, whether, until, as, once, since, etc। ਇਹਦਾ ਮਤਲਬ ਤੁਹਾਡੇ ਕੋਲ ਇਸ ਤੋਂ ਇਲਾਵਾ ਵੀ ਤੁਹਾਡੇ ਕੋਲ ਸਬੋਰਡੀਨੇਟਿੰਗ ਕੰਜੰਕਸ਼ਨ ਜਿਹੜੇ ਹੁੰਦੇ ਆ। ਜ਼ਰੂਰੀ ਨਹੀਂ ਤੁਹਾਡੇ ਕੋਲ ਸਿਰਫ ਇਹੀ ਵਰਡ ਸਬੋਰਡੀਨੇਟਿੰਗ ਕੰਜੰਕਸ਼ਨ ਦਾ ਕੰਮ ਕਰਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਰਡ ਨੇ ਜਿਹੜੇ ਸਬੋਰਡੀਨੇਟਿੰਗ ਕੰਜੰਕਸ਼ਨ ਦੀ ਕੈਟਾਗਰੀ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਤਾਂ ਤੁਹਾਡੇ ਕੋਲ ਸਿੰਪਲ ਹੈ, ਤੁਸੀਂ ਟ੍ਰਿਕ ਯਾਦ ਰੱਖਣੀ ਹੈ ਫੈਨ ਬॉयਜ਼ ਵਾਲੀ। ਫੈਨ ਬॉय ਮਤਲਬ ਤੁਹਾਡੇ ਕੋਆਰਡੀਨੇਟਿੰਗ ਕੰਜੰਕਸ਼ਨ ਨੇ ਜਿਹੜੇ ਇੱਥੋਂ ਯਾਦ ਹੋ ਜਾਣਗੇ। ਇਸ ਤੋਂ ਇਲਾਵਾ ਜਿੰਨੇ ਵੀ ਕੰਜੰਕਸ਼ਨ ਰਹਿ ਜਾਂਦੇ ਆ ਕੋਆਰਡੀਨੇਟਿੰਗ ਤੁਹਾਡੇ ਕੋਲੇ ਹੋ ਜਾਂਦੇ ਆ। ਤਾਂ ਕੋਆਰਡੀਨੇਟਿੰਗ ਬਾਰੇ ਤੁਸੀਂ ਯਾਦ ਰੱਖਣਾ ਹੈ। ਬੇਸਿਕਲੀ ਕੁਐਸਚਨ ਆ ਜਿਹੜਾ ਕੋਆਰਡੀਨੇਟਿੰਗ ਦੇ ਉੱਤੇ ਹੀ ਪੁੱਛਿਆ ਜਾਂਦਾ। ਸਬੋਰਡੀਨੇਟਿੰਗ ਦੇ ਵਿੱਚ ਕੁਐਸਚਨ ਬਣਨ ਦੇ ਚਾਂਸਸ ਆ ਜਿਹੜੇ ਬਹੁਤ ਘੱਟ ਹੁੰਦੇ। ਸੋ ਤੁਸੀਂ ਇਹ ਧਿਆਨ ਚ ਰੱਖਣਾ। ਕੋਆਰਡੀਨੇਟਿੰਗ ਕੰਜੰਕਸ਼ਨ ਯਾਦ ਕਰ ਲਓ, ਸਬੋਰਡੀਨੇਟਿੰਗ ਤੁਹਾਡੇ ਆਪਣੇ ਆਪ ਯਾਦ ਹੋ ਜਾਣਗੇ। ਹੁਣ ਦੇਖੋ ਤੁਹਾਡੇ ਕੋਲ ਕਿਤੇ ਐਂਡ ਵਰਡ ਆ ਗਿਆ, ਤਾਂ ਤੁਹਾਨੂੰ ਜੇ ਪਤਾ ਕਿ ਫੈਨ ਬॉयਜ਼ ਵਾਲੀ ਤੁਸੀਂ ਟ੍ਰਿਕ ਕੀਤੀ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਸਬੋਰਡੀਨੇਟ ਆਪਣਾ ਕੋਆਰਡੀਨੇਟਿੰਗ ਕੰਜੰਕਸ਼ਨ ਹੈ। ਕੋਆਰਡੀਨੇਟਿੰਗ ਐਂਡ ਮੀਨਸ ਸੇਮ ਰੈਂਕ ਦੀ ਸੈਂਟੈਂਸ ਨੂੰ ਵਰਡਸ ਨੂੰ ਫਰੇਜ਼ਸ ਨੂੰ ਜੁਆਇਨ ਕਰੇਗਾ, ਤਾਂ ਤੁਸੀਂ ਸੈਂਟੈਂਸ ਨੂੰ ਈਜ਼ੀਲੀ ਟੈਕਲ ਕਰ ਲੋਗੇ। ਬਟ ਜੇ ਤੁਹਾਡੇ ਕੋਲੇ ਐਂਡ ਦਾ ਯੂਜ਼ ਨਹੀਂ ਲਾ ਲਓ, ਤੁਹਾਡੇ ਕੋਲ ਬਿਕॉज ਵਰਡ ਆ ਗਿਆ, ਤਾਂ ਤੁਸੀਂ ਫੈਨ ਬॉयਜ਼ ਚੈੱਕ ਕਰ ਲਿਓਗੇ। ਬਿਕॉज ਦਾ ਮੀਨਿੰਗ ਹੁੰਦਾ ਹੀ ਨਹੀਂ, ਬੀ ਦਾ ਮੀਨਿੰਗ ਉੱਥੇ ਬਟ ਹੁੰਦਾ ਹੈ, ਬਿਕॉज ਨਹੀਂ ਹੁੰਦਾ। ਸੋ ਇਟ ਮੀਨਸ ਉਹ ਕੀ ਆ ਜਾਊਗਾ ਤੁਹਾਡੇ ਕੋਲ ਸਬੋਰਡੀਨੇਟਿੰਗ ਕੰਜੰਕਸ਼ਨ ਦੀ ਕੈਟਾਗਰੀ ਦੇ ਵਿੱਚ ਆ ਜਾਏਗਾ। ਤਾਂ ਉੱਥੇ ਤੁਹਾਡੇ ਕੋਲ ਹੋਏਗਾ ਇੱਕ ਡਿਪੈਂਡੈਂਟ ਕਲੌਜ਼ ਹੋਏਗੀ, ਇੱਕ ਇੰਡੀਪੈਂਡੈਂਟ ਕਲੌਜ਼ ਹੋਏਗੀ, ਜਿਹਨੂੰ ਕਿ ਸੈਂਟੈਂਸ ਦੇ ਵਿੱਚ ਲਿਖਿਆ ਹੋਏਗਾ। ਤਾਂ ਹੁਣ ਐਗਜ਼ਾਮਪਲ ਦੇਖ ਲਓ ਜੀ ਸਬੋਰਡੀਨੇਟਿੰਗ ਕੰਜੰਕਸ਼ਨ ਦੀਆਂ ਕਿਹੜੀ ਕਿਹੜੀ ਐਗਜ਼ਾਮਪਲਸ ਨੇ। ਦੇਖੋ ਐਗਜ਼ਾਮਪਲਸ ਦੀ ਕੈਟਾਗਰੀ ਵਿੱਚ ਆਪਣੇ ਕੋਲ ਸਭ ਤੋਂ ਪਹਿਲੀ ਐਗਜ਼ਾਮਪਲ ਹੈ, एग्जाम्पल की है, if you see him give him this note। ਤਾਂ if you see him give him this note ਤਾਂ ਤੁਹਾਡੇ ਕੋਲ ਇਹਦੀ ਕੰਜੰਕਸ਼ਨ ਫਾਈਂਡ ਆਊਟ ਕਰੋ। ਇਸ ਸੈਂਟੈਂਸ ਵਿੱਚ ਕੰਜੰਕਸ਼ਨ ਕਿਹੜਾ ਤਾਂ ਤੁਸੀਂ ਫਾਈਂਡ ਆਊਟ ਕਰ ਲਿਆ ਕਿ if ਹੈ ਜਿਹੜਾ ਤੁਹਾਡੇ ਕੋਲ ਸਬੋਰਡੀਨੇਟਿੰਗ ਕੰਜੰਕਸ਼ਨ ਹੈ। ਹੁਣ ਜ਼ਰੂਰੀ ਨਹੀਂ ਹੁੰਦਾ ਕਿ ਸਬੋਰਡੀਨੇਟਿੰਗ ਕੰਜੰਕਸ਼ਨ ਸੈਂਟੈਂਸ ਦੇ ਵਿਚਕਾਰ ਹੀ ਆਵੇ, ਤਾਂ ਤੁਸੀਂ ਇਹਨੂੰ ਜਿਹੜਾ ਅੱਗੇ ਵੀ ਲਿਖ ਸਕਦੇ ਹੋ। ਉਸ ਤੋਂ ਬਾਅਦ ਦੂਸਰਾ ਸੈਂਟੈਂਸ ਜਿਹੜਾ ਕਾਮਾ ਪਾ ਕੇ ਤੁਸੀਂ ਇਹਨੂੰ ਲਿਖ ਸਕਦੇ ਹੋ। ਦੇਖੋ ਜੀ ਜਿਵੇਂ ਇੱਥੇ ਲਿਖਿਆ if you see him give him this note, ਤਾਂ ਹੁਣ if ਹੈ ਜਿਹੜਾ ਆਪਣਾ ਸਬੋਰਡੀਨੇਟਿੰਗ ਕੰਜੰਕਸ਼ਨ ਹੈ, ਸਬੋਰਡੀਨੇਟਿੰਗ ਕੰਜੰਕਸ਼ਨ ਹੈ। इट मीन्स ਜਿਹੜਾ ਇਹਦੇ ਨਾਲ ਕਲੌਜ਼ ਹੋਏਗਾ ਸਬੋਰਡੀਨੇਟਿੰਗ ਕਲੌਜ਼ ਹੋਏਗਾ, ਸਬੋਰਡੀਨੇਟਿੰਗ ਕਲੌਜ਼ ਹੋਏਗਾ। ਸੈਕੰਡ ਜੇ ਤੁਹਾਡੀ ਗੱਲ ਕੀਤੀ ਜਾਏ ਗਿਵ ਹਿਮ ਦਿਸ ਨੋਟ, ਇਹ ਕੀ ਆ ਗਿਆ ਤੁਹਾਡੇ ਕੋਲ ਮੇਨ ਕਲੌਜ਼ ਆ ਗਿਆ, ਜਿਹਨੂੰ ਆਪਾਂ ਇੰਡੀਪੈਂਡੈਂਟ ਕਲੌਜ਼ ਵੀ ਕਹਿ ਦਿੰਦੇ ਆ। ਪ੍ਰਿੰਸੀਪਲ ਕਲੌਜ਼ ਵੀ ਕਹਿ ਸਕਦੇ ਆ, ਮੇਨ ਕਲੌਜ਼ ਵੀ ਕਹਿ ਸਕਦੇ ਆ। ਬਟ ਜਿਹੜਾ ਤੁਹਾਡੇ ਕੋਲ ਸਬੋਰਡੀਨੇਟਿੰਗ ਕੰਜੰਕਸ਼ਨ ਦੇ ਨਾਲ ਵਾਲੀ ਫਰੇਜ਼ ਹੁੰਦੀ ਆ ਉਹ ਸਬੋਰਡੀਨੇਟਿੰਗ ਕਲੌਜ਼ ਬਣਾ ਦਿੰਦੀ ਹੈ, ਤੇ ਜਿਹੜਾ ਕੰਜੰਕਸ਼ਨ ਹੁੰਦਾ ਉਹ ਸਬੋਰਡੀਨੇਟਿੰਗ ਕੰਜੰਕਸ਼ਨ ਹੁੰਦਾ। ਆਈ ਹੋਪ ਤੁਹਾਨੂੰ ਫਸਟ ਐਗਜ਼ਾਮਪਲ ਕਲੀਅਰ ਹੋ ਗਈ ਹੋਏਗੀ। ਹੁਣ ਦੇਖੋਗੇ ਤਾਂ ਗਿਵ ਹਿਮ ਦਿਸ ਨੋਟ, ਤਾਂ ਜਿਵੇਂ ਆਪਾਂ ਸਿੰਪਲ ਕਹਿੰਦੇ ਗਿਵ ਹਿਮ ਦਿਸ ਨੋਟ, ਇਹ ਵਾਲੀ ਚੀਜ਼ ਕਲੀਅਰ ਹੈ। ਮੇਨ ਕਲੌਜ਼ ਹੈ, ਸੁਤੰਤਰ ਹੈ ਆਪਣੇ ਆਪ ਦੇ ਵਿੱਚ, ਇਹਦਾ ਮੀਨਿੰਗ ਆਪਾਂ ਨੂੰ ਡਿਪਿਕਟ ਹੋ ਰਿਹਾ ਕਲੀਅਰ ਹੈ। ਬਟ ਜੇ ਤੁਸੀਂ ਕਹੋ ਇਫ ਯੂ ਸੀ ਹਿਮ, ਤਾਂ ਹੁਣ ਇੱਥੇ ਇਹਦਾ ਮੀਨਿੰਗ ਨਹੀਂ ਕਲੀਅਰ ਹੈਗਾ। ਇਫ ਯੂ ਸੀ ਹਿਮ ਦਾ ਮਤਲਬ ਕੀ ਹੋਇਆ, ਜੇ ਤੁਸੀਂ ਉਹਨੂੰ ਦੇਖਿਆ ਕੀ ਜੇ ਦੇਖਿਆ ਤਾਂ ਫਿਰ ਕੀ ਕਰੋਗੇ, ਤਾਂ ਉਹੀ ਸੇਮ ਚੀਜ਼ ਤੁਹਾਡੇ ਕੋਲ ਸੈਂਟੈਂਸ ਹੈ ਜਿਹੜਾ ਇਨਕੰਪਲੀਟ ਹੈ। ਤਾਂ ਇਹ ਕੀ ਕਰਦਾ ਡਿਪੈਂਡ ਕਰਦਾ ਕਿਹਦੇ ਉੱਤੇ, ਮੇਨ ਕਲੌਜ਼ ਦੇ ਉੱਤੇ। ਸੋ ਇਹ ਆ ਜਾਂਦਾ ਜੀ ਸਬੋਰਡੀਨੇਟਿੰਗ ਕਲੌਜ਼। ਤਾਂ ਇਹ ਸੀ ਜੀ ਤੁਹਾਡਾ ਫਰਸਟ ਐਗਜ਼ਾਮਪਲ। ਦੈਨ ਸੈਕੰਡ ਐਗਜ਼ਾਮਪਲ ਚੈੱਕ ਕਰੋ, although he worked hard he failed। although he worked hard he failed, ਇੱਥੇ ਦੇਖੋ ਕੋਆਰਡੀਨੇਟਿੰਗ ਕੰਜੰਕਸ਼ਨ ਕਿਹੜਾ ਹੈ, ਤਾਂ ਤੁਸੀਂ ਸਾਰਿਆਂ ਨੇ ਫਾਈਂਡ ਆਊਟ ਕਰ ਲਿਆ ਕਿ although ਜਿਹੜਾ ਆਪਣੇ ਕੋਲ ਸਬੋਰਡੀਨੇਟਿੰਗ ਕੰਜੰਕਸ਼ਨ ਹੈ। ਸੈਕੰਡ ਚੀਜ਼ ਤੁਹਾਨੂੰ ਜੇ ਪੁੱਛਿਆ ਜਾਵੇ ਕੋਆਰਡੀਨੇਟਿੰਗ ਕਲੌਜ਼ ਕਿਹੜਾ, ਤਾਂ ਤੁਸੀਂ ਕੀ ਟਿਕ ਕਰੋਗੇ although he worked hard, ਤੁਹਾਡੇ ਕੋਲ ਸਬੋਰਡੀਨੇਟਿੰਗ ਕਲੌਜ਼ ਆ ਜਾਏਗੀ। ਭਾਵੇਂ ਕਿ ਉਹਨੇ ਮਿਹਨਤ ਕੀਤੀ, ਹੁਣ ਮਿਹਨਤ ਕੀਤੀ, ਹੁਣ ਅੱਗੇ ਕੀ ਕੀਤਾ, ਮਿਹਨਤ ਤਾਂ ਕੀਤੀ, ਇਸ ਤੋਂ ਬਾਅਦ ਕੀ ਹੋਇਆ, ਤਾਂ ਉਹ ਵਾਲੀ ਚੀਜ਼ ਆਪਾਂ ਨੂੰ ਇੱਥੇ ਕਲੀਅਰ ਨਹੀਂ ਹੈ। ਜੇ ਆਪਾਂ ਸੈਂਟੈਂਸ ਨੂੰ ਇੰਨਾ ਹੀ ਫਾਈਂਡ ਆਊਟ ਕਰ ਲਓ, ਇੰਨੀ ਸੈਂਟੈਂਸ ਆਪਾਂ ਨੂੰ ਦਿੱਤਾ ਹੁੰਦਾ although he worked hard, ਇਟ ਮੀਨਸ ਇਹ ਆਪਣਾ ਸੈਂਟੈਂਸ ਕਲੀਅਰ ਨਹੀਂ ਹੈ, ਤਾਂ ਇਹ ਹੋਗਾ ਤੁਹਾਡਾ ਸਬੋਰਡੀਨੇਟਿੰਗ ਕਲੌਜ਼, ਜਿਹੜਾ ਕਿ ਡਿਪੈਂਡ ਕਰੇਗਾ। ਡਿਪੈਂਡੈਂਟ ਕਲੌਜ਼ ਵੀ ਕਹਿ ਦਿੱਤਾ ਜਾਂਦਾ। ਇਹ ਆਪਾਂ although ਹੈ ਜਿਹੜਾ ਆਪਣੇ ਕੋਲ ਸਬੋਰਡੀਨੇਟਿੰਗ ਕੰਜੰਕਸ਼ਨ ਹੈ। ਅੱਗੇ ਤੁਹਾਡੇ ਕੋਲ ਜਿਹੜਾ he failed ਉਹ ਫੇਲ ਹੋ ਗਿਆ, ਤਾਂ ਹੁਣ ਇਹ ਸੈਂਟੈਂਸ ਬਿਲਕੁਲ ਕਲੀਅਰ ਹੈ। ਤਾਂ ਇਹ ਕੀ ਹੋ ਜਾਏਗਾ ਤੁਹਾਡਾ ਮੇਨ ਕਲੌਜ਼ ਹੋਏਗਾ, ਜਿਹਨੂੰ ਆਪਾਂ ਮੇਨ ਕਲੌਜ਼ ਕਹਿ ਸਕਦੇ ਹਾਂ, ਪ੍ਰਿੰਸੀਪਲ ਕਲੌਜ਼ ਕਹਿ ਸਕਦੇ ਹਾਂ, ਇੰਡੀਪੈਂਡੈਂਟ ਕਲੌਜ਼ ਵੀ ਹੈ ਜਿਹੜਾ ਇਹਨੂੰ ਕਹਿ ਦਿੱਤਾ ਜਾਂਦਾ ਹੈ। ਹਾਂਜੀ, ਤਾਂ ਥਰਡ ਐਗਜ਼ਾਮਪਲ ਚੈੱਕ ਕਰੋ, after you finish your work you can go out। you can go out
ਤੁਸੀਂ ਬਾਹਰ ਜਾ ਸਕਦੇ ਹੋ। ਤਾਂ ਇਹ ਵਾਲੀ ਚੀਜ਼ ਆਪਣੇ ਕੋਲ ਕਲੀਅਰ ਹੈ। ਇਹ ਮੇਨ ਕਲੌਜ਼ ਹੋ ਗਈ। ਇਹ ਤੋਂ ਬਿਨਾਂ ਜਿਹੜਾ ਆਪਣਾ ਸਿੰਪਲ ਸੈਂਟੈਂਸ ਹੈ ਜਿਹੜਾ ਇਹ ਕਲੀਅਰ ਹੈ। ਇਹ ਜਿਹੜਾ ਹੈਗਾ ਆਪਣੇ ਫਰਸਟ ਸੈਂਟੈਂਸ ਨੂੰ ਨਹੀਂ ਮੰਗਦਾ। ਮਤਲਬ ਜੇ ਫਰਸਟ ਸੈਂਟੈਂਸ ਆਪਣੇ ਸਟੇਟਮੈਂਟ ਦੇ ਵਿੱਚ ਨਾ ਹੋਵੇ ਫਿਰ ਵੀ ਆਪਣਾ ਮੀਨਿੰਗ ਕਲੀਅਰ ਹੋਏਗਾ। ਯੂ ਕੈਨ ਗੋ ਆਊਟ, ਤਾਂ ਇਹ ਮੇਨ ਹੋ ਗਿਆ। ਸੈਕਿੰਡ ਤੁਹਾਡੇ ਕੋਲ ਆਫਟਰ ਯੂ ਫਿਨਿਸ਼ ਯੂਅਰ ਵਰਕ, ਤਾਂ ਆਪਣਾ ਕੰਮ ਕਰਨ ਤੋਂ ਬਾਅਦ, ਹੁਣ ਆਪਣਾ ਕੰਮ ਕਰਨ ਤੋਂ ਬਾਅਦ ਤੁਸੀਂ ਕੀ ਕਰੋਗੇ, ਤਾਂ ਉਹੀ ਸੇਮ ਚੀਜ਼ ਤੁਹਾਡੀ ਕਲੀਅਰ ਨਹੀਂ ਹੈ। ਸੋ ਇਹ ਕਿਹਾ ਜਾਏਗਾ ਤੁਹਾਡਾ ਸਬਆਰਡੀਨੇਟਿੰਗ ਕਲੌਜ਼ ਹੋ ਜਾਏਗਾ। subordinating clause ਤੁਹਾਡਾ ਇਹ ਹੋ ਜਾਏਗਾ। ਤਾਂ after ਹੈ ਜਿਹੜਾ ਕਿ subordinating conjunction ਹੈ, although ਆਪਣਾ subordinating conjunction ਸੀ, if ਆਪਣਾ subordinating conjunction ਸੀ। ਤਾਂ ਤੁਹਾਡੇ ਕੋਲੇ ਲਾਸਟ ਹੈ ਜੀ 4 ਨੰਬਰ ਐਗਜ਼ਾਮਪਲ ਚੈੱਕ ਕਰੋ ਤੇ ਇੱਥੇ ਜਿਹੜਾ ਤੁਸੀਂ ਫਾਈਂਡ ਆਊਟ ਕਰਨਾ ਹੈ ਅਗੇਨ ਤੁਹਾਡਾ ਕਿਹੜਾ ਵਾਲਾ ਵਰਡ ਹੈ ਜਿਹੜਾ subordinating conjunction ਹੈ, subordinating clause ਕਿਹੜੀ ਹੈ ਤੇ ਆਪਣੇ ਕੋਲੇ ਮੇਨ clause ਹੈ ਜਿਹੜੀ ਉਹ ਕਿਹੜੀ ਹੈ। ਹਾਂਜੀ, ਤਾਂ ਫੋਰਥ ਕੁਐਸਚਨ ਇੱਕ ਵਾਰ ਤੁਸੀਂ ਸੋਲਵ ਕਰੋ ਦੇਨ ਆਪਾਂ ਫਿਰ ਆਨਸਰ ਤੁਹਾਨੂੰ ਦੱਸ ਦਿਆਂ। ਬਿਕੋਜ਼ ਆਪਾਂ ਤਿੰਨ ਕੁਐਸਚਨ ਕੀਤੇ ਆ, ਤਿੰਨ ਸੈਂਟੈਂਸ ਦੇਖਿਆ, ਤਿੰਨ ਐਗਜ਼ਾਮਪਲਸ ਦੇਖਿਆ ਜਿੱਥੇ ਤੁਹਾਨੂੰ ਤਿੰਨੋਂ ਟਾਈਪ ਦੇ ਜਿਹੜੇ ਟਾਈਪ ਦੇ ਕੁਐਸਚਨ ਆ ਜਿਹੜੇ ਦੱਸ ਦਿੱਤੇ ਗਏ ਕਿ ਇਫ ਆਪਣਾ ਜਿਵੇਂ ਹੋ ਗਿਆ, ਆਲਦੋ ਹੋ ਗਿਆ, ਆਫਟਰ ਹੋ ਗਿਆ, ਸਬਆਰਡੀਨੇਟਿੰਗ ਕੰਜੰਕਸ਼ਨ ਹੁੰਦੇ ਆ, ਉਹਨਾਂ ਦੇ ਨਾਲ ਜਿਹੜੀ ਸਟੇਟਮੈਂਟ ਹੁੰਦੀ ਆ ਉਹ ਤੁਹਾਡੀ ਸਬਆਰਡੀਨੇਟਿੰਗ ਕਲੌਜ਼ ਬਣਾਉਣੀ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੀ ਕਲੌਜ਼ ਆਪਣੇ ਕੋਲੇ ਮੇਨ ਕਲੌਜ਼ ਹੁੰਦੀ ਹੈ ਜਾਂ ਪ੍ਰਿੰਸੀਪਲ ਕਲੌਜ਼ ਹੁੰਦੀ ਹੈ ਜਾਂ ਇੰਡੀਪੈਂਡੈਂਟ ਕਲੌਜ਼ ਹੁੰਦੀ ਹੈ ਜਿਹਦਾ ਆਪਣਾ ਮੀਨਿੰਗ ਹੈ ਜਿਹੜਾ ਆਪਣੇ ਆਪ ਕਲੀਅਰ ਹੁੰਦਾ ਹੈ, ਉਹਨੂੰ ਕਿਸੇ ਹੋਰ ਕਲੌਜ਼ ਦੀ ਲੋੜ ਨਹੀਂ ਹੁੰਦੀ, ਤਾਂ ਉਹ ਜਿਹੜੀ ਹੈਗੀ ਤੁਹਾਡੇ ਕੋਲੇ ਬਾਅਦ ਦੇ ਵਿੱਚ ਯੂਜ਼ ਕੀਤੀ ਜਾ ਸਕਦੀ ਹੈ। ਤਾਂ ਇਹ ਤੁਹਾਨੂੰ ਕਲੀਅਰ ਕਰ ਦਿੱਤਾ ਗਿਆ। ਤਿੰਨ ਐਗਜ਼ਾਮਪਲਸ ਆਪਾਂ ਕਰ ਚੁੱਕੇ ਹਾਂ। ਫੋਰਥ ਐਗਜ਼ਾਮਪਲ ਦੇ ਵਿੱਚ ਤੁਸੀਂ ਅਗੇਨ ਫਾਈਂਡ ਆਊਟ ਕਰਨਾ ਹੈ ਕਿਹੜਾ ਵਰਡ ਤੁਹਾਡਾ ਕੰਜੰਕਸ਼ਨ ਹੈ, ਸਬਆਰਡੀਨੇਟਿੰਗ ਕੰਜੰਕਸ਼ਨ ਹੈ, ਕਿਹੜੀ ਕਲੌਜ਼ ਤੁਹਾਡੀ ਸਬਆਰਡੀਨੇਟਿੰਗ ਕਲੌਜ਼ ਹੈ ਤੇ ਕਿਹੜੀ ਕਲੌਜ਼ ਤੁਹਾਡੀ ਮੇਨ ਕਲੌਜ਼। ਹਾਂਜੀ, ਹੋ ਗਿਆ ਹੋਏਗਾ ਕੁਐਸਚਨ। ਦੇਖਦੇ ਹਾਂ ਜੀ ਆਂਸਰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਬਆਰਡੀਨੇਟਿੰਗ ਕੰਜੰਕਸ਼ਨ ਫਾਈਂਡ ਆਊਟ ਕਰਨ ਲਈ ਕਿਹਾ ਗਿਆ ਸੀ, ਤਾਂ ਇੱਥੇ ਤੁਹਾਡੇ ਕੋਲ ਸਬਆਰਡੀਨੇਟਿੰਗ ਕੰਜੰਕਸ਼ਨ ਦਾ ਕੰਮ ਕੌਣ ਕਰ ਰਿਹਾ, ਬੰਸ। ਬੰਸ ਤੁਹਾਡਾ ਸਬਆਰਡੀਨੇਟਿੰਗ ਕੰਜੰਕਸ਼ਨ ਹੈ। ਸੈਕੰਡ ਤੁਹਾਨੂੰ ਦੱਸਿਆ ਗਿਆ ਸੀ ਕਿ ਸਬਆਰਡੀਨੇਟਿੰਗ ਕਲੌਜ਼ ਕਿਹੜੀ ਹੈ, ਤਾਂ ਤੁਹਾਨੂੰ ਦੱਸਿਆ ਕਿ ਸਬਆਰਡੀਨੇਟਿੰਗ ਕੰਜੰਕਸ਼ਨ ਤੋਂ ਬਾਅਦ ਜਿਹੜੀ ਕਲੌਜ਼ ਯੂਜ਼ ਕੀਤੀ ਜਾਂਦੀ ਹੈ ਉਹ ਤੁਹਾਡੀ ਸਬਆਰਡੀਨੇਟਿੰਗ ਕਲੌਜ਼ ਹੁੰਦੀ ਹੈ। ਸੋ ਵਨਸ ਆਈ ਸਟਾਰਟਡ ਫੀਲਿੰਗ ਬੈਟਰ, ਇੱਕ ਵਾਰ ਜਦੋਂ ਮੈਂ ਵਧੀਆ ਫੀਲ ਕਰਨਾ ਸਟਾਰਟ ਕਰਤਾ, ਫਿਰ ਇਸ ਤੋਂ ਬਾਅਦ ਕੀ ਹੋਗਾ, ਇਹ ਵਾਲੀ ਚੀਜ਼ ਆਪਾਂ ਨੂੰ ਕਲੀਅਰ ਨਹੀਂ। ਇਟ ਮੀਨਸ ਇਹ ਬਣ ਗਿਆ ਆਪਣਾ ਪੂਰੇ ਤੋਂ ਪੂਰਾ ਸਬਆਰਡੀਨੇਟਿੰਗ ਕਲੌਜ਼ ਬਣ ਗਈ, ਜਾਂ ਇੰਡੀਪੈਂਡੈਂਟ ਕਲੌਜ਼ ਤੁਸੀਂ ਕਹਿ ਡਿਪੈਂਡੈਂਟ ਕਲੌਜ਼, ਸੌਰੀ ਡਿਪੈਂਡੈਂਟ ਕਲੌਜ਼ ਤੁਸੀਂ ਕਹਿ ਸਕਦੇ ਹੋ, ਸਬਆਰਡੀਨੇਟਿੰਗ ਕਲੌਜ਼ ਤੁਸੀਂ ਇਹਨੂੰ ਕਹਿ ਸਕਦੇ ਹੋ, ਜਾਂ ਅਧੀਨ ਉਪਭਾਗ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਵਰਡ ਯੂਜ਼ ਕਰਦੇ ਹਾਂ। ਅੱਗੇ ਤੁਹਾਡੇ ਕੋਲੇ ਫਸਟ ਫਰੇਜ਼ ਦੈਟ ਇਜ਼ I went to go, I went to go, तो मैं काम ਕਰਨ ਲਈ ਜਾਵਾਂਗਾ, ਤਾਂ ਉਹ ਵਾਲੀ ਸੇਮ ਚੀਜ਼, ਮੈਂ ਕੰਮ ਕਰਨ ਲਈ ਗਿਆ ਜਾਵਾਂਗਾ, ਉਹ ਵਾਲੀ ਚੀਜ਼ ਇਹ ਤੁਹਾਡੇ ਕੋਲ ਕੀ ਆ ਗਈ, ਮੇਨ ਕਲੌਜ਼ ਆ। ਤਾਂ ਇਹ ਹੈ ਜੀ ਮੇਨ ਕਲੌਜ਼। ਮਤਲਬ ਇਹਦਾ ਮੀਨਿੰਗ ਤੁਹਾਡੇ ਕੋਲੇ ਕਲੀਅਰ ਹੈ। ਜੇ ਤੁਹਾਡੇ ਕੋਲੇ ਸੈਕੰਡ ਸਟੇਟਮੈਂਟ ਸੈਂਟੈਂਸ ਦੇ ਵਿੱਚ ਨਾ ਵੀ ਹੋਵੇ ਤਾਂ ਵੀ ਤੁਹਾਡਾ ਜਿਹੜਾ ਫਰਸਟ ਸਟੇਟਮੈਂਟ ਕਲੀਅਰ ਹੋਏਗਾ। ਮੇਨ ਕਲੌਜ਼ ਦਾ ਜਿਹੜਾ ਇੰਡੀਪੈਂਡੈਂਟ ਹੁੰਦਾ, ਮੇਨ ਕਲੌਜ਼ ਹੁੰਦਾ, ਪ੍ਰਿੰਸੀਪਲ ਕਲੌਜ਼ ਹੁੰਦਾ, ਉਹਦਾ ਮੀਨਿੰਗ ਆਪਣੇ ਕੋਲੇ ਸਹੀ ਕਲੀਅਰ ਹੁੰਦਾ ਹੈ। ਉਹਨੂੰ ਦੂਸਰੇ ਸੈਂਟੈਂਸ ਦੀ, ਵਰਡ ਦੀ, ਫੇਜ਼ ਦੀ ਲੋੜ ਨਹੀਂ ਹੁੰਦੀ। ਬਟ ਜਿਹੜਾ ਸਬਆਰਡੀਨੇਟਿੰਗ ਕੰਜੰਕਸ਼ਨ ਹੁੰਦਾ ਹੈ, ਸਬਆਰਡੀਨੇਟਿੰਗ ਕੰਜੰਕਸ਼ਨ ਆਪਣੇ ਨਾਲ ਜਿਹੜਾ ਸਬਆਰਡੀਨੇਟਿੰਗ ਕਲੌਜ਼ ਲੈ ਕੇ ਚੱਲਦਾ ਹੈ। ਜੇ ਤੁਹਾਡਾ ਸੈਂਟੈਂਸ ਦੇ ਵਿੱਚ ਸਬਆਰਡੀਨੇਟਿੰਗ ਕੰਜੰਕਸ਼ਨ ਆ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਸਬਆਰਡੀਨੇਟਿੰਗ ਕਲੌਜ਼ ਹੋਏਗੀ ਉਹਦਾ ਮੀਨਿੰਗ ਬਿਨਾਂ ਮੇਨ ਕਲੌਜ਼ ਦੇ ਤੁਸੀਂ ਕਲੀਅਰ ਨਹੀਂ ਸਮਝ ਪਾਓਗੇ। ਸੋ ਤੁਹਾਨੂੰ ਉਹਦੇ ਵਾਸਤੇ ਮੇਨ ਕਲੌਜ਼ ਦੀ ਲੋੜ ਪੈਂਦੀ ਹੈ। ਤਾਂ ਇਸ ਜੇ ਤੁਹਾਡਾ ਸਬਆਰਡੀਨੇਟਿੰਗ ਕੰਜੰਕਸ਼ਨ ਦਾ ਮੇਨ ਡੈਫੀਨੇਸ਼ਨ ਕੀ ਹੈ, ਕਿਵੇਂ ਤੁਸੀਂ ਇਹਦਾ ਯੂਜ਼ ਕਰੋਗੇ। ਅੱਗੇ ਆਪਾਂ ਦੇਖਣ ਜਾ ਰਹੇ ਹਾਂ ਜੀ ਆਪਣਾ ਕੋਰਿਲੇਟਿਵ ਕੰਜੰਕਸ਼ਨ ਕੀ ਹੁੰਦੇ ਆ, ਉਹਦੇ ਕਿਹੜੇ-ਕਿਹੜੇ ਵਰਡ ਆ ਜਿਹੜੇ ਕੋਰਿਲੇਟਿਵ ਕੰਜੰਕਸ਼ਨ ਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਕਲਾਸ ਦੇ ਵਿੱਚ ਆਪਣਾ ਸਟਾਰਟ ਕਰਨ ਤੋਂ ਪਹਿਲਾਂ ਕੋਰਿਲੇਟਿਵ ਕੰਜੰਕਸ਼ਨ ਨੂੰ ਦੇਖੀਏ। ਇੱਕ ਵਾਰ ਛੋਟੀ ਜਿਹੀ ਡੈਫੀਨੇਸ਼ਨ ਤੁਹਾਨੂੰ ਦੱਸ ਦਿੱਤੀ ਜਾਵੇ, ਕੋਰਿਲੇਟਿਵ ਕੰਜੰਕਸ਼ਨ ਜਿਹੜੇ ਆਪਣੇ ਕੋਲੇ ਕਿੱਥੇ ਤੁਸੀਂ ਯੂਜ਼ ਕਰੋਗੇ। ਸੋ ਕੋ ਰਿਲੇਟਿਵ ਕੰਜੰਕਸ਼ਨ, ਕੋਰਿਲੇਟਿਵ ਦਾ ਮਤਲਬ ਹੁੰਦਾ ਇੱਕ ਦੂਜੇ ਦੇ ਨਾਲ ਜੁੜੇ ਹੋਏ, ਤਾਂ ਇਹ ਪੇਅਰ ਦੇ ਵਿੱਚ ਮਿਲਣਗੇ। ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਨੋਟ ਕਰੋਗੇ ਕਿ ਕੋਰਿਲੇਟਿਵ ਕੰਜੰਕਸ਼ਨਸ ਨੇ ਜਿਹੜੇ, ਤੁਹਾਨੂੰ ਇਹਨਾਂ ਨੂੰ ਕੋਰਿਲੇਟਿਵ ਕਹਿ ਦਿੱਤਾ ਜਾਂਦਾ, CORRELATIV, ਇਸ ਤਰੀਕੇ ਨਾਲ ਵੀ ਲਿਖ ਦਿੱਤਾ ਜਾਂਦਾ ਤੇ ਕੋਰਿਲੇਟਿਵ ਵੀ ਲਿਖ ਸਕਦੇ ਹੋ ਜਿਵੇਂ ਤੁਸੀਂ ਪਹਿਲਾਂ ਲਿਖਿਆ। ਸੋ ਇਹ ਪੇਅਰ ਦੇ ਵਿੱਚ ਮਿਲਣਗੇ। ਸਭ ਤੋਂ ਪਹਿਲੀ ਚੀਜ਼ ਹੈ ਤੁਹਾਡੀ। ਸੈਕਿੰਡ ਚੀਜ਼ ਤੁਹਾਡੇ ਕੋਲੇ ਆ ਜਾਂਦੀ ਹੈ, ਇਹਨਾਂ ਨੂੰ ਜਦੋਂ ਵੀ ਤੁਸੀਂ ਦੇਖੋਗੇ ਸੈਂਟੈਂਸ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਫਿਕਸ ਹੋਏਗੀ। ਤਾਂ ਇਹਨਾਂ ਦੇ ਵਿੱਚ ਵੀ ਕੀ ਆ ਜਾਂਦਾ ਤੁਹਾਡੇ ਕੋਲੇ, ਜੇ ਸਟੇਟਮੈਂਟ ਦੇ ਵਿੱਚ ਸਟੇਟਮੈਂਟ ਪੜ੍ਹੋਗੇ, ਜੇ ਤੁਹਾਨੂੰ ਕੋਰਿਲੇਟਿਵ ਕੰਜੰਕਸ਼ਨ ਦਿੱਤੇ ਹੋਇਆ ਤਾਂ ਹੋ ਸਕਦਾ ਉੱਥੇ ਇਨਵਰਜਨ ਅਪਲਾਈ ਹੋ ਰਹੀ ਹੋਵੇ, ਤੁਹਾਡੇ ਕੋਲ ਇਨਵਰਜਨ ਵੀ ਹੋ ਸਕਦੀ ਹੈ। ਸੈਕੰਡ ਚੀਜ਼ ਤੁਹਾਡੇ ਕੋਲ ਮਿਸਪਲੇਸਡ ਕੰਜੰਕਸ਼ਨ ਦਾ ਕੰਮ ਵੀ ਹੈ ਜਿਹੜਾ ਇਹ ਕਰ ਸਕਦਾ। ਮਿਸਪਲੇਸਡ ਕੰਜੰਕਸ਼ਨ ਦਾ ਕੁਐਸਚਨ ਵੀ ਹੈ ਜਿਹੜਾ ਤੁਹਾਡਾ ਇੱਥੇ ਬਣ ਸਕਦਾ ਹੈ। ਤਾਂ ਦੋ ਟਾਈਪ ਦੇ ਕੁਐਸਚਨ ਨੇ ਜਿਹੜੇ ਕੋਰਿਲੇਟਿਵ ਕੰਜੰਕਸ਼ਨ ਦੇ ਵਿੱਚ ਬਣਦੇ ਆ। ਫਰਸਟ ਤੁਹਾਡੇ ਕੋਲ ਇਨਵਰਜਨ ਵਾਲੇ ਬਣ ਜਾਂਦੇ ਆ, ਜਿਵੇਂ ਤੁਹਾਡੇ ਕੋਲ ਕੋਈ ਵੀ ਕੋਰਿਲੇਟਿਵ ਕੰਜੰਕਸ਼ਨ ਤੇ ਪਹਿਲਾਂ ਯੂਜ਼ ਕਰ ਲਿਆ, ਜਿਵੇਂ ਅਬੋਵ ਦੇ ਵਿੱਚ ਤੁਸੀਂ ਡਿਸਕਸ ਕੀਤਾ, ਤਾਂ ਉੱਥੇ ਤੁਹਾਡੇ ਕੋਲ ਇਨਵਰਜਨ ਹੋ ਜਾਂਦੀ ਹੈ। ਅੱਗੇ ਤੁਸੀਂ ਚੈੱਕ ਕਰਨਾ ਹੁੰਦਾ ਵੀ ਪੇਅਰ ਦੇ ਵਿੱਚ ਹੋਣਗੇ, ਜਿਵੇਂ ਤੁਹਾਡੇ ਕੋਲ ਨਾਟ ਓਨਲੀ ਹੈ, ਨਾਟ ਓਨਲੀ ਹੈ, ਤਾਂ ਦੂਸਰਾ ਜੇ ਇਹਦੇ ਨਾਲ ਪੇਅਰ ਚੈੱਕ ਕਰੋਗੇ ਤਾਂ ਪੇਅਰ ਦੇ ਵਿੱਚ ਇਹਦੇ ਨਾਲ ਕਿਹੜਾ ਵਰਡ ਯੂਜ਼ ਕੀਤਾ ਜਾਏਗਾ, ਬਟ ਆਲਸੋ। ਬਟ ਆਲਸੋ, ਨਾਟ ਓਨਲੀ ਦੇ ਨਾਲ ਹਮੇਸ਼ਾ ਜਿਹੜਾ ਤੁਹਾਡੇ ਕੋਲ ਪੇਅਰ ਬਣਾਉਂਦਾ ਹੈਗਾ ਉਹ ਬਟ ਆਲਸੋ ਬਣਾਉਂਦਾ, ਤਾਂ ਹੋਰ ਕੋਈ ਵਰਡ ਤੁਸੀਂ ਇਹਦੀ ਥਾਂ ਤੇ ਯੂਜ਼ ਨਹੀਂ ਕਰ ਸਕਦੇ। ਸੋ ਇਹ ਪੇਅਰ ਦੇ ਵਿੱਚ ਯੂਜ਼ ਹੋਣਗੇ। ਇਨਵਰਜਨ ਦੇ ਨਾਲ ਰਿਲੇਟਡ ਕੁਐਸਚਨ ਪੁੱਛੇ ਜਾ ਸਕਦੇ, ਜਾਂ ਫਿਰ ਮਿਸਪਲੇਸਡ ਕੰਜੰਕਸ਼ਨ ਦੇ ਟਾਈਪ ਦੇ ਜਿਹੜੇ ਕੁਐਸਚਨ ਆ ਤੁਹਾਡੇ ਕੋਰਿਲੇਟਿਵ ਕੰਜੰਕਸ਼ਨ ਦੇ ਉੱਤੇ ਬਣ ਜਾਂਦੇ ਆ। ਹੁਣ ਚੈੱਕ ਕਰਦੇ ਹਾਂ ਜੀ ਆਪਾਂ ਇਹਨੂੰ 1 ਬਾਈ 1 ਡਿਸਕਸ ਕਰਾਂਗੇ। ਦੇਖੋ, ਕੋਰਿਲੇਟਿਵ ਕੰਜੰਕਸ਼ਨਸ,
ਤਾਂ ਆਪਣੇ ਕੋਲੇ ਜਿਵੇਂ ਡੈਫੀਨੇਸ਼ਨ ਇੱਥੇ ਵੀ ਤੁਹਾਨੂੰ ਲਿਖੀ ਹੋਈ ਹੈ ਕਿ ਕੋਰਿਲੇਟਿਵ ਕੰਜੰਕਸ਼ਨ ਤੁਹਾਨੂੰ ਹਮੇਸ਼ਾ ਕੀ ਮਿਲਣਗੇ ਆਲਵੇਜ਼ ਕਮ ਇਨ ਪੇਅਰਸ ਪੇਅਰਸ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਪੇਅਰ ਦੇ ਵਿੱਚ ਹੀ ਆਉਂਦੇ ਜਿਵੇਂ ਆਪਣੇ ਕੋਲੇ ਐਜ਼ ਦਾ ਪੇਅਰ ਹੁੰਦਾ ਹੈ ਸੋ ਐਜ਼ ਦਾ ਪੇਅਰ ਹੁੰਦਾ ਹੈ ਦੋ ਆਲਦੋ ਦੇ ਨਾਲ ਤੁਹਾਡੇ ਕੋਲੇ ਪੇਅਰ ਬਣਦਾ ਜੈਟ ਦਾ ਜਾਂ ਫਿਰ ਤੁਸੀਂ ਸਿੰਪਲ ਕੌਮਾ ਦਾ ਯੂਜ਼ ਕਰ ਸਕਦੇ ਹੋ ਇਹ ਸਿੰਪਲ ਆ ਜਾਂਦਾ ਹੈ ਬੇਸਿਕਲੀ ਦੇਖਿਆ ਜਾਵੇ ਤੁਹਾਡੇ ਕੋਲ ਕੰਜੰਕਸ਼ਨ ਦਾ ਕੰਜੰਕਸ਼ਨ ਤੁਸੀਂ ਜੈਟ ਦਾ ਯੂਜ਼ ਕਰਦੇ ਹੋ ਸਿੰਪਲ ਦੀ ਗੱਲ ਕੀਤੀ ਜਾਵੇ ਤਾਂ ਕੌਮਾ ਵੀ ਯੂਜ਼ ਕਰ ਸਕਦੇ ਹੋ ਸੈਕਿੰਡ ਹੈ ਜੇ ਆਪਣੇ ਕੋਲੇ ਈਦਰ ਦੇ ਨਾਲ ਤੁਸੀਂ ਔਰ ਦਾ ਯੂਜ਼ ਕਰਨਾ ਹੁੰਦਾ ਪੇਅਰ ਦੇ ਵਿੱਚ ਨੀਦਰ ਦੇ ਨਾਲ ਨੋਰ ਯੂਜ਼ ਕੀਤਾ ਜਾਂਦਾ ਹੈ ਸੱਚ ਦੇ ਨਾਲ ਦੈਟ ਸੱਚ ਦੇ ਨਾਲ ਐਜ਼ ਦਾ ਵੀ ਯੂਜ਼ ਕੀਤਾ ਜਾਂਦਾ ਹੈ ਤੁਹਾਨੂੰ ਦਿਖਾਵਾਂਗੇ ਕਿੱਥੇ ਸੱਚ ਦੈਟ ਹੁੰਦਾ ਕਿੱਥੇ ਸੱਚ ਐਜ਼ ਹੁੰਦਾ ਹੈ ਦੈਨ ਆਪਣੇ ਕੋਲ ਆ ਗਿਆ ਜੀ ਬੋਥ ਦੇ ਨਾਲ ਹਮੇਸ਼ਾ ਵਰਡ ਯੂਜ਼ ਕੀਤਾ ਜਾਏਗਾ ਪੇਅਰ ਦੇ ਵਿੱਚ ਐਂਡ ਬੋਥ ਦੇ ਨਾਲ ਐਂਡ ਆ ਜਾਂਦਾ ਹੈ ਨਾਟ ਓਨਲੀ ਆਪਾਂ ਪਿੱਛੇ ਡਿਸਕਸ ਕੀਤਾ ਹੀ ਹੈ ਇਹਦੇ ਨਾਲ ਪੇਅਰ ਬਣਦਾ ਜੀ ਬਟ ਆਲਸੋ ਦੇ ਨਾਲ ਵੈਦਰ ਦੇ ਨਾਲ ਤੁਹਾਡੇ ਕੋਲ ਔਰ ਵਰਡ ਆ ਜਾਂਦਾ ਹੈ ਇੱਕ ਤੁਹਾਡੇ ਕੋਲ ਇਫ ਵਰਡ ਹੁੰਦਾ ਹੈ ਇੱਕ ਤੁਹਾਡੇ ਕੋਲ ਵੈਦਰ ਵਰਡ ਹੁੰਦਾ ਹੈ ਇਹਨਾਂ ਦੋਨਾਂ ਦੇ ਵਿੱਚ ਕਿਸੇ ਨੇ ਕਨਫਿਊਜ਼ ਨਹੀਂ ਹੋਣਾ ਇਫ ਤੁਹਾਡੇ ਕੋਲ ਸਿੰਪਲ ਕੰਡੀਸ਼ਨ ਦੇ ਲਈ ਯੂਜ਼ ਕੀਤਾ ਜਾਣ ਵਾਲਾ ਵੈਦਰ ਦਾ ਯੂਜ਼ ਆਪਾਂ ਉਦੋਂ ਕਰ ਲੈਂਦੇ ਹਾਂ ਜਦੋਂ ਤੁਹਾਡੇ ਕੋਲੇ ਕਹਿ ਲਓ ਕੋਈ ਚੀਜ਼ ਚੋਇਸ ਦੇ ਵਿੱਚ ਦਿੱਤੀ ਹੁੰਦੀ ਹੈ ਔਰ ਵਰਡ ਹੈ ਜਿਹੜਾ ਉਹਦੇ ਨਾਲ ਯੂਜ਼ ਕੀਤਾ ਹੁੰਦਾ ਹੈ ਸੋ ਵੈਦਰ ਦੇ ਨਾਲ ਔਰ ਆ ਜਾਂਦਾ ਹੈ ਇਫ ਦੇ ਨਾਲ ਔਰ ਦਾ ਯੂਜ਼ ਨਹੀਂ ਕੀਤਾ ਜਾਂਦਾ ਇਹ ਚੀਜ਼ ਨੋਟ ਕਰਿਓ ਸੈਕਿੰਡ ਹੈ ਜੀ ਆਪਣੇ ਕੋਲੇ ਨੋ ਸੂਨਰ ਦੇ ਨਾਲ ਪੇਅਰ ਦੈਨ ਦਾ ਬਣਦਾ ਹੈ ਮੋਸਟ ਇੰਪੋਰਟੈਂਟ ਹੈ ਨੋ ਸੂਨਰ ਵਾਲੇ ਬਹੁਤ ਸਾਰੇ ਕੁਐਸਚਨ ਹੈ ਜਿਹੜੇ ਤੁਹਾਨੂੰ ਸੈਂਟੈਂਸ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਆ ਨੋ ਸੂਨਰ ਦੈਨ ਹਾਰਡਲੀ ਵੈਨ ਜਿਨ੍ਹਾਂ ਦੇ ਉੱਤੇ ਸਟਾਰ ਮਾਰਕ ਕਰਤਾ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਧਿਆਨ ਦੇ ਵਿੱਚ ਰੱਖਣਾ ਯਾਦ ਕਰਨਾ ਬਿਕਾਜ਼ ਇੰਪੋਰਟੈਂਟ ਤੁਹਾਡੇ ਕੋਲੇ ਪੇਅਰ ਬਣ ਜਾਂਦੇ ਹਾਰਡਲੀ ਦੇ ਨਾਲ ਬੈਨ ਦਾ ਯੂਜ਼ ਕੀਤਾ ਜਾਂਦਾ ਡਿਫਰੈਂਸ ਦਿੱਤਾ ਹੁੰਦਾ ਹੈ ਜਾਂ ਸਿੰਪਲ ਲੈ ਲਓ ਕੁਐਸਚਨ ਜਿਹੜਾ ਤੁਹਾਨੂੰ ਦਿੱਤਾ ਹੁੰਦਾ ਹਾਰਡਲੀ ਦੇ ਨਾਲ ਦੈਨ ਵਰਡਸ ਇਹਦਾ ਕਰਕੇ ਤੁਹਾਡੇ ਕੋਲੇ ਕੰਜੰਕਸ਼ਨ ਯੂਜ਼ ਕੀਤਾ ਹੁੰਦਾ ਜੋ ਕਿ ਰਾਈਟ ਹੈ ਨੈਕਸਟ ਜੀ ਆਪਣੇ ਕੋਲੇ ਸਕੇਸਲੀ ਦੇ ਨਾਲ ਵੀ ਤੁਹਾਡੇ ਕੋਲੇ ਬੈਨ ਦਾ ਯੂਜ਼ ਕੀਤਾ ਜਾਂਦਾ ਹੈ ਹਾਰਡਲੀ ਸਕੇਸਲੀ ਬੇਅਰਲੀ ਹੋ ਗਿਆ ਤੁਹਾਡੇ ਕੋਲੇ ਬੈਨ ਯੂਜ਼ ਕੀਤਾ ਜਾਏਗਾ ਨੋ ਸੂਨਰ ਦੇ ਨਾਲ ਦੈਨ ਯੂਜ਼ ਹੋਏਗਾ ਨੈਕਸਟ ਸਲਾਈਡ ਹੈ ਜੀ ਆਪਣੇ ਕੋਲੇ ਅਗੇਨ ਆਪਾਂ ਕੋਰਿਲੇਟਿਵ ਕੰਜੰਕਸ਼ਨ ਡਿਸਕਸ ਕਰ ਰਹੇ ਹਾਂ ਇੱਥੇ ਤੁਹਾਡੇ ਕੋਲੇ ਐਸ ਵਰਡ ਆ ਗਿਆ ਐਸ ਦੇ ਨਾਲ ਤੁਹਾਡੇ ਕੋਲ ਜਿਹੜਾ ਪੇਅਰ ਕੰਜੰਕਸ਼ਨ ਹੈ ਉਹ ਬਟ ਦਾ ਬਣ ਜਾਂਦਾ ਹੈ ਤੇ ਬਟ ਆ ਗਿਆ ਤੁਹਾਡੇ ਕੋਲੇ ਅਗੇਨ ਦਾ ਸੇਮ ਦੇ ਨਾਲ ਤੁਹਾਡੇ ਕੋਲੇ ਐਸ ਦਾ ਵੀ ਯੂਜ਼ ਕੀਤਾ ਜਾਂਦਾ ਹੈ ਦਾ ਸੇਮ ਦੇ ਨਾਲ ਦੈਟ ਦਾ ਵੀ ਯੂਜ਼ ਕੀਤਾ ਜਾਂਦਾ ਹੈ ਕੁਐਸਚਨ ਤੁਹਾਨੂੰ ਕਰਾਵਾਂਗੇ ਕਿੱਥੇ ਦਾ ਸੇਮ ਐਸ ਹੋਏਗਾ ਕਿੱਥੇ ਤੁਹਾਡੇ ਦਾ ਸੇਮ ਦੈਟ ਹੋਏਗਾ ਤਾਂ ਇਹ ਤੁਹਾਨੂੰ ਡਿਫਰੈਂਸ ਜਿਹੜਾ ਤੁਹਾਨੂੰ ਦਿਖਾਵਾਂਗੇ ਜਦੋਂ ਆਪਾਂ ਕੁਐਸਚਨ ਡਿਸਕਸ ਕੀਤੇ ਅੱਗੇ ਤੁਹਾਡੇ ਕੋਲੇ ਵਰਡ ਅਦਰ ਦੇ ਨਾਲ ਤੁਹਾਡੇ ਕੋਲੇ ਜਿਹੜਾ ਕੰਜੰਕਸ਼ਨ ਯੂਜ਼ ਕੀਤਾ ਜਾਂਦਾ ਉਹ ਹੈ ਜੀ ਦੈਨ ਪੇਅਰ ਬਣਾਉਣਾ ਹੈ ਅੱਗੇ ਤੁਹਾਡੇ ਕੋਲੇ ਫਰੋਮ ਦੇ ਨਾਲ ਤੁਹਾਡੇ ਕੋਲੇ ਕੰਜੰਕਸ਼ਨ ਪੇਅਰ ਦੇ ਵਿੱਚ ਯੂਜ਼ ਕੀਤਾ ਜਾਂਦਾ ਉਹ ਹੈ ਜੀ ਟੂ ਅੱਗੇ ਤੁਹਾਡੇ ਕੋਲੇ ਬੇਅਰਲੀ ਦੇ ਨਾਲ ਬੈਨ ਆ ਜਾਂਦਾ ਬੇਅਰਲੀ ਹਾਰਡਲੀ ਸਕੇਸਲੀ ਆਪਣਾ ਹੋ ਗਿਆ ਇਹਨਾਂ ਦੇ ਨਾਲ ਤੁਸੀਂ ਬੈਨ ਦਾ ਯੂਜ਼ ਕਰੋਗੇ ਨੋ ਸੂਨਰ ਦੇ ਨਾਲ ਦੈਨ ਦਾ ਯੂਜ਼ ਕਰੋਗੇ ਅੱਗੇ ਤੁਹਾਡੇ ਕੋਲੇ ਸੋ ਦੇ ਨਾਲ ਤੁਹਾਨੂੰ ਜਿਵੇਂ ਪਿੱਛੇ ਹੀ ਦੱਸ ਕੇ ਆਏ ਆ ਐਜ਼ ਦਾ ਵੀ ਯੂਜ਼ ਕੀਤਾ ਜਾ ਸਕਦਾ ਸੋ ਦੇ ਨਾਲ ਦੈਟ ਦਾ ਵੀ ਯੂਜ਼ ਕੀਤਾ ਜਾ ਸਕਦਾ ਇਹ ਵੀ ਤੁਹਾਨੂੰ ਡਿਫਰੈਂਸ ਦੱਸਾਂਗੇ ਕਿੱਥੇ ਸੋ ਐਜ਼ ਹੋਏਗਾ ਕਿੱਥੇ ਸੋ ਦੈਟ ਦਾ ਯੂਜ਼ ਹੋਏਗਾ ਅੱਗੇ ਹੈਗਾ ਸੱਚ ਦੇ ਨਾਲ ਤੁਸੀਂ ਐਜ਼ ਦਾ ਵੀ ਯੂਜ਼ ਕਰਦੇ ਹੋ ਦੈਟ ਦਾ ਵੀ ਯੂਜ਼ ਕਰਦੇ ਹੋ ਸੱਚ ਐਜ਼ ਦਾ ਯੂਜ਼ ਕਿੱਥੇ ਹੋਏਗਾ ਸੱਚ ਦੈਟ ਦਾ ਯੂਜ਼ ਕਿੱਥੇ ਹੋਏਗਾ ਕੁਐਸਚਨ ਦੇ ਵਿੱਚ ਡਿਸਕਸ ਕਰਾਂਗੇ ਅੱਗੇ ਤੁਹਾਡੇ ਕੋਲੇ ਅਦਰ ਦੈਨ ਜਿਵੇਂ ਆਪਾਂ ਪਿੱਛੇ ਪੇਅਰ ਕਰ ਹੀ ਚੁੱਕੇ ਹਾਂ ਦੁਬਾਰਾ ਲਿਖਿਆ ਹੋਇਆ ਤਾਂ ਅੱਗੇ ਤੁਹਾਡੇ ਕੋਲ ਲਾਸਟ ਪੇਅਰ ਦੈਟ ਇਜ਼ ਬਿਟਵੀਨ ਦੇ ਨਾਲ ਤੁਹਾਡੇ ਕੋਲ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਪੇਅਰ ਦੇ ਵਿੱਚ ਉਹ ਹੁੰਦਾ ਜੀ ਐਂਡ ਇੱਕ ਵਾਰ ਕੁਇਕ ਰਿਵੀਜ਼ਨ ਲੈ ਲਓ ਜੀ ਇਹਨਾਂ ਵਰਡਸ ਦੀ ਇਸ ਤੋਂ ਬਾਅਦ ਜਿਹੜਾ ਆਪਾਂ ਇਹਨਾਂ ਨਾਲ ਰਿਲੇਟਡ ਕੁਐਸਚਨ ਦੇਖਾਂਗੇ ਕੋਰਿਲੇਟਿਵ ਕੰਜੰਕਸ਼ਨ ਮੋਸਟ ਇੰਪੋਰਟੈਂਟ ਟੌਪਿਕ ਹੈ ਇਹਨੂੰ ਧਿਆਨ ਦੇ ਵਿੱਚ ਰੱਖਣਾ ਹੈ ਬਿਕਾਜ਼ ਜ਼ਿਆਦਾਤਰ ਜਿਹੜੇ ਕਹੀ ਗੱਲ ਗਈ ਅਗਰ ਆਪਣਾ ਕੰਜੰਕਸ਼ਨ ਦੇ ਵਿੱਚ ਤੁਹਾਡੇ ਕੋਲੇ ਮੈਕਸਿਮਮ ਕੁਐਸਚਨ 90 to 95% ਕੁਐਸਚਨ ਹੈ ਜਿਹੜੇ ਕੋਰਿਲੇਟਿਵ ਕੰਜੰਕਸ਼ਨ ਦੇ ਉੱਤੇ ਹੀ ਪੁੱਛੇ ਜਾਂਦੇ ਆ ਬਾਕੀ 4 to 5% ਜਿਹੜਾ ਰਹਿ ਜਾਂਦਾ ਆਪਣੇ ਕੋਲੇ ਉਹ ਦੂਸਰੇ ਪਾਰਟ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਸੋ ਇਹਨੂੰ ਹੈ ਜਿਹੜਾ ਤੁਸੀਂ ਧਿਆਨ ਦੇ ਨਾਲ ਕਰਨਾ ਸੋ ਕੋਰਿਲੇਟਿਵ ਕੰਜੰਕਸ਼ਨ ਹਮੇਸ਼ਾ ਪੇਅਰ ਦੇ ਵਿੱਚ ਮਿਲਣਗੇ ਜਿਵੇਂ ਤੁਹਾਡੇ ਕੋਲੇ ਪੇਅਰ ਦਿਖੇ ਹੋਏ ਆ ਐਜ਼ ਸੋ ਐਜ਼ ਦੋ ਆਲਦੋ ਦਾ ਜੈਟ ਈਦਰ ਔਰ ਨੀਦਰ ਨੋਰ ਸੱਚ ਦੈਟ ਸੱਚ ਐਜ਼ both and not only but also whether or no sooner than hardly when scarcely when just as but the same as the same that other than from to barely when so that such as between and ਹਾਂਜੀ ਤਾਂ ਹੁਣ ਆਪਾਂ ਦੇਖਾਂਗੇ ਕੁਐਸਚਨ ਇਸ ਤੁਹਾਡੇ ਪੇਅਰ ਨੂੰ ਧਿਆਨ ਨਾਲ ਕਰਨਾ ਹੁਣ ਇਹਦੇ ਨਾਲ ਰਿਲੇਟਡ ਹੀ ਤੁਹਾਡੇ ਕੋਲ ਕੁਐਸਚਨ ਹੋਣਗੇ ਕੁਐਸਚਨ ਜਿਹੜੇ 1 ਬਾਈ 1 ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਚਾਂਸ ਦਿੱਤਾ ਜਾਏਗਾ ਤੁਸੀਂ ਕੁਐਸਚਨ ਚੈੱਕ ਕਰਨਾ ਹੈ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਫਾਈਂਡ ਆਊਟ ਕਰਨੀ ਹੈ ਉਸ ਪਾਰਟ ਨੂੰ ਜਿਹੜਾ ਤੁਸੀਂ ਕਰੈਕਟ ਕਰਨਾ ਹੈ ਮਤਲਬ ਐਰਰ ਡਿਟੈਕਸ਼ਨ ਪਲੱਸ ਐਰਰ ਕਰੈਕਸ਼ਨ ਇਹ ਦੋਨੋਂ ਚੀਜ਼ਾਂ ਹੁੰਦੀਆਂ ਤੁਸੀਂ ਕੁਐਸਚਨ ਦੇ ਵਿੱਚ ਕਰਨੀਆਂ ਨੇ ਦੈਨ ਜਿਹੜਾ ਤੁਹਾਨੂੰ ਆਨਸਰ ਦੱਸਿਆ ਜਾਏਗਾ ਦੇਖਿਓ ਜੀ ਫਰਸਟ ਕੁਐਸਚਨ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਹੋ ਚੁੱਕਿਆ ਹੈ ਕੋਰਿਲੇਟਿਵ ਕੰਜੰਕਸ਼ਨ ਨਾਲ ਆਪਣਾ ਜਿਹੜਾ ਟੌਪਿਕ ਹੈ ਰਿਲੇਟਡ ਹੈ ਕੋਰਿਲੇਟਿਵ ਕੰਜੰਕਸ਼ਨ ਤੁਸੀਂ ਚੈੱਕ ਕਰੋਗੇ ਦੈਨ ਜਿਹੜਾ ਹੈਗਾ ਤੁਸੀਂ ਮਾਰਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਹਾਂਜੀ ਤਾਂ ਫਰਸਟ ਕੁਐਸਚਨ ਹੈ no sooner had he left when the phone rang ਤਾਂ ਦੇਖੋ ਕੁਐਸਚਨ ਹੈ ABCD ਚਾਰ ਪਾਰਟ ਨੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਪਲੱਸ ਉਸ ਐਰਰ ਨੂੰ ਤੁਸੀਂ ਕੀ ਕਰਨਾ ਕਰੈਕਟ ਕਰਨਾ ਦੇਖੋ ਜੀ ਦੈਨ ਆਪਾਂ ਤੁਹਾਨੂੰ ਆਨਸਰ ਦੱਸਦੇ ਹਾਂ ਦੇਖੋ ਹਾਂਜੀ ਤਾਂ ਹੋ ਗਿਆ ਹੋਏਗਾ ਕੁਐਸਚਨ ਤਾਂ ਤੁਹਾਨੂੰ ਕਰਵਾਇਆ ਕਿ ਨੋ ਸੂਨਰ ਇੱਕ ਕੀ ਆਪਣੇ ਕੋਲ ਪੇਅਰ ਦੇ ਵਿੱਚ ਯੂਜ਼ ਕੀਤਾ ਜਾਣ ਵਾਲਾ ਕੰਜੰਕਸ਼ਨ ਹੈ ਸੋ ਕੋਰਿਲੇਟਿਵ ਕੰਜੰਕਸ਼ਨ ਹੈ ਤਾਂ ਨੋ ਸੂਨਰ ਦੇ ਨਾਲ ਪੇਅਰ ਕਿਹੜਾ ਵਰਡ ਬਣਾਉਂਦਾ ਹੁੰਦਾ ਨੋ ਸੂਨਰ ਦੈਨ ਦਾ ਪੇਅਰ ਹੁੰਦਾ ਨੋ ਸੂਨਰ ਬੈਨ ਦਾ ਪੇਅਰ ਨਹੀਂ ਹੁੰਦਾ ਜੋ ਕਿ ਤੁਹਾਨੂੰ ਦੱਸਿਆ ਸੀ ਕਿ ਐਰਰ ਤੁਹਾਡੇ ਕੋਲ ਬੈਨ ਕਰਕੇ ਦਿੱਤੀ ਹੁੰਦੀ ਹੈ ਸੋ ਬੀ ਪਾਰਟ ਵਿੱਚ ਤੁਹਾਡੀ ਐਰਰ ਸੀ ਬੀ ਤੁਹਾਡਾ ਆਨਸਰ ਸੀ ਬੈਨ ਦਾ ਯੂਜ਼ ਨਹੀਂ ਹੋਏਗਾ ਤੁਸੀਂ ਯੂਜ਼ ਕਰੋਗੇ ਜੀ ਦੈਨ
ਵੈਨ ਦਾ ਯੂਜ਼ ਨਹੀਂ ਹੁੰਦਾ, ਦੈਨ ਦਾ ਯੂਜ਼ ਹੁੰਦਾ। ਨੋ ਸੂਨਰ ਹੈਡ ਹੀ ਲੈਫਟ ਦੈਨ ਦਾ ਫੋਨ ਰੈਂਗ। ਸੋ ਕੀ ਪਾਰਟ ਵਿੱਚ ਤੁਹਾਡੀ ਐਰਰ ਸੀ, ਬੀ ਤੁਸੀਂ ਸੀਗਾ ਜਿਹੜਾ ਟਿਕ ਕਰਨਾ ਸੀ। ਕਰੈਕਸ਼ਨ ਕੀ ਹੋਏਗੀ, ਵੈਨ ਦੀ ਥਾਂ ਤੇ ਤੁਸੀਂ ਕੀ ਕਰੋਗੇ, ਰਿਪਲੇਸ ਕਰ ਦੋਗੇ ਦੈਨ। ਅਗੇਨ ਜੀ ਤੁਹਾਡੇ ਕੋਲੇ ਸੈਕੰਡ ਨੰਬਰ ਕੁਐਸਚਨ, ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਇਸ ਤੋਂ ਬਾਅਦ ਤੁਹਾਨੂੰ ਕੁਐਸਚਨ ਦਾ ਜਿਹੜਾ ਹੈਗਾ ਆਨਸਰ ਦੱਸਾਂਗੇ। ਦੇਖੋ ਜੀ, ਨੀਦਰ ਕਮਲ ਔਰ ਰਮਨ ਲਾਈਕਸ ਟੂ ਸਵਿਮ। ਦੇਖੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਅਗੇਨ ਚਾਰ ਪਾਰਟ ਨੇ। ਜਿਹੜੇ ਪਾਰਟ ਦੇ ਵਿੱਚ ਐਰਰ ਹੈ ਉਹ ਸਾਰਿਆਂ ਨੂੰ ਤੁਸੀਂ ਕੀ ਕਰਨਾ, ਕਰੈਕਟ ਵੀ ਕਰਨਾ, ਪਲੱਸ ਉਸ ਪਾਰਟ ਨੂੰ ਤੁਸੀਂ ਟਿਕ ਵੀ ਕਰਨਾ ਕਿਹੜਾ ਪਾਰਟ ਤੁਹਾਡਾ ਐਰਰ ਵਾਲਾ। ਹਾਂਜੀ, ਨੀਦਰ ਕਮਲ ਔਰ ਰਮਨ ਲਾਈਕਸ ਟੂ ਸਵਿਮ ਹੋ ਗਿਆ ਹੋਏਗਾ ਆंसर। ਤਾਂ ਦੇਖੋ ਜੀ ਆंसर ਕੀ ਆਏਗਾ ਤੁਹਾਡੇ ਕੋਲ, ਬੀ ਪਾਰਟ ਦੇ ਵਿੱਚ ਐਰਰ ਹੈ। ਤਾਂ ਤੁਹਾਨੂੰ ਪੇਅਰ ਕੀ ਕਰਵਾਇਆ, ਨੀਦਰ ਨॉर ਦਾ, ਨੀਦਰ ਨॉर ਦਾ। ਈਦਰ ਦੇ ਨਾਲ ਕਿਦਾਂ ਹੁੰਦਾ ਆਪਣੇ ਕੋਲੇ ਔਰ ਹੁੰਦਾ, ਈਦਰ ਔਰ ਦਾ ਪੇਅਰ ਹੁੰਦਾ, ਨੀਦਰ ਨॉर ਦਾ ਪੇਅਰ ਹੁੰਦਾ। ਹੁਣ ਤੁਹਾਡੇ ਕੋਲੇ ਤੁਹਾਨੂੰ ਪਹਿਲੇ ਹੀ ਦੱਸਿਆ ਹੋਇਆ, ਜੇ ਫਸਟ ਪਾਰਟ ਵਿੱਚ ਤੁਹਾਨੂੰ ਲੱਗ ਰਿਹਾ ਜਿਵੇਂ ਦੇਖੋ ਇੱਥੇ ਔਰ ਸੀ, ਤਾਂ ਤੁਸੀਂ ਇੱਥੇ ਈਦਰ ਵੀ ਤਾਂ ਸਬਸਟੀਟਿਊਟ ਕਰ ਹੀ ਸਕਦੇ ਹੋ, ਈਦਰ ਕਮਲ ਔਰ ਰਮਨ ਲਾਈਕਸ ਟੂ ਸਵਿਮ। ਬਟ ਜੇ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਏ ਪਾਰਟ ਨੂੰ ਆਪਾਂ ਕੀ ਕਰਨਾ, ਜਸਟ ਇਗਨੋਰ। ਫਸਟ ਪਾਰਟ ਨੂੰ ਆਪਾਂ ਇੱਕ ਵਾਰ ਇਗਨੋਰ ਕਰਕੇ ਚੱਲਦੇ ਹਾਂ, ਬਾਕੀ ਪਾਰਟ ਨੂੰ ਚੈੱਕ ਕਰਦੇ ਹਾਂ ਕਿ ਫਸਟ ਪਾਰਟ ਅਕੋਰਡਿੰਗ ਚੱਲ ਰਿਹਾ ਹੈ। ਬਿਕੋਜ਼ ਸਬਜੈਕਟ ਡਿਸਾਈਡ ਕਰਦਾ ਕਿ ਬਹੁ ਕੀ ਹੋਏਗੀ। ਬਹੁ ਦੁਆਰਾ ਕਦੇ ਵੀ ਡਿਸਕ੍ਰਾਈਬ ਆ ਜਿਹੜਾ ਨਹੀਂ ਕੀਤਾ ਜਾਂਦਾ ਕਿ ਸਬਜੈਕਟ ਕਿਹੋ ਜਿਹਾ ਹੋਏਗਾ। ਸੋ ਤੁਸੀਂ ਇਹ ਜਿਹੜਾ ਸਬਜੈਕਟ ਅਕੋਰਡਿੰਗ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ, ਬਾਕੀ ਆਪਣੇ ਐਡਜੈਕਟਿਵ ਹੋ ਗਏ, ਵਰਬ ਹੋ ਗਏ, ਜਾਂ ਇਸ ਤੋਂ ਇਲਾਵਾ ਵਰਬ ਜਿਹੜੀ ਯੂਜ਼ ਕੀਤੀ ਜਾ ਰਹੀ ਹੈ ਉਹਨੂੰ ਚੈੱਕ ਕਰਨਾ ਹੁੰਦਾ ਹੈ। ਸਬਜੈਕਟ ਨੂੰ ਇੱਕ ਵਾਰ ਤੁਸੀਂ ਇਗਨੋਰ ਕਰੋ ਜੇ ਤੁਹਾਨੂੰ ਐਰਰ ਦਿਖ ਵੀ ਰਹੀ ਹੈ। ਸੋ ਨੀਦਰ ਕਮਲ, ਦੇਖੋ ਨੀਦਰ ਕਮਲ ਇਹਨੂੰ ਆਪਾਂ ਦੇਖ ਲਿਆ ਵੀ ਨੀਦਰ ਵਾਲਾ ਚੱਲ ਰਿਹਾ। ਅੱਗੇ ਤੁਹਾਡੇ ਕੋਲੇ ਵਰਡ ਕੀ ਆ ਗਿਆ ਕੰਜੰਕਸ਼ਨ ਦੇ ਵਿੱਚ ਔਰ ਦਾ ਯੂਜ਼ ਕੀਤਾ ਜਾ ਰਿਹਾ, ਜੋ ਕਿ ਨੀਦਰ ਨॉर ਹੁੰਦੇ। ਰੋਂਗ ਹੋ ਗਿਆ। ਸੋ ਬੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ, ਔਰ ਦਾ ਯੂਜ਼ ਨਹੀਂ ਹੋਏਗਾ, ਨॉर ਦਾ ਯੂਜ਼ ਹੋਏਗਾ। ਤੁਸੀਂ ਸੈਂਟੈਂਸ ਬਣਾਓਗੇ ਕਿ ਨੀਦਰ ਕਮਲ ਨॉर ਰਮਨ ਲਾਈਕਸ ਟੂ ਸਵਿਮ। ਸੋ ਬੀ ਪਾਰਟ ਵਿੱਚ ਤੁਹਾਡੀ ਕੀ ਸੀ, ਐਰਰ ਸੀ। ਸੈਕੰਡ ਚੀਜ਼ ਜੇ ਨੋਟ ਕਰਨੀ ਹੋਵੇ ਤਾਂ ਇਹ ਚੋਇਸ ਦਿੰਦੇ ਹੁੰਦੇ ਆ। ਅਗੇਨ ਤੁਹਾਡੇ ਕੋਲ ਇਹਨਾਂ ਦੇ ਨਾਲ ਜਿਹੜੀ verb ਆਏਗੀ ਉਹ ਕੀ ਆਏਗੀ, ਸਿੰਗੂਲਰ ਆਏਗੀ। ਇਹ ਚੀਜ਼ ਵੀ ਤੁਸੀਂ ਇੱਥੇ ਨੋਟ ਕਰ ਸਕਦੇ ਹੋ। ਹਾਂਜੀ, ਤਾਂ ਨੀਦਰ ਨॉर ਈਦਰ ਔਰ ਦੇ ਨਾਲ ਹਮੇਸ਼ਾ ਸਿੰਗੂਲਰ ਵਰਡ ਯੂਜ਼ ਕੀਤਾ ਜਾਂਦਾ ਹੈ, ਸਿੰਗੂਲਰ verb ਯੂਜ਼ ਕੀਤੀ ਜਾਂਦੀ ਹੈ। ਜਿਵੇਂ ਨੀਦਰ ਕਮਲ ਔਰ ਨॉर ਰਮਨ, ਤਾਂ ਅੱਗੇ ਤੁਹਾਡੇ ਕੋਲ verb ਦੇਖੋ ਲਾਈਕਸ ਯੂਜ਼ ਕੀਤੀ ਹੋਈ ਹੈ ਜੋ ਕਿ ਸਿੰਗੂਲਰ ਹੈ, verb ਸਿੰਗੂਲਰ ਯੂਜ਼ ਕੀਤੀ ਹੋਈ ਹੈ। ਇਹ ਚੀਜ਼ ਹੈ ਜਿਹੜੀ ਤੁਸੀਂ ਇੱਥੇ ਨੋਟ ਕਰ ਸਕਦੇ ਹੋ ਕਿ ਨੀਦਰ ਨॉर ਦੇ ਨਾਲ ਤੁਹਾਡੇ ਕੋਲ ਹਮੇਸ਼ਾ ਸਿੰਗੂਲਰ verb ਹੀ ਹੈ ਜਿਹੜੀ ਯੂਜ਼ ਕੀਤੀ ਜਾਏਗੀ। ਹਾਂਜੀ, ਤਾਂ ਥਰਡ ਕੁਐਸਚਨ ਹੈ ਅਗੇਨ ਕੋਰਿਲੇਟਿਵ ਕੰਜੰਕਸ਼ਨ ਦੇ ਉੱਤੇ ਹੈ। ਚੈੱਕ ਕਰੋ ਕੁਐਸਚਨ ਦੇਣਾ ਜਿਹੜਾ ਤੁਸੀਂ ਆਨਸਰ ਟਿਕ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਜਿਹੜਾ ਇਹਦਾ ਆਨਸਰ ਦੱਸਿਆ ਜਾਏਗਾ। ਦੇਖੋ ਜੀ, she is both intelligent or hard working। she is both intelligent or hard working। देखो कि यार है ਕੋਰਿਲੇਟਿਵ ਕੰਜੰਕਸ਼ਨ ਤੁਹਾਨੂੰ ਯਾਦ ਕਰਨੇ ਪੈਣਗੇ, ਪੇਅਰ ਯਾਦ ਕਰਨੇ ਪੈਣਗੇ। ਜਿਵੇਂ ਤੁਹਾਡੇ ਕੋਲੇ ਐਸ ਦਾ ਬਟ ਨਾਲ ਸੀ, ਦਾ ਸੇਮ ਐਸ ਦਾ ਸੇਮ ਦੈਟ ਸੀ, ਅਦਰ ਦੈਨ ਹੋ ਗਿਆ ਹਨਾ। ਬੋਥ ਦਾ ਕਿਹੜਾ ਵਰਡ ਸੀ, ਤਾਂ ਇਹ ਚੀਜ਼ ਤੁਹਾਨੂੰ ਯਾਦ ਹੈ ਤਾਂ ਤੁਸੀਂ ਇਹ ਜਿਹੜਾ ਆਂਸਰ ਟਿਕ ਕਰ ਦੋਗੇ। ਤਾਂ ਤੁਹਾਡੇ ਕੋਲੇ ਬੀ ਪਾਰਟ ਦੇ ਵਿੱਚ ਆ ਰਿਹਾ ਬੋਥ ਦਾ ਐਂਡ ਨਾਲ ਪੇਅਰ ਹੁੰਦਾ ਹੈ, ਬੋਥ ਐਂਡ ਦਾ ਪੇਅਰ ਹੁੰਦਾ ਹੈ। ਸੋ ਬੀ ਪਾਰਟ ਵਿੱਚ ਤੁਹਾਡੀ ਐਰਰ ਸੀ ਜੋ ਤੁਸੀਂ ਮਾਰਕ ਕਰਨੀ ਸੀ, ਬੀ ਐਰਰ ਹੈ। ਹਾਂਜੀ, ਤਾਂ ਬੋਥ ਵਰਡ ਯੂਜ਼ ਕੀਤਾ ਹੋਇਆ ਤਾਂ ਪੇਅਰ ਕਿਹਦੇ ਨਾਲ ਹੋਏਗਾ, ਐਂਡ ਨਾਲ ਹੋਏਗਾ, ਔਰ ਨਾਲ ਨਹੀਂ ਹੁੰਦਾ। ਤੁਸੀਂ ਯੂਜ਼ ਕਰੋਗੇ ਜੀ ਸ਼ੀ ਇਜ਼ ਬੋਥ ਇੰਟੈਲੀਜੈਂਟ ਐਂਡ ਹਾਰਡ ਵਰਕਿੰਗ। ਸੋ ਬੀ ਸੀ ਜਿਹੜਾ ਤੁਹਾਡਾ ਆਂਸਰ ਸੀ। ਕਰੈਕਸ਼ਨ ਹੈ ਜਿਹੜੀ ਆਪਾਂ ਕੀਤੀ ਹੈ, ਔਰ ਦੀ ਥਾਂ ਤੇ ਰਿਪਲੇਸ ਕਰਤਾ ਵਰਡ ਐਂਡ। ਇਹ ਸੀ ਜੀ ਤੁਹਾਡਾ ਥਰਡ ਨੰਬਰ ਕੁਐਸਚਨ। ਆਈ ਹੋਪ ਤੁਹਾਨੂੰ ਜਿਹੜਾ ਕੋਰਿਲੇਟਿਵ ਕੰਜੰਕਸ਼ਨ ਦਾ ਟੌਪਿਕ ਕਲੀਅਰ ਹੋ ਗਿਆ ਹੋਏਗਾ। ਕਿਸ ਤਰੀਕੇ ਨਾਲ ਇਹਦੇ ਕੁਐਸਚਨ ਪੁੱਛੇ ਜਾਂਦੇ ਇਹ ਚੀਜ਼ ਪਤਾ ਲੱਗ ਗਈ ਹੋਏਗੀ। ਹਾਂਜੀ, ਤਾਂ 4 ਨੰਬਰ ਕੁਐਸਚਨ ਅਗੇਨ ਚੈੱਕ ਕਰੋ ਕੋਰਿਲੇਟਿਵ ਕੰਜੰਕਸ਼ਨ ਦੇ ਉੱਤੇ। ਮਾਰਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਦੈਨ ਉਸ ਐਰਰ ਨੂੰ ਜਿਹੜਾ ਤੁਸੀਂ ਕਰੈਕਟ ਕਰਨਾ ਹੈ। ਹੀ ਵਾਸ ਸੋ ਵੀਕ ਐਸ ਹੀ ਕੁਡ ਹਾਰਡਲੀ ਸਟੈਂਡ ਅਪ। ਹੀ ਵਾਸ ਸੋ ਵੀਕ ਐਸ ਹੀ ਕੁਡ ਹਾਰਡਲੀ ਸਟੈਂਡ ਅਪ। ਹਾਂਜੀ, ਤਾਂ ਤੁਹਾਨੂੰ ਜਿਹੜਾ ਵਰਡ ਯੂਜ਼ ਕੀਤਾ ਜਾ ਰਿਹਾ ਇੱਥੇ ਸੋ ਦੇ ਨਾਲ ਪੇਅਰ ਕੀਤਾ ਹੋਇਆ ਐਜ਼ ਦਾ। ਤਾਂ ਤੁਹਾਨੂੰ ਦੱਸਿਆ ਕਿ ਸੋ ਦੇ ਨਾਲ ਐਜ਼ ਦਾ ਪੇਅਰ ਵੀ ਹੁੰਦਾ ਹੈ, ਸੋ ਐਜ਼ ਵੀ ਹੁੰਦਾ ਹੈ, ਤੇ ਸੋ ਦੇ ਨਾਲ ਦੈਟ ਦਾ ਪੇਅਰ ਵੀ ਹੁੰਦਾ ਹੈ। ਹੁਣ ਕਿੱਥੇ ਤੁਹਾਡੇ ਕੋਲ ਸੋ ਦੈਟ ਯੂਜ਼ ਹੋਏਗਾ, ਕਿੱਥੇ ਸੋ ਐਜ਼ ਹੋਏਗਾ, ਉਹਦੇ ਵਾਸਤੇ ਮੈਂ ਤੁਹਾਨੂੰ ਛੋਟੀ ਜਿਹੀ ਟ੍ਰਿਕ ਦੱਸ ਰਹੀ ਹਾਂ। ਤਾਂ ਟ੍ਰਿਕ ਕੀ ਹੈ, ਤਾਂ ਤੁਸੀਂ ਕੀ ਕਰਨਾ ਹੈ, ਜਿਹੜਾ ਆਪਣੇ ਕੋਲੇ ਵਰਡ ਐਜ਼ ਜਾਂ ਦੈਟ ਹੈ ਉਸ ਤੋਂ ਬਾਅਦ ਵਾਲਾ ਸੈਂਟੈਂਸ ਚੈੱਕ ਕਰਨਾ ਹੈ ਕਿ ਉਹ ਕੰਪਲੀਟ ਹੈ ਜਾਂ ਇਨਕੰਪਲੀਟ ਹੈ। ਜੇ ਤਾਂ ਸੈਂਟੈਂਸ ਤੁਹਾਡੇ ਕੋਲੇ ਯੂਜ਼ ਕੀਤਾ ਜਾ ਰਿਹਾ ਇਨਕੰਪਲੀਟ ਹੋਇਆ, ਇਟ ਮੀਨਸ ਇੰਡੀਪੈਂਡੈਂਟ ਡਿਪੈਂਡੈਂਟ ਹੋਇਆ, ਇਨਕੰਪਲੀਟ ਹੋਇਆ, ਫਸਟ ਸੈਂਟੈਂਸ ਦੇ ਉੱਤੇ ਡਿਪੈਂਡ ਕਰ ਰਿਹਾ ਹੋਇਆ, ਤਾਂ ਤੁਸੀਂ ਸੋ ਐਜ਼ ਦਾ ਪੇਅਰ ਯੂਜ਼ ਕਰੋਗੇ। ਬਟ ਜੇ ਡਾਟਾ ਦਿੱਤਾ ਜਾ ਰਿਹਾ ਤਾਂ ਤੁਹਾਡੇ ਕੋਲ ਜਿਹੜਾ ਸੈਕੰਡ ਸਟੇਟਮੈਂਟ ਹੋਏਗਾ ਉਹ ਕੀ ਹੋਏਗਾ, ਕੰਪਲੀਟ ਹੋਏਗਾ। ਤੁਸੀਂ ਚੈੱਕ ਹੀ ਕਰਨਾ ਹੈ ਕਿ ਆਪਣੇ ਕੋਲੇ ਐਜ਼ ਜਾਂ ਦੈਟ ਤੋਂ ਬਾਅਦ ਸੋ ਐਜ਼ ਸੋ ਦੈਟ ਦਾ ਯੂਜ਼ ਕਿੱਥੇ ਕੀਤਾ ਜਾਏਗਾ, ਸੋ ਐਜ਼ ਦਾ ਯੂਜ਼ ਹੋਏਗਾ ਜੇ ਐਜ਼ ਤੋਂ ਬਾਅਦ ਯੂਜ਼ ਕੀਤਾ ਹੋਇਆ ਸਟੇਟਮੈਂਟ ਤੁਹਾਡੇ ਕੋਲੇ ਸੈਂਟੈਂਸ ਤੁਹਾਡੇ ਕੋਲੇ ਇਨਕੰਪਲੀਟ ਹੈ। ਸੋ ਦੈਟ ਦਾ ਯੂਜ਼ ਕੀਤਾ ਹੋਏਗਾ ਜੇ ਤੁਹਾਡੇ ਕੋਲੇ ਦੈਟ ਤੋਂ ਬਾਅਦ ਯੂਜ਼ ਕੀਤਾ ਹੋਇਆ ਸਟੇਟਮੈਂਟ ਜਾਂ ਸੈਂਟੈਂਸ ਤੁਹਾਡੇ ਕੋਲੇ ਕੀ ਹੈ, ਕੰਪਲੀਟ ਹੈ। ਚੈੱਕ ਕਰੋ ਜੀ ਤੁਹਾਡਾ 4 ਨੰਬਰ ਕੁਐਸਚਨ, ਹੀ ਵਾਸ ਸੋ ਵੀਕ as he could hardly stand up। ਹੁਣ ਚੈੱਕ ਕਰੋ ਕਿ ਸੈਕੰਡ ਸਟੇਟਮੈਂਟ ਮਤਲਬ ਕਿ as ਤੋਂ ਬਾਅਦ ਤੁਹਾਡੇ ਕੋਲ ਜਿਹੜੀ ਸਟੇਟਮੈਂਟ ਯੂਜ਼ ਕੀਤੀ ਹੈ he could hardly stand up ਕੰਪਲੀਟ ਹੈ ਜਾਂ ਇਨਕੰਪਲੀਟ ਹੈ।
ही कुड हार्डली स्टैंड अप। एक ही अपने ਕੋਲੇ ਕੰਪਲੀਟ ਹੈ ਹੀ ਕੁਡ ਹਾਰਡਲੀ ਸਟੈਂਡ ਅਪ, ਉਹ ਮਸਾਂ ਹੀ ਖੜਾ ਹੋ ਪਾ ਰਿਹਾ ਸੀ। ਤਾਂ ਕੀ ਹੋ ਗਿਆ ਆਪਣੇ ਕੋਲੇ ਕੰਪਲੀਟ ਹੋ ਗਿਆ, ਆਪਾਂ ਕਹਿ ਸਕਦੇ ਹਾਂ ਮਸਾਂ ਹੀ ਖੜਾ ਹੋ ਪਾ ਰਿਹਾ ਸੀ। ਹੁਣ ਕਿਉਂ ਹੋ ਪਾ ਰਿਹਾ ਸੀ ਜਾਂ ਕਿਵੇਂ ਹੋ ਪਾ ਰਿਹਾ ਸੀ ਉਹਦੀ ਆਪਾਂ ਨੂੰ ਕੋਈ ਲੋੜ ਨਹੀਂ ਹੈ, ਸੈਂਟੈਂਸ ਕੰਪਲੀਟ ਹੈ। ਸੋ ਇੱਥੇ ਤੁਸੀਂ ਕੰਪਲੀਟ ਦੇ ਕੇਸ ਦੇ ਵਿੱਚ ਯੂਜ਼ ਕਰ ਦਿੰਦੇ ਹੋ ਪੇਅਰ ਸੋ ਦੈਟ ਦਾ। ਸੋ ਇੱਥੇ ਦੈਟ ਆਉਣਾ ਚਾਹੀਦਾ ਸੀ, ਐਜ਼ ਯੂਜ਼ ਨਹੀਂ ਹੋਏਗਾ, ਬੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ। ਇਹਨੂੰ ਤੁਸੀਂ ਮਾਰਕ ਕਰ ਸਕਦੇ ਹੋ ਕਿ ਤੁਹਾਡੇ ਕੋਲ ਕੀ ਹੁੰਦਾ, ਸੋ ਐਜ਼ ਦਾ ਪੇਅਰ ਕਿੱਥੇ ਯੂਜ਼ ਹੋਏਗਾ, ਸੋ ਦੈਟ ਦਾ ਯੂਜ਼ ਕਿੱਥੇ ਹੋਏਗਾ। ਇਨਕੰਪਲੀਟ ਦੇ ਕੇਸ ਦੇ ਵਿੱਚ ਤੁਸੀਂ ਯੂਜ਼ ਕਰਨਾ ਹੁੰਦਾ ਸੋ ਐਜ਼। ਜੇ ਸਟੇਟਮੈਂਟ ਤੁਹਾਡੇ ਕੋਲ ਐਜ਼ ਤੋਂ ਬਾਅਦ ਜਾਂ ਦੈਟ ਤੋਂ ਬਾਅਦ ਦਿੱਤੀ ਹੋਈ ਕੰਪਲੀਟ ਹੈ ਤਾਂ ਤੁਸੀਂ ਸੋ ਦੈਟ ਦਾ ਪੇਅਰ ਯੂਜ਼ ਕਰੋਗੇ। ਇਹ ਚੀਜ਼ਾਂ ਜਿਹੜੀ ਤੁਸੀਂ ਧਿਆਨ ਚ ਰੱਖਣੀ ਆ। ਸੇਮ ਹੀ ਤੁਹਾਡਾ ਦਾ ਸੇਮ ਆਪਾਂ ਯੂਜ਼ ਕੀਤਾ ਨਾ, ਦਾ ਸੇਮ ਐਜ਼, ਸੇਮ ਐਜ਼ ਐਂਡ ਦਾ ਸੇਮ ਦੈਟ। ਹੁਣ ਇੱਥੇ ਵੀ ਤੁਹਾਡੇ ਕੋਲੇ ਸੇਮ ਹੀ ਰੂਲ ਲੱਗ ਜਾਏਗਾ ਕਿ ਜੇ ਐਸ ਤੋਂ ਬਾਅਦ ਦਿੱਤਾ ਹੋਇਆ ਸਟੇਟਮੈਂਟ ਤੁਹਾਡੇ ਕੋਲੇ ਇਨਕੰਪਲੀਟ ਹੈ ਤਾਂ ਤੁਸੀਂ ਯੂਜ਼ ਕਰਨਾ ਹੈ ਜੀ ਦਾ ਸੇਮ ਐਜ਼ ਦਾ। ਬਟ ਜੇ ਤੁਹਾਡੇ ਕੋਲੇ ਦੈਟ ਤੋਂ ਬਾਅਦ ਦਿੱਤਾ ਹੋਇਆ ਸਟੇਟਮੈਂਟ ਕੰਪਲੀਟ ਹੈ ਤਾਂ ਤੁਸੀਂ ਸੋ ਦਾ ਸੇਮ ਦੈਟ ਦਾ ਯੂਜ਼ ਕਰੋਗੇ। ਸੋ ਇਨਕੰਪਲੀਟ ਦੇ ਕੇਸ ਦੇ ਵਿੱਚ ਐਜ਼ ਯੂਜ਼ ਹੋ ਜਾਂਦਾ ਤੇ ਜਿਹੜਾ ਕੰਪਲੀਟ ਕੇਸ ਦੇ ਵਿੱਚ ਤੁਹਾਡੇ ਕੋਲੇ ਦੈਟ ਦਾ ਯੂਜ਼ ਕੀਤਾ ਜਾਂਦਾ ਹੈ। ਇਹ ਚੀਜ਼ ਤੁਸੀਂ ਨੋਟ ਕਰ ਸਕਦੇ ਹੋ। ਐਜ਼ ਤੇ ਦੈਟ ਦੇ ਵਿੱਚ ਛੋਟਾ ਜਿਹਾ ਡਿਫਰੈਂਸ, ਸੋ ਐਜ਼ ਦਾ ਯੂਜ਼ ਕਿੱਥੇ ਹੋਏਗਾ, ਸੋ ਦੈਟ ਦਾ ਯੂਜ਼ ਕਿੱਥੇ ਹੋਏਗਾ। ਸਿਮਿਲਰਲੀ ਤੁਹਾਡਾ ਦਾ ਸੇਮ ਐਜ਼ ਦਾ ਯੂਜ਼ ਕਿੱਥੇ ਹੋਏਗਾ, ਦਾ ਸੇਮ ਦੈਟ ਦਾ ਯੂਜ਼ ਕਿੱਥੇ ਹੋਏਗਾ। ਇਹ ਚੀਜ਼ ਜਿਹੜੀ ਤੁਸੀਂ ਨੋਟ ਕਰਨੀ ਹੈ। हाँ जी, तो नेक्स्ट क्वेश्चन है 5 नंबर क्वेश्चन चेक करो कितनी एरर है ते अपना जेड़ा आंसर है वो मार्क करो। देन आप तुहानू आंसर दसांगे, देखो फिर 5 नंबर क्वेश्चन, you either listen to me and do whatever you want to do। चार पार्ट में स्टेटमेंट है तो देखो केड़े पार्ट दे विच एरर है, रहना जेड़ा एरर नु तुसी टिक करोगे। देखो you either listen to me and do whatever you want to do। हाँ जी, आई होप तुसीं आंसर मार्क कर लिया होना। तो आंसर किहड़ा आएगा तुहाडे कोल बी पार्ट दे विच इत्थे की है, एरर है। हुण एरर की है, देखो जी टू ईदर, ईदर वर्ड आ गया तो हुण चेक करो दूसरा पेयर यूज कीता होया और है। सेकंड पेयर जेड़ा आएगा ईदर दे नाल ओ हुंदा तुहाडे कोले और। हुण चेक करो और कित्थे यूज कीता है, यू ईदर लिसन टू मी तो इत्थे ऐड यूज कर लिया जो कि रॉन्ग है। कंजंक्शन तुहाडे कोले और यूज कीता जाएगा ईदर दे नाल। सो यू ईदर लिसन टू मी और डू व्हाटएवर यू वांट टू डू। सो बी पार्ट दे तुहाडी एरर सी, अपना ऐड दे नाल तुसीं रिप्लेस करोगे जी और। आई होप तुहानू क्लियर हो गया होगा। ईदर दे नाल तुहाडे कोले पेयर हुंदा है और दा, इह ध्यान च रखना। ईदर और नीदर नाल काफी क्वेश्चन पूछे जांदे हैं। ਨੀਦਰ ਨਾਲ ਇੱਕ ਤੁਹਾਡੇ ਕੋਲ ਪੇਅਰ ਆ ਜਾਂਦਾ ਜਿਵੇਂ ਹਾਰਡਲੀ ਬੇਅਰਲੀ ਸਕੇਸਲੀ ਦੇ ਨਾਲ ਤੁਸੀਂ ਬੈਨ ਯੂਜ਼ ਕਰਦੇ ਹੋ, ਨੋ ਸੂਨਰ ਦੇ ਨਾਲ ਦੈਨ ਯੂਜ਼ ਕਰਦੇ ਹੋ। ਇਹਨਾਂ ਪੇਅਰਸ ਨੂੰ ਤਾਂ ਬਿਲਕੁਲ ਟਿਪਸ ਦੇ ਉੱਤੇ ਤੁਹਾਡੇ ਹੋਣੀ ਚਾਹੀਦੀ ਬਿਕੋਜ਼ ਇਹਨਾਂ ਦਾ ਯੂਜ਼ ਜਿਹੜਾ ਮੈਕਸਿਮਮ ਕੇਸਿਸ ਦੇ ਵਿੱਚ ਜੇ ਤੁਹਾਡੇ ਕੋਲ 90% ਕੇਸਿਸ ਇਹੀ ਹੁੰਦੇ ਆ ਕਿ ਤੁਹਾਡੇ ਕੋਲ ਇਹ ਇਹਨਾਂ ਕੰਜੰਕਸ਼ਨ ਦਾ ਯੂਜ਼ ਕਰਕੇ ਹੀ ਸਟੇਟਮੈਂਟ ਮਿਲਣੀ ਆ। ਸੈਕਿੰਡ ਤੁਹਾਡੇ ਕੋਲ ਜਿਹੜਾ ਹੈਗਾ ਬਾਕੀ ਕੁਐਸਚਨ ਜਿਹੜੇ ਪੁੱਛੇ ਜਾਣ ਦੇ ਚਾਂਸਸ ਥੋੜੇ ਜਿਹੇ ਘੱਟ ਹੁੰਦੇ ਆ। ਸੋ ਇਹਨਾਂ ਨੂੰ ਧਿਆਨ ਚ ਰੱਖਿਓ, ਹਾਰਡਲੀ ਬੇਅਰਲੀ ਸਕੇਸਲੀ ਬੈਨ, नो सूनर देन ईदर और नीदर नॉट। हाँ जी, तो नेक्स्ट ਤੁਹਾਡੇ ਕੋਲ 6 नंबर क्वेश्चन चेक करो ਕਿਹੜੇ ਪਾर्ट ਦੇ ਵਿੱਚ एरर है, देन एरर ਨੂੰ मार्क करना है। देखो जी, he is such a smart boy as he passes his math exam successfully। he is such a smart boy as he passes his math exam successfully। ਕਿਹੜੇ ਪਾर्ट ਦੇ ਵਿੱਚ एरर है जी, एरर मार्क करो, देन उस एरर ਨੂੰ ਜਿਹੜਾ ਤੁਸੀਂ ਕਰੈਕਟ ਕਰਨਾ है। देखो हाँ जी, तो ਹੁਣ ਆਪਾਂ ਪਿੱਛੇ ਕਲਾਸ ਦੇ ਵਿੱਚ ਡਿਸਕਸ ਕੀਤਾ ਸੋ ਐਜ਼ ਦਾ ਪੇਅਰ, ਸੋ ਦੈਟ ਦਾ ਪੇਅਰ ਕਿੱਥੇ ਯੂਜ਼ ਹੋਏਗਾ। ਸੇਮ ਹੀ ਆਪਾਂ ਦਾ ਸੇਮ ਐਜ਼ ਯੂਜ਼ ਕੀਤਾ, ਦਾ ਸੇਮ ਐਜ਼, ਦਾ ਸੇਮ ਦੈਟ ਦਾ ਜਿਹੜਾ ਆਪਾਂ ਡਿਸਕਸ ਕੀਤਾ ਸੀ ਯੂਜ਼, ਦਾ ਸੇਮ ਦੈਟ ਦਾ ਯੂਜ਼ ਕਿੱਥੇ ਹੋਏਗਾ ਇਹ ਡਿਸਕਸ ਕੀਤਾ। ਸਿਮਿਲਰਲੀ ਤੁਹਾਡੇ ਕੋਲੇ ਸੱਚ ਐਜ਼ ਤੇ ਸੱਚ ਦੈਟ, ਸੱਚ ਐਜ਼ ਐਂਡ ਸੱਚ ਦੈਟ ਦਾ ਪੇਅਰ ਹੈ। ਸੱਚ ਐਜ਼ ਦਾ ਯੂਜ਼ ਹੋਏਗਾ ਜਿੱਥੇ ਤੁਹਾਡੇ ਕੋਲੇ ਐਜ਼ ਤੋਂ ਬਾਅਦ ਦਿੱਤਾ ਹੋਇਆ ਸਟੇਟਮੈਂਟ ਤੁਹਾਡਾ ਇਨਕੰਪਲੀਟ ਹੈ। ਬਟ ਜੇ ਤੁਹਾਡੇ ਕੋਲੇ ਆਪਣਾ ਕਹਿ ਲਓ ਸੱਚ ਦੈਟ ਦਾ ਯੂਜ਼ ਹੋਏਗਾ ਜੇ ਦੈਟ ਤੋਂ ਬਾਅਦ ਦਿੱਤਾ ਹੋਇਆ ਸਟੇਟਮੈਂਟ ਕੰਪਲੀਟ ਹੈ। ਦੈਟ ਤੋਂ ਬਾਅਦ ਹਮੇਸ਼ਾ ਕੰਪਲੀਟ ਸਟੇਟਮੈਂਟ ਆਉਣੀ ਹੁੰਦੀ ਹੈ, ਐਜ਼ ਤੋਂ ਬਾਅਦ ਇਨਕੰਪਲੀਟ ਸਟੇਟਮੈਂਟ ਹੈ ਜਿਹੜੀ ਤੁਹਾਡੇ ਕੋਲੇ ਆਏਗੀ। ਸਾਰਿਆਂ ਦੇ ਵਿੱਚ ਇਹੀ ਰੂਲ ਲੱਗੇਗਾ, ਸੋ ਐ ਸੋ ਦੈਟ, ਦਾ ਸੇਮ ਐਜ਼ ਦਾ ਸੇਮ ਦੈਟ, ਸੱਚ ਐਜ਼ ਸੱਚ ਦੈਟ। ਤਾਂ ਹੁਣ 6 ਨੰਬਰ ਕੁਐਸਚਨ ਤੁਸੀਂ ਸੋਲਵ ਕਰਨਾ। ਦੇਖੋ ਜੀ ਸੱਚ ਯੂਜ਼ ਕੀਤਾ ਉਹਦੇ ਨਾਲ ਐਜ਼ ਯੂਜ਼ ਕੀਤਾ, ਚੈੱਕ ਕਰੋ ਐਜ਼ ਤੋਂ ਬਾਅਦ ਦਿੱਤਾ ਹੋਇਆ ਸਟੇਟਮੈਂਟ ਤੁਹਾਡਾ ਕੰਪਲੀਟ ਹੈ ਜਾਂ ਫਿਰ ਇਨਕੰਪਲੀਟ ਹੈ। ही passes his math exam successfully तो चेक करो स्टेटमेंट कंप्लीट है। हाँ जी, सब्जेक्ट भी है, वर्ब भी दी हुई है, ऑब्जेक्टिव की अपन को क्लियर हो रहा है। स्टेटमेंट का ऑब्जेक्टिव की है अपन क्लियर हो रहा है, मीनिंग तो क्लियर हो रहा है। इट मींस स्टेटमेंट ਤੁਹਾਡੇ ਕੋਲੇ कंप्लीट है, स्टेटमेंट कंप्लीट है। he passes his math exam successfully ਵੀ ਉਹਨੇ ਆਪਣਾ ਜਿਹੜਾ ਮੈਥ ਐਗਜ਼ਾਮ ਸੀ ਪੂਰੇ ਸਹੀ ਤਰੀਕੇ ਨਾਲ ਸਕਸੈਸਫੁਲੀ ਜਿਹੜਾ ਉਹ ਕੰਪਲੀਟ ਕਰ ਚੁੱਕਿਆ ਹੈ। ਤਾਂ ਇੱਥੇ ਤੁਹਾਡੇ ਕੋਲੇ ਕੀ ਆ ਜਾਏਗਾ, ਸਟੇਟਮੈਂਟ ਕੰਪਲੀਟ ਹੈ। ਸੋ ਤੁਸੀਂ ਐਜ਼ ਦਾ ਯੂਜ਼ ਨਹੀਂ ਕਰੋਗੇ, ਸੱਚ ਦੈਟ ਦਾ ਪੇਅਰ ਯੂਜ਼ ਕਰੋਗੇ। ਬੀ ਪਾਰਟ ਵਿੱਚ ਤੁਹਾਡੀ ਐਰਰ ਸੀ ਜਿਹੜਾ ਤੁਸੀਂ ਮਾਰਕ
करना सी। आई होप तुहानू क्लीयर हो गया होगा। एज ते दैट वालियां दा डिफरेंस है जिहड़ा तुहानू पता लग गया होगा। सो एज सो दैट, द सेम एज द सेम दैट, सच एज एंड सच दैट। तो बेसिकली दैट नू तुसीं याद कर सकदे हो, जिथे भी वर्ड दैट आ गया तो उस तो बाद जिहड़ी स्टेटमेंट होएगी वो कंप्लीट होएगी। अदरवाइज तुसीं दैट दा यूज है जिहड़ा उत्थे नहीं करोगे, तो साडे कोई होर वर्ड जिवें एज आ गया ओहदा यूज कीता जा सकदा है। आई होप तुहानू 6 नंबर क्वेश्चन क्लियर हो गया होगा। हाँ जी, तो 7 नंबर क्वेश्चन चेक करो। देखो किथे एरर है। She ran as fast as she could। ਹੁਣ ਇਹ ਵਾਲਾ ਕੁਐਸਚਨ ਤੁਹਾਨੂੰ ਕਰਵਾਇਆ ਹੋਇਆ ਜਦੋਂ ਆਪਾਂ ਕੀਤਾ ਸੀਗਾ ਆਪਣਾ ਐਡਵਰਬ ਦਾ ਟੌਪਿਕ। ਐਡਵਰਬ ਦੇ ਵਿੱਚ ਤੁਹਾਨੂੰ ਇਹ ਵਾਲਾ ਵਰਡ ਹੈ ਜਿਹੜਾ ਇਹ ਵਾਲੀ ਟੌਪਿਕ ਦਾ ਜਿਹੜਾ ਸਟਰਕਚਰ ਹੈ ਉਹ ਕਰਵਾਇਆ ਹੋਇਆ। ਹਾਂਜੀ, ਚੈੱਕ ਕਰੋ ਕਿੱਥੇ ਐਰਰ ਹੈ। ਇਸ ਤੋਂ ਬਾਅਦ ਤੁਹਾਨੂੰ ਆਪਾਂ ਅੱਗੇ ਜਿਹੜਾ ਹੈਗਾ ਨਵਾਂ ਟੌਪਿਕ ਕਰਵਾਵਾਂਗੇ ਕੰਜੰਕਸ਼ਨ ਦੇ ਵਿੱਚ। ਦੇਖੋ ਜੀ, she ran as faster as she could। ਹਾਂਜੀ, ਤਾਂ ਆਪਾਂ ਐਡਵਰਬ 'ਚ ਕੀ ਡਿਸਕਸ ਕੀਤਾ ਸੀ, ਤਾਂ ਜਦੋਂ ਤੁਹਾਨੂੰ ਐਡਵਰਬ ਕਰਵਾਇਆ ਸੀ, ਇਸ ਤੋਂ ਇਲਾਵਾ ਤੁਹਾਨੂੰ ਐਡਵਰਬ ਨਹੀਂ ਇਕੱਲਾ ਐਡਜੈਕਟਿਵ ਵੀ ਕਰਵਾਇਆ ਸੀ। ਐਡਜੈਕਟਿਵ ਦੇ ਵਿੱਚ ਵੀ ਇਹ ਟੌਪਿਕ ਆਪਾਂ ਡਿਸਕਸ ਕੀਤਾ ਹੈ। ਆਈ ਥਿੰਕ ਆਪਾਂ ਨਾਊਨ ਦੇ ਵਿੱਚ ਵੀ ਤੁਹਾਨੂੰ ਇਹ ਟੌਪਿਕ ਕਰਵਾਇਆ ਸੀ। ਤਾਂ ਹੁਣ ਦੇਖੋ, ਜਦੋਂ ਵੀ ਤੁਹਾਡੇ ਕੋਲ ਐਡਵਰਬ ਜਾਂ ਐਡਜੈਕਟਿਵ ਦੀ ਫਾਰਮ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ, ਤਾਂ ਇੱਕ ਸਟਰਕਚਰ ਹੁੰਦੀ ਹੈ ਐਜ਼ ਵਾਲੀ। ਤਾਂ ਐਜ਼ ਦੇ ਵਿੱਚ ਤੁਹਾਡੇ ਕੋਲ ਹਮੇਸ਼ਾ ਹੀ ਪੋਜ਼ਿਟਿਵ ਡਿਗਰੀ ਹੈ ਜਿਹੜੀ ਯੂਜ਼ ਕੀਤੀ ਜਾਂਦੀ ਹੈ ਜੇ ਆਪਾਂ ਐਡਜੈਕਟਿਵ ਦਾ ਕੰਮ ਕਰ ਰਹੇ ਹਾਂ ਜਾਂ ਫਿਰ ਐਡਵਰਬ ਦਾ ਕੰਮ ਕਰ ਰਹੇ ਹਾਂ। ਹੁਣ ਇੱਥੇ ਦੇਖੋ ਤੁਹਾਡੇ ਕੋਲ ਗੱਲ ਕੀ ਹੋ ਗਈ, ਸ਼ੀ ਰੈਨ ਐਜ਼ ਫਾਸਟ ਐਜ਼ she could। ਹੁਣ ਇੱਥੇ ਫਾਸਟ ਵਰਡ ਯੂਜ਼ ਕੀਤਾ ਹੋਇਆ ਜੋ ਕਿ ਰੋਂਗ ਹੈ। ਤਾਂ ਤੁਹਾਨੂੰ ਦੱਸਿਆ ਹੋਇਆ ਕਿ ਫਾਸਟ ਵਰਡ ਹੈ ਜਿਹੜਾ ਉਹਦੀ ਕੋਈ ਡਿਗਰੀ ਨਹੀਂ ਹੈਗੀ। ਫਾਸਟ ਦੀ ਪੋਜ਼ਿਟਿਵ ਡਿਗਰੀ ਵੀ ਹੈਗੀ ਹੈ, ਕੰਪੈरेटिव ਵੀ ਹੈਗੀ ਹੈ ਤੇ ਸੁਪਰਲੇਟਿਵ ਵੀ ਹੈਗੀ ਹੈ। ਫਾਸਟਰ ਨਾਮ ਦਾ ਕੋਈ ਵਰਡ ਨਹੀਂ ਹੈ। ਸੋ ਤੁਸੀਂ ਇਹ ਜਿਹੜਾ ਇਹਨੂੰ ਕੀ ਕਰੋਗੇ, ਪੋਜ਼ਿਟਿਵ ਦੇ ਵਿੱਚ ਯੂਜ਼ ਕਰੋਗੇ। ਇੱਥੇ ਤੁਹਾਡੇ ਕੋਲ ਕੀ ਆਏਗਾ, ਐਜ਼ ਫਾਸਟ ਐਜ਼ ਦਾ ਤੁਸੀਂ ਯੂਜ਼ ਕਰਨਾ ਸੀ। ਬੀ ਪਾਰਟ ਵਿੱਚ ਤੁਹਾਡੀ ਐਰਰ ਸੀ, ਬੀ ਨੂੰ ਜਿਹੜਾ ਤੁਸੀਂ ਮਾਰਕ ਕਰੋਗੇ। she ran as fast as she could। ਇਹ ਸੀ ਜੀ ਤੁਹਾਡਾ ਆਨਸਰ 7 ਨੰਬਰ ਕੁਐਸਚਨ। ਐਡਵਰਬ ਐਡਜੈਕਟਿਵ ਦੇ ਵਿੱਚ ਇਹ ਟੌਪਿਕ ਆਪਾਂ ਡਿਸਕਸ ਕੀਤਾ ਹੈ। ਇੱਥੇ ਤੁਹਾਡਾ ਕੰਪਲੀਟ ਹੈ ਜਿਹੜਾ ਉਹ ਦੁਬਾਰਾ ਫਿਰ ਆਪਾਂ ਕਹਿ ਲਓ ਰਿਵਾਈਜ਼ ਕੀਤਾ। ਅਗੇਨ ਟੌਪਿਕ ਹੈ ਜਿਹੜਾ ਰਿਪੀਟ ਹੋਇਆ। ਕਿੱਥੋਂ ਪਤਾ ਲੱਗ ਗਿਆ ਆਪਾਂ ਨੂੰ, she ran ਨੂੰ ਡਿਸਕ੍ਰਾਈਬ ਕੀਤਾ ਜਾ ਰਿਹਾ, ਕਿਵੇਂ ਕੀਤਾ ਜਾ ਰਿਹਾ, ਐਡਵਰਬ ਫਾਰਮ ਦੇ ਵਿੱਚ ਤੁਸੀਂ ਯੂਜ਼ ਕਰ ਰਹੇ ਹੋ। ਸੋ ਐਜ਼ ਫਾਸਟ ਐਜ਼ ਦਾ ਯੂਜ਼ ਕੀਤਾ ਜਾਏਗਾ। ਤੇ ਅੱਗੇ ਤੁਹਾਡੇ ਕੋਲ ਸਟੇਟਮੈਂਟ ਜਿਵੇਂ ਹੈ ਸਹੀ ਹੈ। ਬੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ ਜਿਹਨੂੰ ਤੁਸੀਂ ਮਾਰਕ ਕਰਨਾ ਸੀ। ਸੈਕਿੰਡ ਤੁਸੀਂ ਇੱਥੇ ਵੀ ਨੋਟ ਕਰ ਸਕਦੇ ਹੋ ਕਿ ਜਦੋਂ ਵੀ ਤੁਹਾਨੂੰ ਜਿਹੜਾ ਐਜ਼ ਦਾ ਪੇਅਰ ਮਿਲੇ ਤਾਂ ਉਸ ਦੇ ਵਿੱਚ ਜਿਹੜੀ ਤੁਹਾਡੇ ਕੋਲੇ ਵਿਚਕਾਰਲੇ ਪਾਸੇ ਯੂਜ਼ ਕੀਤਾ ਜਾਣ ਵਾਲਾ ਵਰਡ ਪੋਜ਼ਿਟਿਵ ਡਿਗਰੀ ਦਾ ਹੋਏਗਾ। ਇੱਕ ਆਪਣੇ ਕੋਲੇ ਸੋ ਐਜ਼ ਦਾ ਵੀ ਹੁੰਦਾ ਹੈ। ਸੋ ਐਜ਼ ਦਾ ਵੀ ਯੂਜ਼ ਕੀਤਾ ਜਾਣ ਵਾਲਾ ਪੇਅਰ ਹੈ, ਉੱਥੇ ਵੀ ਤੁਹਾਡੇ ਕੋਲੇ ਪੋਜ਼ਿਟਿਵ ਡਿਗਰੀ ਹੀ ਯੂਜ਼ ਕੀਤੀ ਜਾਏਗੀ। ਇਹ ਵੀ ਤੁਸੀਂ ਜਿਹੜਾ ਇੱਥੇ ਨੋਟ ਕਰ ਸਕਦੇ ਹੋ। ਬਾਕੀ ਆਪਾਂ ਜਿਹੜਾ ਹੈਗਾ ਐਗਜ਼ੈਕਟਿਵ ਦੇ ਵਿੱਚ ਤੁਹਾਨੂੰ ਇਹ ਟੌਪਿਕ ਕਰਵਾਇਆ ਹੋਇਆ, ਉੱਥੇ ਤੁਹਾਡੇ ਨੋਟਸ ਆ ਜਿਹੜੇ ਇਹ ਬਣੇ ਹੋਣਗੇ। ਹਾਂਜੀ, ਤੇ ਚੈੱਕ ਕਰ ਜਿਹੜਾ ਉਹ ਕਰ ਸਕਦੇ ਹੋ, ਰਿਵਾਈਜ਼ ਕਰ ਸਕਦੇ ਹੋ। ਅੱਗੇ ਜੀ ਤੁਹਾਡਾ ਨੈਕਸਟ ਟੌਪਿਕ ਜੋ ਆਪਾਂ ਡਿਸਕਸ ਕਰਾਂਗੇ ਆਪਣਾ ਕੰਜੰਕਸ਼ਨ ਦੇ ਵਿੱਚ। ਤੁਹਾਨੂੰ ਕੋਰਿਲੇਟਿਵ ਵਾਲਾ ਟੌਪਿਕ ਸਮਝ ਆ ਗਿਆ ਹੋਵੇਗਾ। ਜੇ ਕਿਸੇ ਨੂੰ ਇਹਦੇ ਵਿੱਚ ਹਜੇ ਵੀ ਦਿੱਕਤ ਆ ਰਹੀ ਹੈ, ਬਿਕਾਜ਼ ਆਪਾਂ 7 ਕੁਐਸਚਨ ਡਿਸਕਸ ਕੀਤੇ ਆ, ਹਰ ਇੱਕ ਕੁਐਸਚਨ ਨੂੰ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਸਮਝਾਇਆ ਗਿਆ ਕਿ ਕਿਉਂ ਇੱਥੇ ਕਿਹੜੀ ਐਰਰ ਹੈ, ਕਿਸ ਤਰੀਕੇ ਨਾਲ ਤੁਸੀਂ ਉਹਨੂੰ ਕਰੈਕਟ ਕਰਨਾ ਹੈ। ਸੈਕਿੰਡ ਜਿਹੜਾ ਆਪਣੇ ਕੋਲ ਹੈਗਾ ਕੋਰਿਲੇਟਿਵ ਕੰਜੰਕਸ਼ਨ, ਤੁਹਾਨੂੰ ਕਲਾਸ ਦੇ ਵਿੱਚ ਸਟਾਰਟ ਕਰਨ ਤੋਂ ਪਹਿਲਾਂ ਟੌਪਿਕ ਆਪਾਂ ਜਿਹੜੇ ਕਰਵਾਏ ਆ, ਤਾਂ ਕਿ ਤੁਸੀਂ ਜਿਹੜਾ ਪਹਿਲਾਂ ਉਹਨਾਂ ਨੂੰ ਯਾਦ ਕਰੋ, ਦੈਨ ਜਿਹੜਾ ਕੁਐਸਚਨ ਤੁਹਾਡੇ ਬਣ ਜਾਣ। ਸੋ ਆਪਾਂ ਜਿਹੜੇ ਹੈਗਾ ਸਭ ਤੋਂ ਪਹਿਲਾਂ ਕੋਰਿਲੇਟਿਵ ਕੰਜੰਕਸ਼ਨ ਯਾਦ ਕਰਾਂਗੇ, ਦੈਨ ਤੁਸੀਂ ਇਹ ਜਿਹੜੇ ਕੁਐਸਚਨ ਲਾ ਕੇ ਦੇਖਣੇ ਦੁਬਾਰਾ ਤੋਂ ਜਿਹੜਾ ਹੈਗਾ ਪ੍ਰੈਕਟਿਸ ਕਰਨੀ ਹੈ। ਇਸ ਤੋਂ ਬਾਅਦ ਤੁਹਾਡਾ ਜਿਹੜਾ ਕੋਰਿਲੇਟਿਵ ਕੰਜੰਕਸ਼ਨ ਨਾਲ ਰਿਲੇਟਡ ਤੁਹਾਨੂੰ ਕਿਤੇ ਵੀ ਕੋਈ ਵੀ ਕੁਐਸਚਨ ਮਿਲਦਾ ਤਾਂ ਤੁਸੀਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਜੇ ਕੋਈ ਡਾਊਟ ਆਉਂਦਾ, ਕੋਈ ਪਰੇਸ਼ਾਨੀ ਆਉਂਦੀ ਕਿਸੇ ਵੀ ਕੁਐਸਚਨ ਨੂੰ ਕਰਨ ਦੇ ਵਿੱਚ, ਜਾਂ ਕੋਈ ਟੌਪਿਕ ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਆਪਣਾ ਕਮੈਂਟ ਪੋਸਟ ਕਰ ਸਕਦੇ ਹੋ, ਜਿਹਦਾ ਆਨਸਰ ਤੁਹਾਨੂੰ ਕਰ ਦਿੱਤਾ ਜਾਏਗਾ। ਹਾਂਜੀ, ਤਾਂ ਹੁਣ ਆਪਾਂ ਦੇਖਾਂਗੇ ਕੰਜੰਕਸ਼ਨ ਦਾ ਨੈਕਸਟ ਟੌਪਿਕ ਹੈ ਜੀ ਆਪਣੇ ਕੋਲੇ ਮਿਸਪਲੇਸਡ ਕੰਜੰਕਸ਼ਨ। ਆਪਣੇ ਕੋਲੇ ਬੇਸਿਕਲੀ ਹੁੰਦਾ ਕੀ ਹੈ, ਕੰਜੰਕਸ਼ਨ ਤੁਹਾਨੂੰ ਕਰਵਾਇਆ ਜਿਵੇਂ ਆਪਣੇ ਕੋਲ ਕੋਰਿਲੇਟਿਵ ਕੰਜੰਕਸ਼ਨ ਆ ਜਾਂਦੇ ਆ, ਤਾਂ ਬੇਸਿਕਲੀ ਕੋਰਿਲੇਟਿਵ ਕੰਜੰਕਸ਼ਨ ਹੀ ਹੁੰਦੇ ਆ ਜਿਹੜੇ ਮਿਸਪਲੇਸਡ ਕੰਜੰਕਸ਼ਨ ਦੀ ਫਾਰਮ ਦੇ ਵਿੱਚ ਤੁਹਾਨੂੰ ਕੁਐਸਚਨ ਆ ਜਿਹੜੇ ਪੁੱਛ ਕੇ ਦਿੱਤੇ ਜਾਂਦੇ। ਦੇਖੋ ਜੀ ਆਪਣੇ ਕੋਲ ਜਿਵੇਂ ਫਰਸਟ ਆਪਾਂ ਸਟੇਟਮੈਂਟ ਲਿਖੀਆਂ ਹੋਈਆਂ ਨੇ। ਕੁਐਸਚਨ ਕੀ ਹੈ, ਨਾਟ ਓਨਲੀ ਹੀ ਬੇਕਸ ਕੇਕਸ ਬਟ ਆਲਸੋ ਸੈਲਸ them। ਤਾਂ ਹੁਣ ਇਹ ਜਿਹੜਾ ਕੁਐਸਚਨ ਪੁੱਛਿਆ ਹੋਇਆ ਇੱਥੇ ਦੇਖੋ ਐਰਰ ਹੈ ਇਸ ਕੁਐਸਚਨ ਦੇ ਵਿੱਚ। ਐਰਰ ਵਾਲਾ ਜਿਹੜਾ ਹੈਗਾ ਆਪਣੇ ਕੋਲੇ ਪਾਰਟ ਹੈ। ਹੁਣ ਐਰਰ ਨੂੰ ਤੁਸੀਂ ਦੋ ਤਰੀਕੇ ਨਾਲ ਟਿਕ ਕਰ ਸਕਦੇ ਹੋ, ਦੋ ਤਰੀਕੇ ਨਾਲ ਜਿਹੜਾ ਇਹਨੂੰ ਸਹੀ ਕਰ ਸਕਦੇ ਹੋ। ਇਹ ਐਰਰ ਨਾਲ ਰਿਲੇਟਡ ਸਟੇਟਮੈਂਟ ਆ ਜਾਊਗੀ ਤੁਹਾਡੇ ਕੋਲੇ, ਨਾਟ ਓਨਲੀ ਹੀ ਬੇਕਸ ਕੇਕਸ ਬਟ ਆਲਸੋ ਸੈਲਸ them। ਇਹ ਸਟੇਟਮੈਂਟ ਤੁਹਾਡੇ ਕੋਲੇ ਰੋਂਗ ਹੈ, ਐਰਰ ਹੈ ਇਹਦੇ ਵਿੱਚ। ਤਾਂ ਹੁਣ ਕੁਐਸਚਨ ਹੈ ਇਹ। ਹੁਣ ਦੇਖੋ ਜੀ ਇਹਨੂੰ ਦੋ ਤਰੀਕੇ ਨਾਲ ਸਹੀ ਕੀਤਾ ਜਾ ਸਕਦਾ। ਇੱਕ ਤਾਂ ਤੁਸੀਂ ਕਰ ਸਕਦੇ ਹੋ ਇਨਵਰਜ਼ਨ ਦੀ ਫਾਰਮ ਦੇ ਵਿੱਚ। ਇਨਵਰਜ਼ਨ ਦੇ ਵਿੱਚ ਤੁਹਾਡੇ ਕੋਲੇ ਕੀ ਹੁੰਦਾ, ਤੁਸੀਂ ਹੈਲਪਿੰਗ ਵਰਬ ਹੈ ਜਿਹੜੀ ਪਹਿਲਾਂ ਯੂਜ਼ ਕਰ ਲੈਂਦੇ ਹੋ, ਇਸ ਤੋਂ ਬਾਅਦ ਤੁਹਾਡੇ ਕੋਲੇ ਸਬਜੈਕਟ ਆ ਜਾਂਦਾ ਹੈ, ਇਸ ਤੋਂ ਬਾਅਦ ਤੁਹਾਡੀ ਮੇਨ ਵਰਬ ਆ ਜਾਂਦੀ ਹੈ। ਸੇਮ ਹੀ ਤੁਹਾਡੇ ਕੋਲੇ ਜਿਵੇਂ ਆਪਾਂ ਇੰਟੈਰੋਗੇਟਿਵ ਕੁਐਸਚਨ ਬਣਾਉਣਾ, ਇੰਟੈਰੋਗੇਟਿਵ ਫਾਰਮ ਬਣਾਉਣੀ ਆ, ਉਹੀ ਸੇਮ ਤੁਹਾਡੇ ਕੋਲੇ ਇੱਥੇ ਯੂਜ਼ ਹੋ ਜਾਂਦੀ ਹੈ ਜਦੋਂ ਤੁਸੀਂ ਇਨਵਰਜ਼ਨ ਫਾਰਮ ਹੈ ਜਿਹੜੀ ਉਹ ਯੂਜ਼ ਕਰਦੇ ਹੋ। ਬਟ ਇੱਕ ਆ ਜਾਂਦਾ ਤੁਹਾਡੇ ਕੋਲੇ ਇਹੀ ਕੁਐਸਚਨ ਤੁਸੀਂ ਸੋਲਵ ਕਰ ਸਕਦੇ ਹੋ ਬਾਈ ਯੂਜ਼ਿੰਗ ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ। ਹੁਣ ਮਿਸਪਲੇਸਡ ਕੰਜੰਕਸ਼ਨ ਦੇ ਟੌਪਿਕ ਨਾਲ ਤੁਸੀਂ ਕੁਐਸਚਨ ਨੂੰ ਕਿਵੇਂ ਸੋਲਵ ਕਰੋਗੇ ਇਸ ਟਾਈਪ ਦੇ, ਤੇ ਤੁਹਾਡੇ ਕੋਲੇ ਇਨਵਰਜ਼ਨ ਫਾਰਮ ਦੇ ਵਿੱਚ ਇਹ ਕੁਐਸਚਨ ਹੈ ਜਿਹੜਾ ਕਿਵੇਂ ਬਣੇਗਾ। ਇਹ ਦੋ ਟਾਈਪ ਦੇ ਤੁਹਾਡੇ ਕੋਲ ਸਟੇਟਮੈਂਟ ਬਣਨਗੇ। ਦੇਖੋ ਜੀ,
ਫਸਟ ਜੇ ਤੁਸੀਂ ਇਹ ਕੁਐਸਚਨ ਨੂੰ ਨਾਟ ਓਨਲੀ ਹੀ ਬੇਕਸ ਕੇਕਸ ਬਟ ਆਲਸੋ ਸੈਲਸ them ਨੂੰ ਇਨਵਰਜ਼ਨ ਫਾਰਮ ਦੇ ਵਿੱਚ ਯੂਜ਼ ਕਰਨਾ ਹੈ ਤਾਂ ਤੁਸੀਂ ਕੀ ਕਰੋਗੇ, ਨਾਟ ਓਨਲੀ ਦਾ ਯੂਜ਼ ਕੀਤਾ। ਇਨਵਰਜ਼ਨ ਦੇ ਵਿੱਚ ਸਿੰਪਲ ਕੀ ਹੁੰਦਾ ਹੁੰਦਾ, ਤੁਹਾਡੇ ਕੋਲੇ ਜਿਹੜਾ ਸਟੇਟਮੈਂਟ ਚੱਲ ਰਿਹਾ ਹੁੰਦਾ ਉਹਦੇ ਵਿੱਚ ਹੈਲਪਿੰਗ ਵਰਬ ਪਹਿਲਾਂ ਆ ਜਾਂਦੀ ਹੈ। ਹੁਣ ਨਾਟ ਓਨਲੀ ਕੀ ਆ ਗਿਆ ਆਪਣੇ ਕੋਲੇ, ਪਹਿਲਾਂ ਯੂਜ਼ ਕੀਤਾ ਹੋਇਆ, ਇਟ ਮੀਨਸ ਤੁਹਾਡੇ ਕੋਲੇ ਕੀ ਹੋਏਗੀ, ਇਨਵਰਜ਼ਨ ਯੂਜ਼ ਹੋਏਗੀ, ਬਿਕੋਜ਼ ਨਾਟ ਓਨਲੀ ਆਪਣੇ ਕੋਲੇ ਐਡਵਰਬ ਦਾ ਕੰਮ ਵੀ ਕਰਦਾ ਹੈ। ਸੋ ਹੀ ਬੇਕਸ ਕੇਕਸ, ਹੁਣ ਸਟੇਟਮੈਂਟ ਕੀ ਹੈ, ਟੈਂਸ ਕਿਹੜਾ ਹੈ, ਤਾਂ ਇਹ ਹੈ ਜੀ ਤੁਹਾਡੇ ਕੋਲੇ ਸਿੰਪਲ ਪ੍ਰੈਜ਼ੈਂਟ ਟੈਂਸ, ਸਿੰਪਲ ਪ੍ਰੈਜ਼ੈਂਟ, ਸਿੰਪਲ ਪ੍ਰੈਜ਼ੈਂਟ ਕਹਿ ਲਓ ਚਾਹੇ ਪ੍ਰੈਜ਼ੈਂਟ ਇੰਡੈਫੀਨਿਟ ਕਹਿ ਲਓ। ਤਾਂ ਹੁਣ ਤੁਹਾਡੇ ਕੋਲ ਸਿੰਪਲ ਪ੍ਰੈਜ਼ੈਂਟ ਟੈਂਸ ਹੈ, ਜੇਕਰ ਤੁਹਾਡੇ ਕੋਲ ਹੈਲਪਿੰਗ ਵਰਬ ਤੁਹਾਨੂੰ ਪਤਾ ਹੈ ਜਿਵੇਂ ਹੈਜ਼ ਹੈਵ ਦਿੱਤੀ ਹੋਈ ਹੈ ਤਾਂ ਤੁਸੀਂ ਸਿੰਪਲ ਹੈਵ ਹੀ ਵੇਖਦਾ ਆ ਜਾਂਦਾ। ਬਟ ਇੱਥੇ ਤੁਹਾਡੇ ਕੋਲ ਕੋਈ ਹੈਲਪਿੰਗ ਵਰਬ ਨਹੀਂ ਦਿੱਤੀ ਹੋਈ, ਤਾਂ ਸਿੰਪਲ ਪ੍ਰੈਜ਼ੈਂਟ ਦੇ ਵਿੱਚ ਤੁਹਾਡੇ ਕੋਲ ਹੈਲਪਿੰਗ ਵਰਬ ਕਿਹੜੀ ਹੋ ਸਕਦੀ ਹੈ, ਜਾਂ ਤਾਂ ਡੂ ਹੋਏਗੀ ਜਾਂ ਡਸ ਹੋਏਗੀ। ਜਿਹੜਾ ਤੁਹਾਡੇ ਕੋਲ ਸਬਜੈਕਟ ਸਿੰਗੂਲਰ ਹੈ ਤਾਂ ਤੁਸੀਂ ਸਿੰਗੂਲਰ ਵਰਬ ਯੂਜ਼ ਕਰੋਗੇ, ਦੈਟ ਇਜ਼ ਡਸ। ਜੇ ਤੁਹਾਡੇ ਕੋਲ ਸਬਜੈਕਟ ਪਲੂਰਲ ਹੋਗਾ ਤਾਂ ਤੁਸੀਂ ਪਲੂਰਲ ਵਰਬ ਹੈ ਜਿਹੜੀ ਯੂਜ਼ ਕਰੋਗੇ, ਉਹ ਹੋ ਜਾਂਦੀ ਹੈ ਆਪਣੇ ਕੋਲੇ ਡੂ। ਡੂ ਜਾਂ ਡਸ ਦੇ ਵਿੱਚ ਤੁਸੀਂ ਕਿਹੜੀ ਚੀਜ਼ ਯੂਜ਼ ਕਰਨੀ ਹੈ, ਇਹ ਤੁਹਾਡਾ ਸਬਜੈਕਟ ਦੱਸੇਗਾ। ਸਬਜੈਕਟ ਸਿੰਗੂਲਰ ਹੋਣ ਦੇ ਕੇਸ ਦੇ ਵਿੱਚ ਤੁਹਾਡੀ ਹੈਲਪਿੰਗ ਵਰਬ ਸਿੰਗੂਲਰ ਹੋਏਗੀ, ਡਸ ਦਾ ਯੂਜ਼ ਕਰੋਗੇ। ਸਬਜੈਕਟ ਪਲੂਰਲ ਹੈ ਤਾਂ ਤੁਸੀਂ ਹੈਲਪਿੰਗ ਵਰਬ ਪਲੂਰਲ ਯੂਜ਼ ਕਰੋਗੇ, ਤੇ ਡੂ ਦਾ ਜਿਹੜਾ ਤੁਸੀਂ ਕਰੋਗੇ। ਦੇਖੋ ਜੀ ਹੁਣ ਹੀ ਬੇਕਸ ਕੇਕਸ ਹੈ, ਤੁਹਾਡੇ ਕੋਲ ਯੂਜ਼ ਕੀਤਾ ਜਾ ਰਿਹਾ ਵਰਡ ਕੀ ਹੈ, ਹੀ। ਹੀ ਕੀ ਹੈ, ਸਬਜੈਕਟ ਹੈ, ਸਬਜੈਕਟ ਕੀ ਹੈ ਤੁਹਾਡੇ ਕੋਲੇ ਸਿੰਗੂਲਰ ਹੈ, ਸਬਜੈਕਟ ਸਿੰਗੂਲਰ ਹੈ। ਹੀ ਦਾ ਯੂਜ਼ ਕੀਤਾ ਨਾ, ਦੇ ਦਾ ਯੂਜ਼ ਨਹੀਂ ਕੀਤਾ, ਦੇ ਪਲੂਰਲ ਹੁੰਦਾ ਹੈ। ਹੁਣ ਇੱਥੇ ਸਬਜੈਕਟ ਸਿੰਗੂਲਰ ਆ ਗਿਆ, ਇਟ ਮੀਨਸ ਤੁਸੀਂ ਕਿਹੜੀ ਵਰਬ ਯੂਜ਼ ਕਰੋਗੇ, ਹੈਲਪਿੰਗ ਵਰਬ ਡਸ ਦਾ ਯੂਜ਼ ਕਰੋਗੇ। ਸੋ ਇੱਥੇ ਕੀ ਆ ਗਿਆ ਤੁਹਾਡੇ ਕੋਲੇ, ਡਸ ਆ ਗਿਆ। ਨਾਟ ਓਨਲੀ ਡਸ, ਅੱਗੇ ਤੁਹਾਡੇ ਕੋਲੇ ਸੇਮ ਹੀ ਬੇਕ ਕੇਕਸ ਬਟ ਆਲਸੋ ਸੈਲਸ them। ਤਾਂ ਹੁਣ ਇਹਦਾ ਯੂਜ਼ ਕਿਵੇਂ ਹੋਇਆ ਦੇਖੋਗੇ ਤਾਂ ਤੁਸੀਂ ਕੀ ਹੁੰਦਾ, ਨਾਟ ਓਨਲੀ ਹੈ, ਅੱਗੇ ਤੁਸੀਂ ਦੇਖੋਗੇ ਬਟ ਆਲਸੋ ਹੈ। ਇਹ ਵੀ ਤੁਹਾਡੇ ਕੋਲੇ verb ਤੋਂ ਪਹਿਲਾਂ ਯੂਜ਼ ਕੀਤਾ ਜਾ ਰਿਹਾ, ਸੈਲਸ ਤੋਂ ਪਹਿਲਾਂ ਯੂਜ਼ ਕੀਤਾ ਜਾ ਰਿਹਾ, ਤੇ ਤੁਹਾਡਾ ਨਾਟ ਓਨਲੀ ਵੀ ਜਿਹੜਾ ਹੈਗਾ ਡਸ ਤੋਂ ਪਹਿਲਾਂ ਯੂਜ਼ ਕੀਤਾ ਗਿਆ, verb ਤੋਂ ਪਹਿਲਾਂ ਯੂਜ਼ ਤੁਸੀਂ ਕੀਤਾ ਹੈ। ਤਾਂ ਇਹ ਹੋ ਜਾਂਦੀ ਹੈ ਇਨਵਰਜ਼ਨ ਵਾਲੀ ਫਾਰਮ। ਸੈਕੰਡ ਤੁਸੀਂ ਮਿਸਪਲੇਸਡ ਕੰਜੰਕਸ਼ਨ ਦੀ ਫਾਰਮ ਦੇ ਵਿੱਚ ਇਹਨੂੰ ਕਿਵੇਂ ਸੈਂਟੈਂਸ ਨੂੰ ਬਣਾ ਸਕਦੇ ਹੋ, ਬਹੁਤ ਜ਼ਿਆਦਾ ਤੁਹਾਡੇ ਕੋਲ ਸੈਕੰਡ ਸਟੇਟਮੈਂਟ ਜਿਵੇਂ ਤੁਹਾਨੂੰ ਦਿੱਤੀ ਹੋਈ ਹੈ। ਦੇਖੋ ਜੀ ਤਾਂ ਹੁਣ ਨਾਟ ਓਨਲੀ ਕਿਹੜਾ ਕਿੱਥੇ ਪਲੇਸ ਕੀਤਾ ਹੋਇਆ, ਹੀ ਤੋਂ ਪਹਿਲਾਂ। ਬਟ ਆਲਸੋ ਦਾ ਸਟੇਟਮੈਂਟ ਚੈੱਕ ਕਰੋਗੇ, ਬਟ ਆਲਸੋ ਕਿੱਥੇ ਯੂਜ਼ ਕੀਤਾ ਤੁਹਾਡੇ ਕੋਲ, ਸੈਲਸ ਤੋਂ ਪਹਿਲਾਂ, ਮਤਲਬ ਸੈਲਸ ਵਰਬ ਹੈ, ਵਰਬ ਤੋਂ ਪਹਿਲਾਂ ਤੁਹਾਡੇ ਕੋਲ ਬਟ ਆਲਸੋ ਹੈ, ਤੇ ਨਾਟ ਓਨਲੀ ਵੀ ਵਰਬ ਤੋਂ ਪਹਿਲਾਂ ਯੂਜ਼ ਹੋਏਗਾ। ਹੁਣ ਹੀ ਬੇਕਸ ਕੇਕਸ, ਇਹ ਤੋਂ ਪਿੱਛੇ ਤੁਹਾਡੇ ਕੋਲ ਵਰਬ ਕਿਹੜੀ ਹੈ, ਬੇਕਸ ਵਰਬ ਹੈ। ਸੋ ਤੁਸੀਂ ਬੇਕਸ ਤੋਂ ਪਹਿਲਾਂ ਜਿਹੜਾ ਨਾਟ ਓਨਲੀ ਨੂੰ ਪਲੇਸ ਕਰ ਦੋਗੇ। ਦੋਨਾਂ ਦੀ ਜਿਹੜੀ ਪੋਜੀਸ਼ਨ ਹੁੰਦੀ ਹੈ ਫਿਕਸ ਹੁੰਦੀ ਹੈ, ਜਿਵੇਂ ਬਟ ਆਲਸੋ ਤੁਹਾਡਾ ਵਰਬ ਤੋਂ ਪਹਿਲਾਂ ਆਇਆ, ਤੇ ਨਾਟ ਓਨਲੀ ਵੀ ਵਰਬ ਤੋਂ ਪਹਿਲਾਂ ਹੀ ਯੂਜ਼ ਕੀਤਾ ਜਾਏਗਾ। ਦੇਖੋ ਜੀ he not only bakes cakes but also sells them। ਨਾਟ ਓਨਲੀ ਤੋਂ ਬਾਅਦ ਵੀ verb ਹੈ, bakes ਯੂਜ਼ ਕੀਤੀ ਹੈ, ਬਟ ਆਲਸੋ ਤੋਂ ਬਾਅਦ ਵੀ verb ਯੂਜ਼ ਕੀਤੀ ਹੈ, ਇਹ ਤੁਹਾਡਾ ਸਟੇਟਮੈਂਟ ਬਣ ਜਾਏਗਾ, ਤੁਸੀਂ ਸਹੀ ਕਰੋਗੇ ਇਹਨੂੰ। ਹਾਂਜੀ ਤਾਂ ਅੱਗੇ ਤੁਹਾਡੇ ਕੋਲ ਜਿਵੇਂ ਇਨਵਰਜ਼ਨ ਦੇ ਵਿੱਚ ਵੀ ਤੁਹਾਨੂੰ ਦੱਸਿਆ, ਨਾਟ ਓਨਲੀ ਤੋਂ ਬਾਅਦ ਵੀ ਤੁਹਾਡੇ ਕੋਲ verb ਆਈ ਹੈ, ਬਟ ਆਲਸੋ ਤੋਂ ਬਾਅਦ ਵੀ ਤੁਸੀਂ verb ਯੂਜ਼ ਕੀਤੀ ਹੈ। ਸਟੇਟਮੈਂਟ ਤੁਹਾਡੀ ਇੱਥੇ ਵੀ ਸੇਮ ਹੀ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ। ਬਸ ਡਿਫਰੈਂਸ ਇਹੀ ਹੈ ਕਿ ਇਨਵਰਜ਼ਨ ਦੇ ਵਿੱਚ ਥੋੜਾ ਜਿਹਾ ਜਿਹੜਾ ਡਿਫਰੈਂਸ ਹੋ ਜਾਂਦਾ, ਤੁਸੀਂ ਹੈਲਪਿੰਗ verb ਯੂਜ਼ ਕਰਕੇ ਯੂਜ਼ ਕਰ ਲੈਂਦੇ ਹੋ, ਬਟ ਜਦੋਂ ਮਿਸਪਲੇਸਡ ਕੰਜੰਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਕੋਲ ਸਟੇਟਮੈਂਟ ਹੈ ਜਿਹੜੀ ਇਸ ਤਰੀਕੇ ਨਾਲ ਬਣ ਜਾਂਦੀ ਹੈ। ਆਈ ਹੋਪ ਤੁਹਾਨੂੰ ਕੁਐਸਚਨ ਪਤਾ ਲੱਗ ਗਿਆ ਹੋਵੇਗਾ, ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ ਤੁਹਾਡਾ ਕਲੀਅਰ ਹੋਇਆ ਹੋਵੇਗਾ। ਇੱਕ ਵਾਰ ਤੁਹਾਨੂੰ ਦੁਬਾਰਾ ਦੱਸ ਦਿੱਤਾ ਜਾਵੇ, ਨਵੀਂ ਸਲਾਈਡ ਦੇ ਉੱਤੇ ਆਪਾਂ ਦੇਖ ਲੈਂਦੇ ਹਾਂ, ਇੱਥੇ ਕਾਫੀ ਕਚਮ ਚੋਲਾ ਜਿਹਾ ਕਰ ਚੁੱਕੇ ਆਪਾਂ, ਦੇਖਦੇ ਹਾਂ ਜੀ। ਹਾਂਜੀ ਤਾਂ ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ ਕੀ ਹੈ, ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ ਕੀ ਹੈ, ਜਦੋਂ ਵੀ ਤੁਹਾਡੇ ਕੋਲ ਕੋਈ ਕੁਐਸਚਨ ਆਇਆ, ਕੋਈ ਵੀ ਕੁਐਸਚਨ ਆਉਂਦਾ ਹੈ, ਉਹਦੇ ਵਿੱਚ ਤੁਹਾਡੇ ਕੋਲ ਕੋ ਰਿਲੇਟਿਵ ਕੰਜੰਕਸ਼ਨ ਜਿਹੜੇ ਯੂਜ਼ ਕੀਤੇ ਹੋਏ ਆ, ਕੋ ਰਿਲੇਟਿਵ ਕੰਜੰਕਸ਼ਨਸ ਆ ਜਿਹੜੇ ਯੂਜ਼ ਕੀਤੇ ਹੋਏ ਆ, ਤਾਂ ਉਹਨਾਂ ਦੀ ਜਿਹੜੀ ਪਲੇਸ ਹੁੰਦੀ ਹੈਗੀ ਉਹ ਫਿਕਸ ਹੁੰਦੀ ਹੈ, ਫਿਕਸ ਪਲੇਸ ਹੁੰਦੀ ਹੈ। ਜੇ ਤੁਹਾਡੇ ਕੋਲੇ ਕੋਰਿਲੇਟਿਵ ਕੰਜੰਕਸ਼ਨ ਜਿਵੇਂ ਪਹਿਲਾ ਵਾਲਾ ਤੁਹਾਡੇ ਕੋਲੇ ਨਾउन ਤੋਂ ਪਹਿਲਾਂ ਆ ਗਿਆ, ਦੂਸਰਾ ਵੀ ਨਾउन ਤੋਂ ਪਹਿਲਾਂ ਆਏਗਾ। ਪਹਿਲਾ ਵਾਲਾ verb ਤੋਂ ਪਹਿਲਾਂ ਆ ਗਿਆ ਤਾਂ ਤੁਹਾਡਾ ਦੂਸਰਾ ਵਾਲਾ ਕੰਜੰਕਸ਼ਨ ਵੀ verb ਤੋਂ ਪਹਿਲਾਂ ਹੀ ਆਏਗਾ, ਤੇ ਮਤਲਬ ਤੁਹਾਡੀ ਜਿਹੜੀ ਫਿਕਸ ਹੋਏਗੀ ਉਹਨਾਂ ਦੀ ਪੋਜੀਸ਼ਨ। ਸੈਕੰਡ ਤੁਸੀਂ ਜਿਹੜਾ ਇਹਨੂੰ ਇਨਵਰਜ਼ਨ ਦੇ ਨਾਲ ਵੀ ਜਿਹੜਾ ਸੋਲਵ ਕਰ ਸਕਦੇ। ਇਨਵਰਜ਼ਨ ਦਾ ਕੁਐਸਚਨ ਆਪਾਂ ਜਿਵੇਂ ਕਰਕੇ ਆਏ ਆ ਪਿੱਛੇ, ਨਾਟ ਓਨਲੀ ਵਾਲਾ, ਨਾਟ ਓਨਲੀ ਡਸ ਹੀ ਬੇਕ ਕੇਕਸ ਬਟ ਆਲਸੋ ਸੈਲਸ them। ਤਾਂ ਇਸ ਤਰੀਕੇ ਨਾਲ ਤੁਸੀਂ ਇਨਵਰਜ਼ਨ ਨਾਲ ਵੀ ਕਰ ਸਕਦੇ ਹੋ। ਇਨਵਰਜ਼ਨ ਤੁਹਾਨੂੰ verb ਦੇ ਵਿੱਚ ਜਿਹੜਾ ਬਹੁਤ ਚੰਗੇ ਤਰੀਕੇ ਨਾਲ ਆਪਾਂ ਕਰਵਾਈਏ, ਤੇ ਜੇ ਕਿਸੇ ਸਟੂਡੈਂਟ ਨੂੰ verb ਦੇ ਵਿੱਚ ਕੋਈ ਡਾਊਟ ਹੋਇਆ ਜਾਂ ਇਨਵਰਜ਼ਨ ਦੇ ਵਿੱਚ ਕਿਸੇ ਵੀ ਟਾਈਪ ਦਾ ਕੋਈ ਵੀ ਡਾਊਟ ਹੋਇਆ, ਤਾਂ ਤੁਸੀਂ ਇਹ ਜਿਹੜਾ verb ਦੇ ਟੌਪਿਕ ਜੋ ਆਵਾ ਜਿਹੜਾ ਹੈਗਾ ਰਿਵਾਈਜ਼ ਕਰਨਾ ਹੈ, ਬਿਕਾਜ਼ ਉੱਥੇ ਤੁਹਾਨੂੰ ਜਿਹੜੇ ਕਾਫੀ ਕੁਐਸਚਨ ਨੇ ਆਪਾਂ ਇਨਵਰਜ਼ਨ ਨਾਲ ਰਿਲੇਟਡ ਕਰਵਾਏ। ਹਾਂਜੀ ਤਾਂ ਇਨਵਰਜ਼ਨ ਨਾਲ ਵੀ ਤੁਹਾਡਾ ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ ਤੁਸੀਂ ਕਵਰ ਕਰ ਸਕਦੇ ਹੋ। ਸੈਕੰਡ ਚੀਜ਼ ਤੁਹਾਡੇ ਕੋਲ ਕੋਆਰਡੀਨੇਟਿਵ ਕੰਜੰਕਸ਼ਨ ਫਿਕਸ ਪੋਜੀਸ਼ਨ ਲੈ ਕੇ ਚੱਲਦੇ, ਤਾਂ ਉਹਨੂੰ ਫਿਕਸ ਪੋਜੀਸ਼ਨ ਵਾਲਾ ਫਾਰਮ ਵੀ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ। ਦੇਖੋ ਜੀ ਹੁਣ ਤੁਹਾਡੇ ਕੋਲ ਇਸੇ ਟਾਈਪ ਨਾਲ ਰਿਲੇਟਡ ਨੇ ਕੁਐਸਚਨ। 8 ਨੰਬਰ ਕੁਐਸਚਨ ਤੁਹਾਨੂੰ ਸਕਰੀਨ ਤੇ ਸ਼ੋ ਹੋ ਚੁੱਕੇ हैं। ਚੈੱਕ ਕਰੋ ਕਿੱਥੇ ਐਰਰ ਹੈ, ਦੈਨ ਆਪਾਂ ਜਿਹੜਾ ਐਰਰ ਨੂੰ ਫਾਈਂਡ ਆਊਟ ਕਰਕੇ ਮਾਰਕ ਕਰਾਂਗੇ, ਕਿਹੜੇ ਪਾਰਟ ਦੇ ਵਿੱਚ ਐਰਰ ਹੈ ਉਹ ਦੇਖਾਂਗੇ, ਦੈਨ ਉਹਨੂੰ ਕਰਾਂਗੇ ਕਰੈਕਟ ਕਰਾਂਗੇ। ABCD 4 ਪਾਰਟ ਨੇ। ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ ਹੈ, ਤੁਹਾਨੂੰ ਪਹਿਲਾਂ ਜਿਹੜਾ ਹੈਗਾ ਹਿੰਟ ਦੇ ਦਿੱਤਾ ਗਿਆ। ਹੁਣ ਚੈੱਕ ਕਰੋ ਕਿੱਥੇ ਐਰਰ, ਦੇਖੋ ਜੀ। The college library is not only equipped with very good books but also with the latest journal। ਤਾਂ ਚੈੱਕ ਕਰੋ ਤੁਹਾਡੇ ਕੋਲ ਹੁਣ ਪੇਅਰ ਯੂਜ਼ ਕੀਤਾ, ਇੱਥੇ ਪੇਅਰ ਕਿਹੜਾ ਯੂਜ਼ ਕੀਤਾ, ਨਾਟ ਓਨਲੀ ਬਟ ਆਲਸੋ ਦਾ। ਆਂਸਰ ਮਾਰਕ ਕਰ ਲਿਆ ਜੀ ਸਾਰਿਆਂ ਨੇ। ਕਿੱਥੇ ਐਰਰ ਸੀ ਤੁਹਾਡੀ, ਬੀ ਪਾਰਟ ਦੇ ਵਿੱਚ ਐਰਰ ਸੀ।
ਕਿੱਥੇ ਐਰਰ ਸੀ? ਬੀ ਪਾਰਟ ਵਿੱਚ ਤੁਹਾਡੀ ਐਰਰ ਸੀ ਜਿਹਨੂੰ ਤੁਸੀਂ ਟਿਕ ਕਰਨਾ ਸੀ। ਹੁਣ ਐਰਰ ਆਪਾਂ ਫਾਈਂਡ ਆਊਟ ਕਰਦੇ ਹਾਂ, ਕਿੱਥੇ ਐਰਰ ਹੈ ਉਹਨੂੰ ਸਹੀ ਕਰਦੇ ਹਾਂ। ਦੇਖੋ ਨੋਟ ਓਨਲੀ ਤੋਂ ਬਾਅਦ ਯੂਜ਼ ਕੀਤਾ ਹੋਇਆ ਵਰਡ ਕੀ ਹੈ? ਇਕੁਇਪਡ। ਤੇ ਤੁਹਾਡੇ ਕੋਲੇ ਬਟ ਆਲਸੋ ਤੋਂ ਬਾਅਦ ਯੂਜ਼ ਕੀਤਾ ਹੋਇਆ ਕੀ ਵਰਡ ਹੈ? ਵਿਦ। ਹੁਣ ਤੁਸੀਂ ਯੂਜ਼ ਕਰੋਗੇ ਨੋਟ ਓਨਲੀ ਨੂੰ ਵੀ ਵਿਦ ਤੋਂ ਪਹਿਲਾਂ ਦਾ। ਤੁਸੀਂ ਸਟੇਟਮੈਂਟ ਕਿਵੇਂ ਬਣਾਓਗੇ? ਬੀ ਪਾਰਟ ਵਿੱਚ ਤੁਹਾਡੀ ਐਰਰ ਸੀ, ਨੋਟ ਓਨਲੀ ਇਕੁਇਪਡ ਵਿਦ ਨਹੀਂ ਹੋਏਗਾ, ਇਕੁਇਪਡ ਨੋਟ ਓਨਲੀ ਵਿਦ ਆਏਗਾ। The college library is equipped not only with very good books but also with the latest journals। ਤੁਸੀਂ ਐਵੇਂ ਯੂਜ਼ ਕਰੋਗੇ। ਹੁਣ ਬਟ ਆਲਸੋ ਤੋਂ ਬਾਅਦ ਵਿਦ ਯੂਜ਼ ਕੀਤਾ ਹੋਇਆ ਹੈ, ਇਟ ਮੀਨਸ ਨੋਟ ਓਨਲੀ ਤੋਂ ਬਾਅਦ ਵੀ ਤੁਹਾਡੇ ਕੋਲ ਵਿਦ ਆਏਗਾ। ਤੁਸੀਂ ਕੀ ਕਰੋਗੇ? ਨੋਟ ਓਨਲੀ ਨੂੰ ਪਲੇਸ ਕਰ ਦੋਗੇ ਜੀ ਵਿਦ ਤੋਂ ਪਹਿਲਾਂ। ਸੋ ਸਟੇਟਮੈਂਟ ਕੀ ਹੋਏਗੀ? ਤਾਂ ਆਏਗਾ ਤੁਹਾਡੇ ਕੋਲ ਇਸ ਤੁਹਾਡੇ ਕੋਲ ਜਿਵੇਂ ਫਰਸਟ ਪਾਰਟ ਦੇ ਵਿੱਚ ਮੈਂ ਚੱਕ ਲਿਆ ਤਾਂ ਜੋ ਤੁਹਾਨੂੰ ਕਲੀਅਰ ਹੋਵੇ ਸਟੇਟਮੈਂਟ। ਬਾਕੀ ਸਟੇਟਮੈਂਟ ਤੁਸੀਂ ਉਵੇਂ ਹੀ ਲਿਖ ਲੈਣੀ ਹੈ। ਇਕੁਇਪਡ ਨੋਟ ਓਨਲੀ ਵਿਦ। ਅੱਗੇ ਸਟੇਟਮੈਂਟ ਤੁਹਾਡੀ ਸੇਮ ਹੀ ਹੋਏਗੀ, ਵੈਰੀ ਗੁੱਡ ਬੁੱਕਸ। ਬਾਕੀ ਸਟੇਟਮੈਂਟ ਤੁਸੀਂ ਇਹ ਜਿਹੜੀ ਉਵੇਂ ਨੋਟ ਕਰ ਲੈਣੀ ਹੈ। ਸੋ ਦੇਖੋਗੇ ਨੋਟ ਓਨਲੀ ਦਾ ਯੂਜ਼ ਵਿਦ ਤੋਂ ਪਹਿਲਾਂ ਹੋ ਰਿਹਾ, ਬਟ ਆਲਸੋ ਦਾ ਯੂਜ਼ ਵੀ ਤੁਹਾਡੇ ਕੋਲ ਵਿਦ ਤੋਂ ਪਹਿਲਾਂ ਹੀ ਹੋਏਗਾ। ਸੋ ਨੋਟ ਓਨਲੀ ਵਿਦ ਬਟ ਆਲਸੋ ਵਿਦ। ਤਾਂ ਐਵੇਂ ਜਿਹੜਾ ਤੁਸੀਂ ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ ਕਵਰ ਕਰਨਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਬਾਕੀ ਜੇ ਸੈਕਿੰਡ ਚੀਜ਼ ਤੁਸੀਂ ਇੱਥੇ ਕਹੋ ਵੀ ਇਨਵਰਜ਼ਨ ਅਪਲਾਈ ਕਰਕੇ ਦਿਖਾਓ, ਇੱਥੇ ਇਨਵਰਜ਼ਨ ਨਹੀਂ ਲੱਗੇਗੀ ਬਿਕਾਜ਼ ਜੇ ਤੁਹਾਡੇ ਕੋਲ ਐਡਵਰਬ ਫਾਰਮ ਮਤਲਬ ਨੋਟ ਓਨਲੀ ਸਟੇਟਮੈਂਟ ਦੇ ਵਿੱਚ ਸਬਜੈਕਟ ਦਾ ਕੰਮ ਕਰ ਰਹੀ ਹੈ ਫਿਰ ਹੀ ਤੁਸੀਂ ਇਨਵਰਜ਼ਨ ਲਾਉਣੇ ਹੋ, ਅਦਰਵਾਈਜ਼ ਇਨਵਰਜ਼ਨ ਨਹੀਂ ਲੱਗਦੀ ਹੁੰਦੀ। ਤਾਂ ਇੱਥੇ ਤੁਹਾਡੇ ਕੋਲ ਆ ਜਾਂਦਾ ਜੀ ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ। ਸੋ ਤੁਹਾਨੂੰ ਜਿਹੜਾ ਆਈ ਥਿੰਕ ਕਲੀਅਰ ਹੋ ਹੀ ਗਿਆ ਹੋਏਗਾ। ਜੇ ਕਿਸੇ ਨੂੰ ਹਜੇ ਵੀ ਇਹਦੇ ਵਿੱਚ ਡਾਊਟ ਹੈ ਬਿਕਾਜ਼ ਥੋੜਾ ਜਿਹਾ ਟ੍ਰਿਕੀ ਕੁਐਸਚਨ ਹੈ। ਹੁਣ ਇਨਵਰਜ਼ਨ ਦੇ ਨਾਲ ਤੁਸੀਂ ਕੁਐਸਚਨ ਕਿਵੇਂ ਸੋਲਵ ਕਰਨੇ ਆ ਜਿੱਥੇ ਤੁਹਾਡੇ ਕੋਲ ਨਾਟ ਓਨਲੀ ਬਟ ਆਲਸੋ ਹੋ ਗਿਆ, ਈਦਰ ਔਰ ਹੋ ਗਿਆ, ਇਹਨਾਂ ਦਾ ਯੂਜ਼ ਸਬਜੈਕਟ ਫਾਰਮ ਲਈ ਯੂਜ਼ ਕੀਤਾ ਜਾ ਰਿਹਾ ਤਾਂ ਉੱਥੇ ਤੁਹਾਡੇ ਕੋਲ ਇਨਵਰਜ਼ਨ ਆ ਜਾਂਦੀ ਹੁੰਦੀ ਹੈ। ਅਦਰਵਾਈਜ਼ ਤੁਸੀਂ ਇਹਨੂੰ ਕੀ ਕਰਨਾ ਤੇ ਮਿਸਪਲੇਸਡ ਕੰਜੰਕਸ਼ਨ ਦੇ ਕੈਟਾਗਰੀ ਦੇ ਵਿੱਚ ਕਾਊਂਟ ਕਰਦੇ ਹੋ। ਉੱਥੇ ਤੁਸੀਂ ਕੰਜੰਕਸ਼ਨ ਦੀ ਟਾਈਪ ਦੇਖਣੀ ਹੁੰਦੀ ਹੈ। ਕੋਰਿਲੇਟਿਵ ਕੰਜੰਕਸ਼ਨ ਹੈ ਤਾਂ ਤੁਹਾਡੇ ਕੋਲ ਸਟੇਟਮੈਂਟ ਹੈ ਜਿਹੜੀ ਉਹ ਚੈੱਕ ਕਰੋਗੇ ਜਿਨ੍ਹਾਂ ਦਾ ਜਿਵੇਂ ਤੁਹਾਡੇ ਕੋਲ ਕੋਰਿਲੇਟਿਵ ਕੰਜੰਕਸ਼ਨ ਦੇ ਵਿੱਚ ਪਹਿਲਾ ਵਰਡ ਯੂਜ਼ ਕੀਤਾ ਜਾ ਰਿਹਾ ਜਿੱਥੇ ਪਲੇਸ ਉਹਦੀ ਫਰਸਟ ਦੀ ਹੈ ਉੱਥੇ ਹੀ ਤੁਹਾਡੀ ਸੈਕਿੰਡ ਦੀ ਹੋਏਗੀ। ਫਰਸਟ ਤੇ ਸੈਕਿੰਡ ਦੀ ਪਲੇਸ ਹੈ ਜਿਹੜੀ ਫਿਕਸ ਹੋਏਗੀ। ਇਹ ਚੀਜ਼ ਹੈ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੁੰਦੀ ਹੈ। 9 ਨੰਬਰ ਕੁਐਸਚਨ ਹੈ ਜੀ ਤੁਹਾਡਾ ਲਾਸਟ ਕੁਐਸਚਨ ਆਪਣੀ ਕਲਾਸ ਦਾ। ਅਗੇਨ ਡਿਸਕਸ ਕਰਾਂਗੇ ਆਪਾਂ ਇੱਥੇ ਵੀ ਸੇਮ ਟੌਪਿਕ ਮਿਸਪਲੇਸਡ ਕੰਜੰਕਸ਼ਨ ਦਾ ਬਿਕਾਜ਼ ਇੱਥੇ ਕੋਈ ਵੀ ਵਰਡ ਜਾਂ ਕਹਿ ਲਓ ਤੁਹਾਡੇ ਕੋਲ ਕੋਈ ਵੀ ਕੋਰਿਲੇਟਿਵ ਕੰਜੰਕਸ਼ਨ ਸਬਜੈਕਟ ਦਾ ਕੰਮ ਨਹੀਂ ਕਰ ਰਿਹਾ ਸੋ ਇਨਵਰਜ਼ਨ ਤਾਂ ਇੱਥੇ ਨਹੀਂ ਲੱਗਣ ਵਾਲੀ। ਸੋ ਤੁਸੀਂ ਦੇਖੋਗੇ ਇੱਥੇ ਮਿਸਪਲੇਸਡ ਕੰਜੰਕਸ਼ਨ ਦਾ ਟੌਪਿਕ ਜਿਹੜਾ ਹੈਗਾ ਤੁਸੀਂ ਅਪਲਾਈ ਕਰੋਗੇ ਮਿਸਪਲੇਸਡ ਕੰਜੰਕਸ਼ਨ। ਚੈੱਕ ਕਰੋ ਜੀ ਕਿੱਥੇ ਐਰਰ ਹੈ। ਇਸ ਤੋਂ ਬਾਅਦ ਤੁਹਾਨੂੰ ਐਰਰ ਦੱਸਦੇ ਹਾਂ ਪਲੱਸ ਆਪਾਂ ਜਿਹੜਾ ਹੈਗਾ ਕੁਐਸਚਨ ਸੋਲਵ ਕਰਦੇ ਹਾਂ। ਦੇਖੋ ਜੀ he is an anxious not only to acquire knowledge but also eager to display it। ਹਾਂ ਤੇ 9 ਨੰਬਰ ਕੁਐਸਚਨ ਹੈ ਤੁਹਾਡਾ ਸੋਲਵ ਕੀਤਾ ਕਿਸੇ ਨੇ। ਜੇ ਕਿਸੇ ਨੂੰ ਇਸ ਦੇ ਵਿੱਚ ਡਾਊਟ ਆ ਰਿਹਾ ਤਾਂ ਤੁਹਾਡਾ ਇਹ ਹੋਮਵਰਕ ਕੁਐਸਚਨ ਆਪਾਂ ਨੈਕਸਟ ਕਲਾਸ ਦੇ ਵਿੱਚ ਇਸ ਕੁਐਸਚਨ ਨੂੰ ਡਿਸਕਸ ਕਰਾਂਗੇ। ਕੀ ਆਨਸਰ ਹੋਏਗਾ? ਹੀ ਇਜ਼ anxious not only to acquire knowledge but also eager to display it। ਇਹ ਜਿਹੜਾ ਤੁਸੀਂ ਕੁਐਸਚਨ ਹੈ ਤੁਹਾਡਾ ਹੋਮਵਰਕ ਕੁਐਸਚਨ ਹੈ। ਟੌਪਿਕ ਤੁਸੀਂ ਰਿਵਾਈਜ਼ ਕਰ ਲੈਣੇ ਆ ਜਿੰਨੇ ਵੀ ਟੌਪਿਕ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਕਰਵਾਏ ਗਏ ਇਹਦਾ ਤੁਹਾਡਾ ਆਨਸਰ ਹੈ ਜਿਹੜਾ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ ਦੱਸ ਦਿੱਤਾ ਜਾਏਗਾ। ਧਿਆਨ ਨਾਲ ਜਿਹੜਾ ਕੁਐਸਚਨ ਕਰਨਾ ਹੈ ਮਿਸਪਲੇਸਡ ਕੰਜੰਕਸ਼ਨ ਦਾ ਕੁਐਸਚਨ ਹੈ ਤੁਹਾਨੂੰ ਅਗੇਨ ਦੱਸ ਦਿੱਤਾ ਗਿਆ ਹੈ। ABCD 4 ਪਾਰਟ ਦਿੱਤੇ ਹੋਏ ਆ ਕਿਹੜੇ ਪਾਰਟ ਦੇ ਵਿੱਚ ਜਿਹੜਾ ਐਰਰ ਹੈ ਤੁਸੀਂ ਇਹ ਫਾਈਂਡ ਆਊਟ ਕਰੋਗੇ ਦੈਨ ਉਸ ਪਾਰਟ ਨੂੰ ਜਿਹੜਾ ਤੁਸੀਂ ਕਰੈਕਟ ਕਰੋਗੇ। ਜਾਂ ਫਿਰ ਜੇ ਤੁਹਾਡੇ ਕੋਲ ਕਿਸੇ ਪਾਰਟ ਵਿੱਚ ਤੁਹਾਨੂੰ ਐਰਰ ਨਹੀਂ ਲੱਗ ਰਹੀ ਤਾਂ ਤੁਸੀਂ ਡੀ ਪਾਰਟ ਨੋ ਐਰਰ ਵਾਲਾ ਜਿਹੜਾ ਹੈਗਾ ਉਹ ਚੂਜ਼ ਕਰੋਗੇ। ਤਾਂ ਇੱਕ ਵਾਰ ਲੈਣੇ ਅੱਜ ਦੀ ਕਲਾਸ ਦੀ ਕੁਇਕ ਰਿਵੀਜ਼ਨ। ਇਸ ਤੋਂ ਬਾਅਦ ਜਿਹੜੀ ਆਪਾਂ ਕਲਾਸ ਹੈਗੀ ਕਰਦੇ ਹਾਂ ਜੀ ਆਪਣੀ ਓਵਰ। ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਨਵੇਂ ਟੌਪਿਕ ਆਪਣੀ ਕੰਜੰਕਸ਼ਨ ਦੇ ਤੇ ਦੈਨ ਆਪਾਂ ਜਿਹੜਾ ਹੈਗਾ ਇੱਕ ਪ੍ਰੈਕਟਿਸ ਕਲਾਸ ਵੀ ਲਗਾਵਾਂਗੇ ਕੰਜੰਕਸ਼ਨ ਨਾਲ ਰਿਲੇਟਡ। ਦੇਖੋ ਜੀ ਤਾਂ ਸੈਕੰਡ ਕਲਾਸ ਦੀ ਆਪਣੀ ਫਰਸਟ ਕਲਾਸ ਦੇ ਵਿੱਚ ਆਪਾਂ ਡੈਫੀਨੇਸ਼ਨ ਵਗੈਰਾ ਚੈੱਕ ਕੀਤੀ ਹੈ ਟਾਈਪਸ ਦੇਖਿਆ ਨੇ ਤੇ ਤੁਹਾਨੂੰ ਫੈਨ ਵॉइस ਦੇ ਤਰੀਕੇ ਦੇ ਨਾਲ ਕੋਆਰਡੀਨੇਟਿੰਗ ਕੰਜੰਕਸ਼ਨਸ ਨੇ ਜਿਹੜੇ ਉਹ ਯਾਦ ਕਰਵਾਏ ਆ। ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤਾ ਸਬਆਰਡੀਨੇਟਿੰਗ ਕੰਜੰਕਸ਼ਨ। ਬੇਸਿਕਲੀ ਤੁਹਾਡੇ ਕੋਲ ਜਿੰਨੇ ਵੀ ਵਰਡ ਇੱਥੇ ਲਿਖੇ ਹੋਏ ਆ ਫਸਟ ਸਕਰੀਨ ਤੁਹਾਨੂੰ ਸ਼ੋ ਹੋ ਰਹੀ ਹੈ ਤਾਂ ਤੁਸੀਂ ਇਹ ਜਿਹੜਾ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਲੈਣਾ ਕਿ ਸਬਆਰਡੀਨੇਟਿੰਗ ਕੰਜੰਕਸ਼ਨ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ। ਬਾਕੀ ਇਹਨਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਤੁਸੀਂ ਫੈਨ ਵॉइस ਟ੍ਰਿਕ ਯਾਦ ਕਰਿਓ ਕੋਆਰਡੀਨੇਟਿੰਗ ਕੰਜੰਕਸ਼ਨ ਯਾਦ ਕਰਿਓ ਬਾਕੀ ਜਿੰਨੇ ਵਰਡ ਤੁਹਾਡੇ ਰਹਿ ਜਾਣਗੇ ਸਬਆਰਡੀਨੇਟਿੰਗ ਕੰਜੰਕਸ਼ਨ ਦੀ ਕੈਟਾਗਰੀ ਦੇ ਵਿੱਚ ਆ ਜਾਣਗੇ ਅਦਰ ਦੈਨ ਤੁਹਾਡੇ ਕੋਲ ਕੋਰਿਲੇਟਿਵ ਕੰਜੰਕਸ਼ਨਸ ਨੂੰ ਛੱਡ ਕੇ। ਹਾਂਜੀ ਅੱਗੇ ਆਪਾਂ ਡਿਸਕਸ ਕੀਤੀਆਂ ਸੀ ਕੁਝ ਕੁ ਐਗਜ਼ਾਮਪਲਸ ਜਿੱਥੇ ਤੁਹਾਨੂੰ ਦੱਸਿਆ ਗਿਆ ਸੀ ਕਿ ਕੋਆਰਡੀਨੇਟ ਸਬਆਰਡੀਨੇਟ ਕੰਜੰਕਸ਼ਨ ਸਟੇਟਮੈਂਟ ਦੇ ਵਿੱਚ ਕਿਸ ਤਰੀਕੇ ਨਾਲ ਯੂਜ਼ ਕੀਤੇ ਜਾਂਦੇ ਆ। ਸੈਂਟੈਂਸ ਆਪਾਂ ਡਿਸਕਸ ਕੀਤੇ ਆ।
सबऑर्डिनेटिंग कंजंक्शन की ਹੁੰਦੀ ਹੈ, सबऑर्डिनेटिंग क्लॉज की ਹੁੰਦੀ ਹੈ, ਮੇਨ क्लॉज की ਹੁੰਦੀ ਹੈ। ਇਹ ਚੀਜ਼ ਤੁਹਾਨੂੰ ਇੱਥੇ ਆਪਾਂ ਕਲੀਅਰ ਕੀਤੀ ਹੈ। ਆਈ ਹੋਪ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਅੱਗੇ ਜੇ ਆਪਾਂ ਡਿਸਕਸ ਕੀਤਾ ਸੀ ਟੌਪਿਕ ਕੋਰਿਲੇਟਿਵ ਕੰਜੰਕਸ਼ਨਸ ਦਾ। ਕੋਰਿਲੇਟਿਵ ਕੰਜੰਕਸ਼ਨ ਹੁੰਦੇ ਕੀ ਹੈ, ਕਿਸ ਤਰੀਕੇ ਨਾਲ ਇਹ ਯੂਜ਼ ਕੀਤੇ ਜਾਂਦੇ ਆ। ਇਹਨਾਂ ਕੰਜੰਕਸ਼ਨਸ ਨੂੰ ਤੁਸੀਂ ਇਹ ਜਿਹੜਾ ਪੇਅਰਸ ਨੂੰ ਧਿਆਨ ਦੇ ਨਾਲ ਜਿਹੜਾ ਉਹ ਲਿਖ ਲੈਣਾ ਹੈ, ਨੋਟ ਕਰ ਲੈਣਾ, ਬਿਕਾਜ਼ 90 ਤੋਂ 95% ਕੁਐਸਚਨ ਹੈ ਜਿਹੜੇ ਤੁਹਾਡੇ ਕੰਜੰਕਸ਼ਨ ਦੇ ਵਿੱਚ ਇਸੇ ਟੌਪਿਕ ਦੇ ਵਿੱਚੋਂ ਪੁੱਛੇ ਜਾਂਦੇ, ਕੋਰਿਲੇਟਿਵ ਕੰਜੰਕਸ਼ਨ ਚੋਂ ਪੁੱਛੇ ਜਾਂਦੇ ਆ, ਜਿਹੜਾ ਕਿ ਤੁਸੀਂ ਮੋਸਟ ਇੰਪੋਰਟੈਂਟ ਟੌਪਿਕ ਹੈ ਤੁਹਾਡਾ ਕੰਜੰਕਸ਼ਨ ਦਾ, ਇਹਨੂੰ ਧਿਆਨ ਨਾਲ ਕਰਨਾ। ਕੋਰਿਲੇਟਿਵ ਕੰਜੰਕਸ਼ਨ ਦੇ ਪੇਅਰ ਤੁਸੀਂ ਯਾਦ ਕਰ ਲੈਣੇ ਆ, ਜਿੰਨੇ ਵੀ ਤੁਹਾਨੂੰ ਪੇਅਰ ਇੱਥੇ ਆਪਾਂ ਨੋਟ ਕਰਵਾਏ ਆ, ਬਿਕਾਜ਼ ਇਹ ਮੋਸਟਲੀ ਤੁਹਾਡੇ ਕੋਲ ਇਹੀ ਪੇਅਰ ਹੈ ਜਿਹੜੇ ਰਿਪੀਟ ਹੁੰਦੇ ਆ। ਇਸ ਤੋਂ ਇਲਾਵਾ ਤੁਹਾਡਾ ਸਟੇਟਮੈਂਟ ਤੁਹਾਨੂੰ ਕੋਈ ਵੀ ਸੈਂਟੈਂਸ ਜਾਂ ਕੁਐਸਚਨ ਬਾਹਰ ਦੇਖਣ ਨੂੰ ਨਹੀਂ ਮਿਲਦਾ। ਇਸ ਤੋਂ ਬਾਅਦ ਆਪਾਂ ਕੁਝ ਕੁਐਸਚਨ ਡਿਸਕਸ ਕੀਤੇ, ਅਰਾਊਂਡ 7 ਕੁਐਸਚਨ ਆ ਜਿਹੜੇ ਆਪਾਂ ਡਿਸਕਸ ਕੀਤੇ ਆ ਕੋਰਿਲੇਟਿਵ ਕੰਜੰਕਸ਼ਨ ਨਾਲ ਰਿਲੇਟਡ। ਆਈ ਹੋਪ ਤੁਹਾਨੂੰ ਜਿਹੜਾ ਟੌਪਿਕ ਵੀ ਕਲੀਅਰ ਹੋ ਹੀ ਗਿਆ ਹੋਵੇਗਾ। ਬਾਕੀ ਜੇ ਕਿਸੇ ਸਟੂਡੈਂਟ ਨੂੰ ਕੋਈ ਵੀ ਡਾਊਟ ਆਉਂਦਾ ਤਾਂ ਕਮੈਂਟ ਬਾਕਸ ਹਮੇਸ਼ਾ ਤੁਹਾਡੇ ਲਈ ਓਪਨ ਹੈ, ਤੇ ਜਿਹੜਾ ਹੈਗਾ ਤੁਸੀਂ ਆਪਣਾ ਆਨਸਰ ਹੈ ਕੁਐਸਚਨ ਹੈ ਉਹਨੂੰ ਕੀ ਕਰ ਸਕਦੇ ਇੱਥੇ ਪੋਸਟ ਕਰ ਸਕਦੇ ਹੋ। ਅੱਗੇ ਜੀ ਆਪਣਾ ਜਿਹੜਾ ਲਾਸਟ ਟੌਪਿਕ ਅੱਜ ਦੀ ਕਲਾਸ ਦਾ ਆਪਾਂ ਡਿਸਕਸ ਕੀਤਾ ਉਹ ਸੀ ਮਿਸਪਲੇਸਡ ਕੰਜੰਕਸ਼ਨ ਦਾ। ਹੁਣ ਆਪਣੇ ਕੋਲੇ ਜੇ ਤਾਂ ਕੋਈ ਪੇਅਰ ਕੋਰਿਲੇਟਿਵ ਪੇਅਰ ਜਿਹੜਾ ਹੈਗਾ ਯੂਜ਼ ਕੀਤਾ ਜਾ ਰਿਹਾ ਹੈ ਸਬਜੈਕਟ ਤੋਂ ਪਹਿਲਾਂ, ਜਿਵੇਂ ਨਾਟ ਓਨਲੀ ਹੀ ਵੇਖ ਸਕਦੇ, ਨਾਟ ਓਨਲੀ ਸਬਜੈਕਟ ਫਾਰਮ ਤੋਂ ਪਹਿਲਾਂ ਯੂਜ਼ ਕੀਤਾ ਜਾ ਰਿਹਾ, ਉਸੇ ਤੁਹਾਡੀ ਇਨਵਰਜ਼ਨ ਅਪਲਾਈ ਹੋ ਜਾਏਗੀ। ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲ ਇਹ ਵਾਲਾ ਫਾਰਮ ਯੂਜ਼ ਨਹੀਂ ਕੀਤਾ ਜਾਂਦਾ, ਤਾਂ ਤੁਹਾਡੇ ਕੋਲ ਜਿਹੜਾ ਜਿਵੇਂ ਨਾਟ ਓਨਲੀ ਹੈ ਉਹ ਬਾਅਦ ਦੇ ਵਿੱਚ ਯੂਜ਼ ਕੀਤਾ ਜਾ ਰਿਹਾ, ਜਿਵੇਂ ਆਪਾਂ ਮਿਸਪਲੇਸਡ ਕੰਜੰਕਸ਼ਨ ਦੇ ਵਿੱਚ ਹੀ ਕਰਕੇ ਆਏ, ਨਾਟ ਓਨਲੀ ਬੇਸ ਕੀਤਾ ਹੈ ਨਾ, ਉਹਦਾ ਸਬਜੈਕਟ ਤੁਹਾਡਾ ਹੀ ਸੀ, ਨਾਟ ਓਨਲੀ ਨਹੀਂ ਸੀ। ਤਾਂ ਇਸ ਤਰੀਕੇ ਨਾਲ ਤੁਸੀਂ ਆ ਜਿਹੜਾ ਇਹਦੇ ਵਿੱਚ ਜੇ ਐਰਰ ਫਾਈਂਡ ਆਊਟ ਕਰਨੀ ਹੋਵੇ ਤਾਂ ਮਿਸਪਲੇਸਡ ਕੰਜੰਕਸ਼ਨ ਦੀ ਐਰਰ ਜਿਹੜੀ ਤੁਹਾਡੀ ਮਿਲ ਸਕਦੀ ਹੈ, ਜਿਹਦੇ ਨਾਲ ਰਿਲੇਟਡ ਆਪਾਂ ਤੁਹਾਨੂੰ ਇੱਕ ਕੁਐਸਚਨ ਕਰਵਾਇਆ। 8 ਨੰਬਰ ਕੁਐਸਚਨ ਤੁਹਾਨੂੰ ਕਰਵਾ ਦਿੱਤਾ ਗਿਆ, 9 ਨੰਬਰ ਕੁਐਸਚਨ ਤੁਹਾਨੂੰ ਹੋਮਵਰਕ ਦੇ ਲਈ ਦਿੱਤਾ ਹੈ, ਜੋ ਕਿ ਤੁਸੀਂ ਸੋਲਵ ਕਰਨਾ ਹੈ। ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੋਸਟ ਕਰ ਸਕਦੇ ਹੋ। ਬਾਕੀ ਤੁਹਾਨੂੰ ਨੈਕਸਟ ਕਲਾਸ ਸਟਾਰਟ ਹੋਣ ਤੇ ਜਿਹੜਾ ਹੈਗਾ ਇਹ ਟੌਪਿਕ ਦੁਬਾਰਾ ਰਿਪੀਟ ਕੀਤਾ ਜਾਏਗਾ। ਸੈਕਿੰਡ ਆਪਾਂ ਜਿਹੜਾ ਹੈਗਾ ਟੌਪਿਕ अपना आगे डिस्कस करेंगे। होमवर्क क्वेश्चन ਤੁਹਾਨੂੰ ਉੱਥੇ ਆਨਸਰ ਹੈ ਜਿਹੜਾ ਦੱਸ ਦਿੱਤਾ ਜਾਏਗਾ। ਹਾਂਜੀ, ਤਾਂ ਇਹ ਸੀ ਜੀ ਆਪਣੀ ਅੱਜ ਦੀ ਕੰਜੰਕਸ਼ਨ ਦੀ ਕਲਾਸ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜਿਹੜੀ ਕਲਾਸ ਵਧੀਆ ਲੱਗੀ ਹੋਵੇਗੀ। ਸੈਕਿੰਡ ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਆਪਣਾ ਜਿਹੜਾ ਕੁਐਸਚਨ ਦਾ ਲੈਵਲ ਹੈ ਇਸ ਤਰੀਕੇ ਨਾਲ ਹੀ ਰੱਖਿਆ ਜਾਂਦਾ। ਫਸਟ ਕਲਾਸ ਦੇ ਵਿੱਚ ਆਪਾਂ ਬਿਲਕੁਲ ਬੇਸਿਕ ਲੈਵਲ ਚੱਕਦੇ ਹਾਂ, ਡੈਫੀਨੇਸ਼ਨ ਟਾਈਪਸ ਵਗੈਰਾ ਡਿਸਕਸ ਕਰਦੇ ਹਾਂ, ਨਾਲ ਰਿਲੇਟਡ ਐਗਜ਼ਾਮਪਲਸ ਦੇਖਦੇ ਹਾਂ। ਦੈਨ ਆਪਣਾ ਜਿਹੜਾ ਹੈਗਾ ਰੂਲਸ ਆਪਾਂ ਸਟਾਰਟ ਕਰ ਦਿੰਦੇ ਹਾਂ, 1 ਬਾय 1 ਰੂਲ ਡਿਸਕਸ ਕਰਾਂਗੇ, ਪਲੱਸ ਉਹਦੇ ਕੁਐਸਚਨ ਜਿਹੜੇ ਆਪਾਂ ਡਿਸਕਸ ਕਰਾਂਗੇ, ਪ੍ਰੀਵੀਅਸ ਈਅਰ ਕੁਐਸਚਨ ਵੀ ਤੁਹਾਨੂੰ ਕਰਵਾਏ ਜਾਣਗੇ ਤਾਂ ਕਿ ਤੁਹਾਡਾ ਜਿਹੜਾ ਹੈਗਾ ਲੈਵਲ ਵਧੀਆ ਹੋ ਸਕੇ। ਹਾਂਜੀ, ਤਾਂ ਹੁਣ ਕੰਜੰਕਸ਼ਨ ਦੀ ਕਲਾਸ ਦੇ ਵਿੱਚ ਆਪਾਂ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ। 2 ਕਲਾਸਿਸ ਤੁਹਾਡੀਆਂ ਅੱਜ ਦੀ ਕਲਾਸ ਨੂੰ ਵਿੱਚ ਮਿਲਾ ਕੇ ਹੋ ਚੁੱਕੀਆਂ ਨੇ। ਕਲਾਸਿਸ ਨੂੰ ਚੰਗੇ ਤਰੀਕੇ ਨਾਲ ਅਟੈਂਡ ਕਰਨਾ ਹੈ, ਨੋਟਸ ਬਣਾਉਂਦੇ ਰਹਿਣਾ ਹੈ, ਰਿਵਾਈਜ਼ ਕਰਦੇ ਰਹਿਣਾ ਹੈ, ਬਿਕਾਜ਼ ਜਿੰਨੇ ਤੁਸੀਂ ਨੋਟਸ ਬਣਾਓਗੇ, ਰਿਵਾਈਜ਼ ਕਰੋਗੇ, ਤੁਹਾਡਾ